ਤੁਸੀਂ ਬਹੁਤ ਨੇੜਿਓਂ ਰਹੇ ਆ, ਤਾਂ ਕਰਕੇ ਮੈਂ ਤੁਹਾਡੇ ਤੋਂ ਇਹ ਸਿੱਧੇ ਤੌਰ ਤੇ ਪੁੱਛਾਂ ਕਿ ਆਖਿਰ ਕਾਤਲ ਸਿੱਧੂ ਮੂਸੇਵਾਲੇ ਦਾ ਹੈ ਕੌਣ? ਸਿਸਟਮ ਕਾਤਲ ਹੈ ਜੀ, ਠੀਕ ਹੈ। ਸਿਸਟਮ ਦਾ ਜਿਹੜਾ ਸਭ ਤੋਂ ਵੱਡਾ ਦਿਖਾਈ ਦਿੰਦਾ ਜਿਹੜਾ ਬੈਨੀਫਿਸ਼ਰੀ ਹੈ ਉਹ ਦਿਖਾਈ ਦਿੰਦਾ ਹੈਗਾ ਪੋਲੀਟੀਸ਼ੀਅਨ। ਮੈਂ ਦਿਖਾਈ ਦਿੰਦਾ ਲਫ਼ਜ਼ ਯੂਜ਼ ਕਰ ਰਿਹਾ ਕਿਉਂਕਿ ਅਸਲ ਬੈਨੀਫਿਸ਼ਰੀ ਬਿਊਰੋਕਰੇਟ ਹੈ, ਜਿਹੜਾ ਕਿ ਕਦੇ ਵੀ ਇੰਨੀ ਹੁਸ਼ਿਆਰੀ ਨਾਲ ਸਾਰੇ ਇੰਡੀਆ 'ਚ ਕੰਮ ਕਰ ਰਿਹਾ ਕਿ ਕਿਤੇ ਵੀ ਟਾਰਗੇਟ ਨਹੀਂ ਹੈ। ਪੰਜਾਬ ਨੂੰ ਤਾਂ ਛੱਡ ਦਿਓ, ਕਿਤੇ ਵੀ ਟਾਰਗੇਟ ਨਹੀਂ ਹੈਗਾ। ਔਰ ਮੇਨ ਜਿਹੜਾ ਹੈਗਾ ਬੈਨੀਫਿਸ਼ਰੀ ਬਿਊਰੋਕਰੇਟ ਹੈ। ਅਗਲਾ ਇਹਦਾ ਪਾਰਟ ਜਿਹੜਾ ਪੋਲੀਟੀਸ਼ੀਅਨ ਆ ਜਾਂਦਾ। ਪੋਲੀਟੀਸ਼ੀਅਨ ਕਿਉਂਕਿ ਅਨਪੜ੍ਹਤਾ ਜਾਂ ਜਿਸ ਤਰ੍ਹਾਂ ਦੇ ਉਹ ਸਿਸਟਮ 'ਚ ਆਉਂਦੇ ਆ, ਠੀਕ ਹੈ, ਉੱਠ ਕੇ ਤਾਂ ਉਸ ਤੋਂ ਬਾਅਦ ਤਾਂ ਉਹ ਆ ਨਹੀਂ ਸਕਦੇ। ਉਹਨਾਂ ਦੀ ਇੱਕ ਲਿਮਟਡ ਹੈ, ਲਿਮਟ ਛੱਡ ਕੇ ਜਿਹੜੀ ਕੁਛ ਲੋਕਾਂ ਨੂੰ ਛੱਡ ਕੇ ਵੇਖਿਆ ਜਾਵੇ ਤਾਂ ਠੀਕ ਹੈ। ਤਾਂ ਇਹ ਲੋਕ ਜਿਹੜੇ ਹੈਗੇ 30-35 ਸਾਲਾਂ ਵਾਸਤੇ ਜਦੋਂ ਆ ਕੇ ਬੈਠਦੇ ਤਾਂ ਇਹ ਸਿਰਜਣਾ ਕਰਦੇ ਵੀ ਸਿਸਟਮ ਨੂੰ ਕਿਵੇਂ ਚਲਾਉਣਾ। ਇਸ ਕਰਕੇ ਉਹਨਾਂ ਨੇ ਕਿਹਾ ਕਿ ਉਹਨਾਂ ਤੋਂ ਬੈਟਰ ਹਥਿਆਰ ਸਾਨੂੰ ਚਾਹੀਦੇ ਨੇ, ਤਾਂ ਫਿਰ ਰਸ਼ੀਅਨ ਗਨ ਪਹੁੰਚਦੀ ਹੈ ਪੰਜਾਬ। ਇੱਥੇ ਕਿਸੇ ਸਿੰਘ ਦੇ ਕੋਲ, ਸਿੱਖ ਦੇ ਕੋਲ ਜਾਂ ਕਿਸੇ ਆਮ ਬੰਦੇ ਕੋਲ 4 ਰੌਂਦ ਵੀ ਐਕਸਟਰਾ ਹੋਣ ਤਾਂ ਮਿੰਟ 'ਚ ਉੱਤੇ ਪਰਚੇ ਹੋ ਜਾਂਦੇ ਨੇ। ਤੇ ਫਿਰ ਇਹਨਾਂ ਦਾ ਖੂਫੀਆ ਤੰਤਰ ਕਿੱਥੇ ਸੀ, ਇਹਨਾਂ ਦੀਆਂ ਏਜੰਸੀਆਂ ਕਿੱਥੇ ਸੀ? ਤੁਹਾਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਪੁਲਿਸ ਤੇ ਪ੍ਰਸ਼ਾਸਨ ਕਿਤੇ ਨਾ ਕਿਤੇ ਕਾਣਾ ਹੋਇਆ ਬੈਠਾ ਹੈ, ਜਾਂ ਕਹਿ ਸਕਦੇ ਹਾਂ ਕਿ ਪੂਰੀ ਦਾਲ ਹੀ ਕਾਲੀ ਹੈ? ਅਸਲੇ ਦੀ ਗੱਲ ਕੀਤੀ ਹੈ, ਇੱਥੋਂ ਹੀ ਗੱਲ ਸਾਰੀ ਜਿਹੜੀ ਹੈਗੀ ਆ ਅੱਖਾਂ ਖੁੱਲ੍ਹਦੀਆਂ ਦੇਖ ਕੇ ਵੀ ਹੋਇਆ ਕੀ ਹੈਗਾ। ਇਹ ਜਿਹੜਾ ਟੌਪ ਆਫ ਸਟੈਂਡਰਡ ਆ ਤੁਸੀਂ ਦੱਸ ਰਹੇ ਹੋ ਨਾ, ਇਹ ਜਿਹੜਾ ਗੈਂਗਸਟਰ ਦੇ ਲੈਵਲ ਤੋਂ ਉੱਪਰ ਦੀ ਗੱਲ ਹੈ। ਇਹ ਏਜੰਸੀਆਂ ਦਾ ਹੀ ਸਿਸਟਮ ਹੈਗਾ। ਕਿਉਂ ਇਲੈਕਸ਼ਨ ਦੇ ਟਾਈਮ 'ਚ ਇਹ ਮਰਡਰ ਹੋਇਆ? ਈਵਨ ਇਹਦੇ 'ਚ ਇਹ ਵੀ ਗੱਲ ਆਈ ਸੀ ਕਿ ਕੋਈ ਸਰਕਾਰੀ ਅਮਨੀਸ਼ਨ ਵੀ ਵਰਤਿਆ ਗਿਆ। ਮੈਨੂੰ ਨਹੀਂ ਪਤਾ, ਮੈਂ ਜੋ ਸੁਣਿਆ ਮੀਡੀਆ 'ਚ ਗੱਲ, ਠੀਕ ਹੈ। ਉਹਦੇ ਬਾਰੇ ਕੋਈ ਕਲੈਰੀਫਿਕੇਸ਼ਨ ਨਹੀਂ ਆਈ ਕਿਉਂਕਿ ਸਰਕਾਰੀ ਅਮਨੀਸ਼ਨ ਜੇ ਉੱਥੋਂ ਫੜਿਆ ਤਾਂ ਪਤਾ ਹੀ ਹੈ ਅਮਨੀਸ਼ਨ ਕਿੱਥੋਂ ਇਸ਼ੂ ਹੁੰਦਾ, ਤਾਂ ਕੋਈ ਰੌਲਾ ਹੀ ਨਹੀਂ ਹੈਗਾ। ਇਹਦਾ ਇੰਨੇ ਚਿਰ ਦਾ ਕੰਮ ਹੈ ਅੱਜ ਦੀ ਡੇਟ ਵਿੱਚ ਪਤਾ ਕਰਨਾ। ਉਹਦੇ ਬਾਰੇ ਚੁੱਪ ਸ਼ਾਂਤੀ ਹੈਗੀ ਹੈ। ਹੁਣ ਉਹ ਕਿਹੜਾ ਵੈਪਨ ਸੀ, ਕਿਹਨੂੰ ਇਸ਼ੂ ਹੋਇਆ ਵਾ, ਇੱਕ ਇਹ ਜਾਂਚ ਦਾ ਵਿਸ਼ਾ ਅਤੇ ਇਹ ਜਵਾਬ ਦਾ ਵਿਸ਼ਾ ਵੀ ਉਹਦੇ ਬਾਰੇ ਕਦੇ ਗੱਲ ਹੋਈ ਨਹੀਂ। ਜਿਹੜੀਆਂ ਰੇਸ਼ਨਸ ਗਨਾਂ ਦੀ ਤੁਸੀਂ ਗੱਲ ਕਰਦੇ ਹੋ, ਜਿਹੜੀ ਸਮਗਲਿੰਗ ਗਨਸ ਦੀ ਹੁੰਦੀ ਹੈ ਉੱਪਰਲੇ ਲੈਵਲ 'ਤੇ ਇਹ ਸਭ ਏਜੰਸੀਆਂ ਦੀ ਦੇਖ ਰੇਖ 'ਚ ਹੁੰਦੀ ਹੈ। ਤੁਸੀਂ ਕੀ ਸਮਝਦੇ ਹੋ ਜੇ ਆਪਾਂ ਕਹਿੰਦੇ ਇੰਡੀਆ ਦੇ ਵਿੱਚ ISI ਬਹੁਤ ਨੁਕਸਾਨ ਕਰਾ ਰਹੀ ਹੈ ਜਾਂ ਕੁਛ ਹੋ ਰਹੀ ਹੈ, ਕੀ ਸਾਡੀਆਂ ਏਜੰਸੀਆਂ ਨਹੀਂ ਬਾਹਰਲੀ ਕੰਟਰੀ 'ਚ ਕੰਮ ਕਰ ਰਹੀਆਂ? ਇਹ ਉਸ ਲੈਵਲ ਦੀ ਜਿਹੜੀ ਅਸਲੇ ਵੱਡੇ ਜਿਹੜੇ ਸੋਫਿਸਟੀਕੇਟਡ ਅਸਲਾ ਜਿਹੜਾ ਹੁੰਦਾ ਨਾ, ਇਹ ਏਜੰਸੀਆਂ ਦੀ ਨਿਗਰਾਨੀ ਵਿੱਚ ਆਇਆ ਹੁੰਦਾ। ਤਾਂ ਇਲੈਕਸ਼ਨ ਦੇ ਟਾਈਮ ਵਿੱਚ ਇਸ ਮਰਡਰ ਦਾ ਹੋਣਾ ਗੈਂਗਸਟਰ ਸਿਸਟਮ ਤੋਂ ਉੱਪਰ ਦੀ ਗੱਲ ਦੱਸਦਾ। ਗੱਲ ਕੱਲ੍ਹ ਨੂੰ ਕੁਛ ਵੀ ਆ ਜਾਵੇ, ਮੈਂ ਆਪਣੀ ਗੱਲ ਨੂੰ ਅਥੈਂਟਿਕ 100% ਥੋੜ੍ਹਾ ਕਹਿ ਸਕਦਾ, ਮੈਂ ਤਾਂ ਕਿਆਸ ਰਾਹੀਂ ਸਿਸਟਮ ਨੂੰ ਦੇਖ ਕੇ ਕਹਿ ਸਕਦਾ। ਪਰ ਇਹਦੇ ਵਿੱਚ 100% ਜਿਹੜਾ ਹੈਗਾ ਦਿਖਾਈ ਦਿੰਦਾ ਕਿ ਇਹ ਏਜੰਸੀਆਂ ਦਾ ਹੀ ਕੰਮ ਹੈ। ਕੌਣ ਬੈਨੀਫਿਸ਼ਰੀ ਇਹਦਾ ਆਉਣ ਵਾਲੇ ਸਮੇਂ 'ਚ ਹੋਊਗਾ। ਪਹਿਲੇ ਦੇਖੋ ਇਹਨਾਂ ਨੇ ਇੱਕ ਮੰਤਰੀ ਆਪਣਾ ਅੰਦਰ ਕੀਤਾ ਆਪ ਵਾਲਿਆਂ ਨੇ, ਅਤੇ ਇਹਨਾਂ ਦੀ ਜਿਹੜੀ ਗ੍ਰਾਫ ਡਿੱਗਿਆ ਹੋਇਆ 2 ਮਹੀਨਿਆਂ ਦਾ ਸੀ, ਇੱਕਦਮ ਚੱਕ ਕੇ ਛੱਤ 'ਤੇ ਚੜ੍ਹ ਗਿਆ। ਤੇ ਆਮ ਲੋਕ ਕਿੱਥੋਂ ਸੇਫ ਨੇ ਜਦੋਂ ਇੱਕ VIP ਨੂੰ ਸਰੇਆਮ ਸੜਕ ਉੱਤੇ ਗੋਲੀਆਂ ਨਾਲ ਭੁੰਨ ਕੇ ਮੌਤ ਦੇ ਘਾਟ ਉਤਾਰ ਦਿੱਤਾ? ਕਿੰਨੇ ਡਰਦੇ ਆ ਕਿਉਂਕਿ ਪੰਜਾਬ ਦੀ ਸੇਵਾ ਬਹੁਤ ਕੀਤੀ। ਅਤੇ ਪੰਜਾਬ ਦਾ ਕੀ ਬਣਾਤਾ ਇਹਨਾਂ ਨੇ? ਕਿਸ ਚੀਜ਼ ਦੀ ਸਿਕਿਉਰਿਟੀ ਹੋਣੀ ਚਾਹੀਦੀ? ਮੈਂ ਤਾਂ ਕਹਿੰਦਾ ਜਿਹੜਾ ਗੈਂਗਸਟਰ ਕਲਚਰ ਕ੍ਰੀਏਟ ਹੋਇਆ ਇਸ ਟਾਈਮ ਹੋਇਆ ਇਹਨਾਂ ਦਾ ਕੀਤਾ ਹੋਇਆ, ਉਹ ਜਿੰਨ ਜਿਹੜਾ ਨਿਕਲ ਕੇ ਹੁਣ ਇਹਨਾਂ ਨੂੰ ਖਾ ਰਿਹਾ, ਠੀਕ ਹੈ। ਇਹ ਪਰਮਾਤਮਾ ਕਰੇ ਕਿ ਇਹ ਬੰਦੂਕਾਂ ਦੇ ਮੂੰਹ ਇਹਨਾਂ ਵੱਲ ਹੋ ਜਾਣ ਜਿਨ੍ਹਾਂ ਨੇ ਇਹ ਪੈਦਾ ਕੀਤੇ ਆ, ਅਤੇ ਘੱਟੋ ਘੱਟ ਉਹ ਬੱਚੇ ਮਰਨ ਤੋਂ ਪਹਿਲਾਂ ਕੁਛ ਨਾ ਕੁਛ ਸ਼ਾਂਤੀ ਕਰਕੇ ਜਾਣ। ਦੱਸੋ, ਮੈਂ ਇੱਕ ਸੁਨੇਹਾ ਦੇਣਾ ਚਾਹੁੰਦਾ ਪੰਜਾਬੀਆਂ ਨੂੰ, ਪੰਜਾਬ ਨੂੰ ਕੋਈ ਗੈਂਗਸਟਰ ਤੋਂ ਕਿਸੇ ਖਤਰਾ ਨਹੀਂ ਹੈਗਾ। ਇਹਨਾਂ ਨੂੰ ਖਤਰਾ ਜਿਨ੍ਹਾਂ ਨੇ ਬਣਾਏ। ਮੈਂ ਕਹਿ ਰਿਹਾ ਨਾ, ਮੈਂ 32 ਸਾਲ ਨੌਕਰੀ ਕੀਤੀ ਪੁਲਿਸ ਦੀ। ਅਸੀਂ ਗੁਨਾਹਗਾਰ ਹਾਂ, ਠੀਕ ਹੈ। ਅਸੀਂ ਸਿਸਟਮ ਵਿੱਚ ਰਹੇ ਹਾਂ। ਜੇ ਮੈਂ ਆਪਣੇ ਆਪ ਨੂੰ ਇਮਾਨਦਾਰ ਕਹਾਂ ਤਾਂ ਮੈਨੂੰ ਤਾਂ ਬਹੁਤ ਸ਼ਰਮ ਆਉਂਦੀ। ਜਿਸ ਸਿਸਟਮ ਦੇ ਪਾਰਟ 'ਚ ਤੁਸੀਂ ਇੱਕ ਰਹੇ ਹੋ, ਬਰਬਾਦ ਹੋਇਆ, ਕਰਪਸ਼ਨ ਹਰ ਚੀਜ਼ ਸੀਗੀ, ਉੱਥੇ ਬਲਵਿੰਦਰ ਸਿੰਘ ਸੇਖੋਂ ਕਹੋ ਵੀ ਅਸੀਂ ਇਮਾਨਦਾਰ ਰਹੇ ਹਾਂ। ਇਹ ਨਹੀਂ ਮੰਨ ਸਕਦੇ ਕਿ ਪੰਜਾਬ ਦਾ ਬੇੜਾ ਗਰਕ ਕੀਤਾ ਅਤੇ ਅਸੀਂ ਮਾਲਕ ਸੀ ਅਤੇ ਸਾਡੇ ਵੇਲੇ ਆ, ਅਤੇ ਇਹ ਕਹਿੰਦੇ ਅਕਾਲੀ ਕਹਿੰਦੇ ਕਾਂਗਰਸ ਨੇ ਕਰਤਾ, ਅਤੇ ਕਾਂਗਰਸ ਕਹਿੰਦੇ ਅਕਾਲੀ ਨੇ ਕਰਤਾ। ਮੌਤ ਨੂੰ ਪਹੁੰਚੇ ਹੋਏ ਅੱਧੇ ਇਹਨਾਂ ਦੇ ਵਿੱਚੋਂ, ਠੀਕ ਹੈ। ਜਿਹੜੇ ਕੋਈ ਉਸ ਤੋਂ ਘੱਟ ਹੈਗੇ ਉਹਨਾਂ ਕੋਲ 20-20, 10-10 ਸਾਲ ਦੀਆਂ ਉਮਰਾਂ ਰਹਿ ਗਈਆਂ। ਇੰਨਾ ਕੁ ਸੱਚ ਵੀ ਨਹੀਂ ਬੋਲ ਸਕਦੇ ਅਸੀਂ। ਕੱਲ੍ਹ ਕਿਸੇ ਨੇ ਕੁਐਸਚਨ ਮੈਨੂੰ ਕੀਤਾ ਤੁਸੀਂ ਵਰਦੀ 'ਚ ਸੀ ਉਦੋਂ ਤੁਸੀਂ ਨਹੀਂ ਕਰਦੇ। ਮੈਂ ਵਰਦੀ ਦੀ ਗੁਲਾਮੀ 'ਚ ਸੀ। ਮੈਂ ਵਰਦੀ 'ਚ ਮੈਂ ਕਿੱਥੋਂ ਕਰ ਲੂੰਗਾ? ਵਰਦੀ 'ਚ ਕਿੱਥੇ ਬੋਲਣ ਦਾ ਹੁਕਮ ਹੈ? ਵਰਦੀ ਤਾਂ ਇੱਕ ਬਹੁਤ ਵੱਡੀ ਗੁਲਾਮੀ ਹੈ। ਅੱਜ ਵਰਦੀ ਲਾਈ ਗਈ ਹੈ ਮੇਰੀ ਜਾਂ ਮੈਂ ਲਵਾ ਲਈ ਆ, ਉਹ ਤਾਂ ਮੇਰਾ ਰੱਬ ਜਾਣਦਾ। ਪਰ ਮੈਂ ਜੇ ਬੋਲ ਰਿਹਾ ਤਾਂ ਅੱਜ ਵਰਦੀ 'ਚ ਨਹੀਂ ਹੈਗਾ ਤਾਂ ਬੋਲ ਰਿਹਾ। ਮੇਰਾ ਜਵਾਬ ਹੈ ਜਿਹੜੇ ਮੇਰੇ ਤੋਂ ਪੁੱਛਦੇ ਆ ਕਿ ਕਹਿੰਦੇ ਵੀ ਤੂੰ ਪਹਿਲਾਂ ਕਿਉਂ ਨਹੀਂ ਬੋਲਿਆ? ਕੋਈ ਬੋਲ ਸਕਦਾ? ਕੋਈ ਵੀ ਨਹੀਂ ਬੋਲਦਾ। ਬਾਹਰ ਦੇ ਵੀ ਨਹੀਂ ਬੋਲਦੇ, ਪੈਨਸ਼ਨਾਂ ਪਿੱਛੇ ਮਰੀ ਜਾਂਦੇ। ਸੱਚ ਬੋਲਦਾ ਮੈਂ ਇਸ ਕਰਕੇ, ਕਿਉਂਕਿ ਮੇਰੇ ਇਹ ਬੜੇ IPS ਅਫਸਰ ਸਿਰ ਜੋੜ ਕੇ ਬੈਠ ਕੇ ਬੋਲਦੇ ਆ, ਬਾਤ ਤਾਂ ਉਹ ਠੀਕ ਕਰ ਰਿਹਾ। ਇਹ ਗੱਲਾਂ ਮੇਰੇ ਕੋਲ ਪਹੁੰਚ ਜਾਂਦੀਆਂ, ਸੱਚ ਹੈ। ਇਸ ਕਰਕੇ ਮਤਲਬ ਇਹਨਾਂ ਦੀ ਧਮਕੀਆਂ ਨਹੀਂ ਕੋਈ ਧਮਕੀ ਮੈਨੂੰ ਕਿਉਂ ਦੇਊਗਾ? ਧਮਕੀ ਮੇਰੇ ਵਰਗੇ ਬੰਦੇ ਨੂੰ ਦੇਣ ਦਾ ਫਾਇਦਾ ਵੀ ਕੀ ਹੈਗਾ? ਧਮਕੀਆਂ ਹੀ ਦਿੱਤੀਆਂ ਇਹਨਾਂ ਨੇ। ਜਿਹੜਾ ਸਸਪੈਂਡ ਕੀਤਾ, ਡਿਸਮਿਸ ਕੀਤਾ, ਕੇਸ ਰਜਿਸਟਰ ਕੀਤਾ, ਧਮਕੀਆਂ ਸੀ ਸਾਰੀਆਂ। ਉਹਦੇ ਮੈਂ ਰਿਐਕਸ਼ਨ ਵਿੱਚ ਹਮੇਸ਼ਾ ਆਪਣਾ ਉਸ ਤੋਂ ਵੀ ਹੋਰ ਤਿੱਖਾ ਹੋ ਕੇ ਬੋਲਦਾ ਰਿਹਾ। ਉਹ ਚੀਜ਼ਾਂ ਤਾਂ ਇਹਨਾਂ ਦੀਆਂ ਫੇਲ ਹੋ ਗਈਆਂ, ਅਤੇ ਇਸ ਕਰਕੇ ਉਹ ਮੇਰੇ ਵਰਗੇ ਬੰਦੇ ਨੂੰ, ਮੈਂ ਤਾਂ 2 ਸਾਲ ਤੋਂ 2.5 ਸਾਲ ਤੋਂ ਹਾਈ ਕੋਰਟ ਦੇ ਖਿਲਾਫ ਇਸ ਪਿੱਛੇ ਬੋਲਦਾ ਕਿ ਕਿਤੇ ਜੇਲ੍ਹ ਹੀ ਭੇਜ ਦੇਣ, ਅਤੇ ਇਹ ਡਰਦੇ ਆ। ਮੈਂ ਅੱਜ ਫਿਰ ਕਹਿੰਦਾ ਕਿ ਭੇਜੋ, ਪ੍ਰਪੇਅਰ ਬੈਠਾ। ਮੈਂ ਤਾਂ ਬਹੁਤ ਲੇਟ ਹੋ ਗਿਆ।
ਪਰ ਮੈਂ ਥੋੜ੍ਹਾ ਉਹਨਾਂ ਚਿਰ ਜਿਹੜੇ ਹੈਗੇ ਤੁਹਾਡੇ ਜਿਹੜੇ ਕੱਪੜੇ ਲਾਉਂਦਾ ਰਹੂੰਗਾ, ਨੰਗ ਵਿਖਾਉਂਦਾ ਰਹੂੰਗਾ, ਜਾਂ ਮਾਰੋ ਜਾਂ ਜੇਲ੍ਹ ਸੱਟੋ। ਇਦੋਂ ਘੱਟ ਜਿਹੜਾ ਹੈ ਮੈਥੋਂ ਬਚਾ ਜਿਹੜਾ ਇਹਨਾਂ ਦਾ ਕਿਸੇ ਸਿਸਟਮ ਦਾ ਨਹੀਂ ਹੈਗਾ। ਤੇ ਮੈਂ ਦੋਨਾਂ ਗੱਲਾਂ 'ਚ ਹੀ ਮਹਿੰਗਾ ਪਾਊਂਗਾ ਇਹਨਾਂ ਨੂੰ। ਬਹੁਤ ਬੰਦੇ ਸਿੱਖੋਂ ਪੈਦਾ ਹੋ ਜਾਣਗੇ, ਠੀਕ ਹੈ। ਜੇ ਇੱਕ ਮਾਰਨਗੇ ਇਹ ਤੇ ਇਵੇਂ ਜੇ ਕਿਤੇ ਜੇਲ੍ਹ ਭੇਜਣਗੇ ਤਾਂ ਉੱਥੋਂ ਫਿਰ ਜਿਹੜਾ ਵਾਪਸ ਬੰਦਾ ਆਊਗਾ ਫਿਰ ਉਹ ਨਹੀਂ ਹੋਊਗਾ ਜਿਹੜਾ ਜਾਊਗਾ। 32 ਸਾਲ ਤੁਸੀਂ ਉਹ ਖਾਕੀ ਵਰਦੀ ਪਾ ਕੇ ਉਸ ਤੋਂ ਕਮਾਈ ਕੀਤੀ ਹੈ, ਠੀਕ ਹੈ। ਹੁਣ ਉਹ ਹੱਕ ਦੀ ਉਹਦੇ ਵਿੱਚ ਕਿੰਨੀ ਸੀ ਜਾਂ ਹਰਾਮ ਦੀ ਕਿੰਨੀ ਸੀ ਉਹ ਰੱਬ ਜਾਣਦਾ ਹੈ, ਤੁਸੀਂ ਜਾਣਦੇ ਹੋਗੇ। ਪਰ ਮੈਂ ਇੰਨਾ ਜ਼ਰੂਰ ਕਹਾਂਗਾ ਵੀ ਅਗਰ ਆਖਰ 32 ਸਾਲ ਨੌਕਰੀ ਕਰਨ ਤੋਂ ਬਾਅਦ ਇੱਕਦਮ ਨਿਕਲ ਕੇ ਉਸੇ ਡਿਪਾਰਟਮੈਂਟ ਨੂੰ ਬਾਰ-ਬਾਰ ਕੋਸਣਾ, ਨੀਵਾਂ ਦਿਖਾਉਣਾ ਕਿ ਸਾਰਾ ਹੀ ਡਿਪਾਰਟਮੈਂਟ ਕਰਪਟ ਆ। ਸਿਸਟਮ ਕਹਿ ਰਿਹਾ ਮੈਂ, ਪੁਲਿਸ ਦਾ ਇੱਕ ਛੋਟਾ ਜਿਹਾ ਪਾਰਟ ਆ ਉਹਦਾ। ਪੁਲਿਸ ਨੂੰ ਤਾਂ ਮੈਂ ਬਿਲੋਂਗ ਕਰਦਾ, ਤਾਂ ਲੱਗਦਾ ਲੋਕਾਂ ਨੂੰ ਵੀ ਪੁਲਿਸ ਦੇ ਖਿਲਾਫ ਬੋਲਦਾ ਵੀ ਪੁਲਿਸ ਵਾਲਾ। ਮੈਂ ਸਿਸਟਮ ਦੀ ਗੱਲ ਕਰਦਾ, ਕਮਾਈਆਂ ਦੀ ਗੱਲ ਕਰਦਾ। ਹੱਕ ਹਰਾਮ ਦੀਆਂ ਕਮਾਈਆਂ ਜਿਹੜੀਆਂ ਹੈਗੀਆਂ ਉਹ ਸਾਹਮਣੇ ਹੁੰਦੀਆਂ। ਜੇ ਹਰਾਮ ਦੀ ਕਮਾਈ ਹੁੰਦੀ ਤਾਂ ਮੈਨੂੰ ਛੱਡ ਦੇ, ਬੋਲਣ ਦਿੰਦੇ ਇਹਨਾਂ ਮੈਨੂੰ, ਠੀਕ ਹੈ। ਹੁਣ ਮੈਨੂੰ ਲੇਟ ਕੇ ਸੱਟਿਆ ਨਾ ਹੁੰਦਾ ਕਿਸੇ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਦਾ ਮੈਂ ਪ੍ਰੀਤ ਸੈਣੀ ਸਵਾਗਤ ਕਰਦਾ। ਗੁਰੂ ਪਿਆਰਿਓ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਅੱਜ ਅਗਰ ਅਸੀਂ ਪੰਜਾਬ ਵੱਲ ਨਜ਼ਰ ਮਾਰ ਕੇ ਦੇਖੀਏ ਤਾਂ ਇੱਕ ਸਹਿਮ ਦਾ ਮਾਹੌਲ ਬਣਿਆ ਨਜ਼ਰ ਆਉਂਦਾ ਹੈ। ਕਿਤੇ ਸਰੇਆਮ ਗਰਲਸ ਕਾਲਜ ਦੇ ਵਿੱਚ ਗੋਲੀਆਂ ਚੱਲਦੀਆਂ ਨੇ, ਕਿਤੇ ਬੱਸ ਲੁੱਟ ਲਈ ਜਾਂਦੀ ਹੈ ਅਤੇ ਕਿਤੇ ਸਿੱਧੂ ਮੂਸੇਵਾਲੇ ਇਕੱਲੇ ਜਵਾਨ ਪੁੱਤ ਦਾ ਕਤਲ ਕਰ ਦਿੱਤਾ ਜਾਂਦਾ ਹੈ। ਅਤੇ ਫਿਰ ਜੇਕਰ ਪੰਜਾਬ ਦੀ ਨੌਜਵਾਨੀ ਨਾਲ ਗੱਲ ਕੀਤੀ ਜਾਵੇ, ਪੰਜਾਬ ਦੇ ਬੁੱਧੀਜੀਵੀਆਂ ਨਾਲ ਗੱਲ ਕੀਤੀ ਜਾਵੇ ਤਾਂ ਹਰ ਕਿਸੇ ਦੇ ਜ਼ਿਹਨ 'ਚ ਇੱਕੋ ਹੀ ਸਵਾਲ ਅਤੇ ਉਸ ਦਾ ਇੱਕੋ ਹੀ ਜਵਾਬ ਆਉਂਦਾ ਹੈ ਕਿ ਅਸੀਂ ਮੁੜ 84 ਤੋਂ ਬਾਅਦ ਵਾਲੇ ਮਾਹੌਲ ਦੇ ਵਿੱਚ ਧੱਕੇ ਜਾ ਰਹੇ ਹਾਂ। ਇਸੇ ਉੱਤੇ ਚਰਚਾ ਕਰਨ ਵਾਸਤੇ ਮੇਰੇ ਨਾਲ ਨੇ ਸਾਬਕਾ DSP ਬਲਵਿੰਦਰ ਸਿੰਘ ਜੀ, ਜੋ ਕਿ ਬਹੁਤ ਨੇੜਿਓਂ ਜਾਣਦੇ ਨੇ ਸੱਤਾ ਨੂੰ ਵੀ ਅਤੇ ਸਿਆਸਤ ਨੂੰ ਵੀ, ਸਰਕਾਰੀ ਤੰਤਰ ਨੂੰ ਵੀ ਅਤੇ ਮੰਤਰੀਆਂ ਦੇ ਮੰਤਰ ਨੂੰ ਵੀ। ਉਹਨਾਂ ਤੋਂ ਪੁੱਛਦੇ ਹਾਂ ਵੀ ਇਹ ਪੰਜਾਬ ਦਾ ਜਿਹੜਾ ਮਾਹੌਲ ਬਣਿਆ ਆ ਅੱਜ, ਉਹ ਕਿੱਦਾਂ ਬਣਿਆ ਆ? ਇਹ ਆਪਣੇ ਆਪ ਬਣ ਗਿਆ, ਅਜਿਹੀਆਂ ਘਟਨਾਵਾਂ ਇੱਕ ਤੋਂ ਬਾਅਦ ਇੱਕ ਆਪ ਮੁਹਾਰੇ ਹੋ ਗਈਆਂ ਜਾਂ ਇਹ ਸਿਰਜੀਆਂ ਗਈਆਂ? ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ, ਬਹੁਤ ਬਹੁਤ ਸੈਣੀ ਸਭ ਤੁਹਾਡਾ। ਸਭ ਤੋਂ ਪਹਿਲਾਂ ਤਾਂ ਮੈਂ ਸ਼ੇਖੂ ਸਾਹਿਬ ਇਹੀ ਪੁੱਛਾਂਗਾ ਕਿ ਜਿਹੜਾ ਪਿਛਲੇ ਤੁਸੀਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਕਹਿੰਦੇ ਆ ਕਿ ਸਰਕਾਰ ਆਈ ਹੈ ਸੱਤਾ ਦੇ ਵਿੱਚ, ਇਲੈਕਸ਼ਨਸ ਤੋਂ ਬਾਅਦ ਦਾ ਮਾਹੌਲ ਤੁਸੀਂ ਦੇਖਿਆ, ਉਸ ਤੋਂ ਬਾਅਦ ਆ 3 ਮਹੀਨਿਆਂ ਦੀ ਜਾਂ 2 ਮਹੀਨਿਆਂ ਦੀ ਜਿਹੜੀ ਕਾਰਗੁਜ਼ਾਰੀ ਆ ਸਰਕਾਰ ਦੀ, ਆ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਤੁਹਾਨੂੰ ਕਿਹੜੇ ਪਾਸੇ ਨੂੰ ਜਾਂਦਾ ਹੋਇਆ ਨਜ਼ਰ ਆ ਰਿਹਾ? ਬੜਾ ਅਜੀਬ ਵੀ ਹੈ ਕੁਐਸਚਨ ਅਤੇ ਧੁੱਕਦਾ ਵੀ ਹੈ, ਦੋਨੋਂ ਗੱਲਾਂ ਇਹਦੇ ਵਿੱਚ ਆਉਂਦੀਆਂ। ਕਿਉਂਕਿ ਅਜੀਬ ਇਸ ਕਰਕੇ ਕਿ ਸਮਾਂ ਹੀ ਬਹੁਤ ਥੋੜ੍ਹਾ ਹੋਇਆ। ਆਪਾਂ ਵੀ ਇਸ ਗੱਲ ਨੂੰ ਸੋਚਦਾ ਸੀ, ਮੈਂ ਵੀ ਬੜੀ ਵਾਰ ਗੱਲ ਕਰਦਾ ਸੀ ਕਿ ਘੱਟੋ ਘੱਟ 6 ਮਹੀਨੇ ਇਹਨਾਂ ਦੀ ਵਰਕਿੰਗ ਦੇਖਾਂਗੇ। ਪਰ ਉਹ ਕਿਉਂ ਸਟਾਰਟਿੰਗ ਤੋਂ ਹੀ, ਖੈਰ ਤੁਸੀਂ ਤਾਂ ਅੱਜ ਮੇਰੇ ਕੋਲ ਲੇਟ ਆਏ, ਮੈਂ ਤਾਂ 13 ਅਪ੍ਰੈਲ ਵਿਸਾਖੀ ਵਾਲੇ ਦਿਨ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਇਹਨਾਂ ਦੇ ਪੂਰੀ ਦੀ ਪੂਰੀ ਸਰਕਾਰ ਦੇ ਅਗੇਂਸਟ, ਜਦੋਂ ਇਹਨਾਂ ਨੇ AG STF ਬਣਾ ਕੇ ਅਤੇ ਇਹ ਜਿਹੜਾ ਹੈਗਾ ਨੌਜਵਾਨੀ ਦੇ ਸ਼ਿਕਾਰ ਵਾਸਤੇ ਰਸਤਾ ਖੋਲ੍ਹਿਆ ਸੀ, ਜਿਹੜਾ ਪਿਛਲੀਆਂ ਸਰਕਾਰਾਂ ਕਰਦੀ ਰਹੀਆਂ। ਤਾਂ ਇਸ ਕਰਕੇ ਬਹੁਤ ਜਲਦੀ ਬੋਲਣਾ ਪਿਆ ਸੀਗਾ, ਕਿਉਂਕਿ ਇਹਨਾਂ ਨੇ ਜਿਹੜੇ ਪਹਿਲੇ ਸਟੈਪ ਹੈਗੇ ਆ ਉਹ ਹੀ ਜਿਹੜੇ ਹੈਗੇ ਆ ਉਸ ਪਾਸੇ ਨੂੰ ਨਹੀਂ ਦਿਖਾਈ ਦਿੱਤੇ ਚੱਲਦੇ। ਇਹਨਾਂ ਦੇ ਜਿਹੜੇ ਪਾਸੇ ਚੱਲਦੇ ਚਾਹੀਦੇ ਸੀ ਜਾਂ ਉਹਨੇ ਵਾਅਦੇ ਕਰਕੇ ਆਏ ਸੀ, ਜੋ ਹਾਲਾਤ ਪੰਜਾਬ ਦੇ ਅਸੀਂ ਸੋਚਦੇ ਸੀ, ਪੰਜਾਬੀਆਂ ਨੇ 92 MLA ਦਿੱਤੇ ਸੀ ਇਹਨਾਂ ਨੂੰ, ਜੋ ਵੋਟਾਂ ਪਈਆਂ ਸੀਗੀਆਂ, ਐਕਸਪੈਕਟੇਸ਼ਨ ਸੀਗੀਆਂ। ਤਾਂ ਉਸ ਐਕਸਪੈਕਟੇਸ਼ਨ 'ਤੇ ਇਹਨਾਂ ਨੇ ਉਹ ਇੱਕ ਵੀ ਜਿਹੜਾ ਲਫ਼ਜ਼ ਜਾਂ ਸਟੈਪ ਹੈ ਸਟਾਰਟਿੰਗ ਤੋਂ ਹੀ ਨਹੀਂ ਪੱਟਿਆ ਗਾ। ਰਾਜ ਸਭਾ ਦੇ ਮੈਂਬਰਾਂ ਦਾ ਸਭ ਤੋਂ ਪਹਿਲਾਂ ਸਹੁੰ ਚੱਕ ਸਮਾਗਮ ਤੋਂ ਲੈ ਕੇ ਉੱਥੋਂ ਤੋਂ ਨੁਕਤਾਚੀਨੀ ਸ਼ੁਰੂ ਹੋਈ ਹੈ। ਗੁਜਰਾਤ ਜਾ ਕੇ ਕੇਸਰੀ ਪੱਗ ਬੰਨ੍ਹ ਕੇ ਚਰਖਾ ਕੱਤਣਾ, ਉਸ ਤੋਂ ਬਾਅਦ 5 ਮੈਂਬਰਾਂ ਦੀ ਚੋਣ, ਫਿਰ ਹੁਣ 2 ਮੈਂਬਰ ਜਿਹੜੇ ਹੁਣ ਆ ਗਏ ਉਹਨਾਂ ਦੀ ਚੋਣ। ਅਤੇ ਸਾਰੇ ਸਿਸਟਮ ਦੇ ਵਿੱਚ ਜੇ ਇਹਨਾਂ ਨੇ ਕੁਛ ਠੀਕ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹ ਇੱਕ ਪੰਚਾਇਤੀ ਜ਼ਮੀਨਾਂ ਦਾ ਵਾਲਾ ਗੱਲ ਚੱਲੀ ਸੀ। ਪਰ ਉਹਨੂੰ ਟੈਕਨੀਕਲੀ ਜਦੋਂ ਦੇਖਿਆ ਗਿਆ ਅਤੇ ਜੋ ਜਿਹੜਾ ਪ੍ਰਸ਼ਾਸਨ ਹੈ ਉਹਨੇ ਇਹਨਾਂ ਨੂੰ ਆਪਣੇ ਜਾਲ 'ਚ ਲੈ ਲਿਆ, ਉਹ ਵੀ ਜਿਹੜੀ ਡਰਾਈਵ ਹੈਗੀ ਆਪਣੀ ਲਈ ਹੁਣ ਲੈ ਚੁੱਕੀ ਹੈ। ਉਹ ਫਿਰ ਉਹ ਜਿਹੜੀਆਂ ਤਾਕਤਾਂ ਹਾਵੀ ਹੋ ਕੇ ਅਤੇ ਡਿਫਰੈਂਟ ਉਹਦਾ ਜਿਹੜਾ ਕ੍ਰੀਏਟ ਰੂਪ ਹੋਇਆ। ਜੇ ਇਹਨਾਂ ਨੇ ਕਰਨਾ ਹੀ ਸੀ ਉਹ ਗੱਲ ਤਾਂ ਫਿਰ 2 ਵੱਡੇ ਪਰਿਵਾਰ ਬਹੁਤ ਵੱਡੇ ਡਾਕੇ ਮਾਰ ਕੇ ਬੈਠੇ ਆ। ਇਹ ਉੱਥੋਂ ਸ਼ੁਰੂ ਕਰਦੇ ਬਿਲਕੁਲ ਤਾਂ ਗੱਲ ਬਣਦੀ ਸੀ, ਅਤੇ ਇਹ ਜਿੱਥੋਂ ਸ਼ੁਰੂ ਹੋਇਆ ਉਹ ਉਸ ਪਾਸੇ ਹੀ ਇਹਨਾਂ ਦਾ ਹੋਰ ਨਿਬੜ ਗਿਆ ਕੰਮ। ਕਿਉਂਕਿ ਇਕੱਲੇ ਮੋਹਾਲੀ ਦੇ ਵਿੱਚ ਹੀ, ਮੈਂ ਪਹਿਲਾਂ ਵੀ ਕਹਿ ਚੁੱਕਿਆ, ਇਕੱਲਾ ਮੋਹਾਲੀ ਦੇ ਵਿੱਚ 50,000 ਏਕੜ ਦੇ ਕਰੀਬ ਰਕਬਾ ਇਹਨਾਂ ਵੱਡੇ ਧਨਾੜਾਂ ਨੇ ਦੱਬਿਆ ਹੋਇਆ ਆ। ਪਰ ਅਗਰ ਅਸੀਂ ਪੰਜਾਬ ਦੀ ਅਮਨੋ ਸ਼ਾਂਤੀ ਦੀ ਗੱਲ ਕਰੀਏ, ਕਿਉਂਕਿ ਅੱਜ ਤੁਸੀਂ ਜਿੱਥੇ ਦੇਖ ਰਹੇ ਹੋ ਪੰਜਾਬ ਦਾ ਮਾਹੌਲ ਸਹਿਮ ਦਾ ਮਾਹੌਲ ਬਣਿਆ ਹੈ। ਹਰ ਪਾਸੇ ਐਵੇਂ ਲੱਗ ਰਿਹਾ ਹੈ ਹਰ ਕਿਸੇ ਨੂੰ ਵੀ ਅਸੀਂ ਭੀੜ 'ਚ ਨਾ ਜਾਈਏ, ਕਿਸੇ ਧਰਨੇ 'ਚ, ਰੋਸ਼ ਮੁਜ਼ਾਹਰੇ 'ਚ ਨਾ ਜਾਈਏ, ਪਤਾ ਨਹੀਂ ਕਿੱਥੇ ਗੋਲੀਆਂ ਚੱਲ ਜਾਣ। ਕਿਉਂ? ਮਾਹੌਲ ਨਹੀਂ ਹੈ ਇਹ ਜਿਹਾ ਸਿਰਜਿਆ ਜਾ ਰਿਹਾ ਹੈ, ਬਣਾਇਆ ਜਾ ਰਿਹਾ ਹੈ। ਬਿਲਕੁਲ ਇਹੋ ਜਿਹਾ ਮਾਹੌਲ ਨਹੀਂ ਹੈ। ਸਭ ਤੋਂ ਵੱਡਾ ਰੋਲ ਮੀਡੀਆ ਅਦਾ ਕਰ ਰਿਹਾ ਇਸ ਮਾਮਲੇ ਦੇ ਵਿੱਚ। ਪਿਛਲੀਆਂ ਗੱਲਾਂ ਨੂੰ ਛੱਡਦੀ, ਇਸ ਮੂਸੇਵਾਲਾ ਦਾ ਜਿਹੜਾ ਮੁੰਡਾ ਇਹਦੇ ਕਤਲ ਤੋਂ ਹੀ ਲੈ ਲਈਏ। 4 ਦਿਨ ਹੋ ਗਏ ਅੱਜ TV ਦੇ ਉੱਤੇ, ਹੁਣ ਵੀ ਬਾਹਰ ਮੈਂ ਉੱਠ ਕੇ ਅੰਦਰ ਬੈਠ ਕੇ ਆਇਆ, ਕਿਤੇ ਹੋਈ ਮਾੜੀ ਮੋਟੀ ਖਬਰ ਕੋਈ ਹੋਰ ਜੇ ਆਉਂਦੀ ਹੈ ਉਹ ਵਿਖਾ ਕੇ ਨਾਲ ਦੀ ਨਾਲ ਬੈਕ ਟੂ ਉਹਦੇ 'ਤੇ ਆ ਜਾਂਦਾ।
ਗੈਂਗਸਟਰ ਦੇ ਸਾਹਮਣੇ ਗੈਂਗਸਟਰ ਬਿਠਾਏ ਹੋਏ ਹੈ, ਚੈਲੰਜ ਦਿਖਾਏ ਜਾ ਰਹੇ ਹੈ, ਇਹ ਮਾਹੌਲ ਸਿਰਜਿਆ ਜਾ ਰਿਹਾ ਹੈ। ਤੁਸੀਂ ਸੈਣੀ ਸਾਹਿਬ ਖੁਦ ਇੱਥੇ ਅੱਜ ਹੁਸ਼ਿਆਰਪੁਰ ਤੋਂ ਚੱਲ ਕੇ ਆਏ ਮੇਰੇ ਕੋਲ, ਮੈਂ ਇੱਥੇ ਬੈਠਾ ਹਾਂ, ਕਿੱਥੇ ਮਤਲਬ ਪੰਜਾਬ ਦੇ ਵਿੱਚ ਇਹੋ ਜਿਹੀ ਮਾਹੌਲ ਹੈ ਕਿ ਤੁਹਾਨੂੰ ਟਰੈਵਲ ਕਰਨ ਲੱਗਿਆ ਕੋਈ ਹੋਰ ਦਿੱਕਤ ਕਰਨ ਲੱਗਿਆ ਤੁਹਾਨੂੰ ਇਹ ਲੱਗੇ ਵੀ ਤੁਸੀਂ ਲੁੱਟੇ ਪੱਟੇ ਜਾਓਗੇ ਜਾਂ ਤੁਹਾਡੇ 'ਤੇ ਗੋਲੀਆਂ ਚੱਲ ਜਾਣਗੀਆਂ। ਇੱਕ ਲਿਮਟਿਡ ਬ੍ਰੈਕਟ ਦੇ ਵਿੱਚ ਜਿਹੜਾ ਨੈਰੇਟਿਵ ਹੈ ਉਹਨੂੰ ਸਾਰੇ ਸਿਸਟਮ ਦੇ ਉੱਪਰ ਥੋਪਿਆ ਜਾ ਰਿਹਾ ਕਿ ਸਾਡੇ ਪੰਜਾਬ ਦਾ ਇਹ ਮਾਹੌਲ ਹੈ, ਪੰਜਾਬ ਦਾ ਮਾਹੌਲ ਇਹ ਨਹੀਂ ਹੈ, ਇਹਨੂੰ ਵਿਖਾਇਆ ਜਾ ਰਿਹਾ ਹੈ। ਇਹ ਕੁਛ ਲੋਕ ਜਿਨ੍ਹਾਂ ਨੂੰ ਖਤਰਾ ਹੈਗਾ, ਜਿਨ੍ਹਾਂ ਨੇ ਇਹ ਸਿਰਜਣਾ ਕੀਤੀ ਸੀ, ਇਸ ਜਿਹੜਾ ਚੱਕਰਵਿਊਹ ਹੈਗਾ ਜਿਹਦੇ ਵਿੱਚ ਇਹਨਾਂ ਨੇ ਇਹ ਗੈਂਗਸਟਰ ਕਲਚਰ ਪੈਦਾ ਕੀਤਾ ਸੀ, ਅੱਜ ਉਹਨਾਂ ਨੂੰ ਹੀ ਇਹਨਾਂ ਤੋਂ ਖਤਰਾ ਹੈ, ਉਹਨਾਂ ਨੂੰ ਹੀ ਬਚਾਉਣ ਦੀਆਂ ਕੋਸ਼ਿਸ਼ਾਂ। ਉਹ ਹੁਣ ਤੱਕ ਜਿਹੜਾ ਹੈਗਾ ਕਿਉਂਕਿ ਸਰਕਾਰ ਦਾ ਸਿਸਟਮ ਇਹ ਸੀ, ਇੱਕ ਬਦਲਦੀ ਸੀ, ਆ ਜਾਂਦੀ ਸੀ, ਭਾਈਚਾਰਾ ਇੱਕੋ ਸੀ, ਕੋਈ ਫਰਕ ਨਹੀਂ ਪੈਂਦਾ ਸੀ। ਇਹ ਹੁਣ ਬਦਲ ਕੇ ਜਿਹੜੇ ਵੱਖਰੇ ਆਏ ਆ, ਵੱਖਰੇ ਇਹ ਵੀ ਨਹੀਂ ਆਏ ਕਿਉਂਕਿ ਇਹਨਾਂ ਨੇ 2 ਮਹੀਨਿਆਂ 'ਚ ਕੋਈ ਵੱਖਰਾ ਕੰਮ ਵਿਖਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਤਾਂ ਇਹ ਵੀ ਜਿਹੜੀਆਂ ਉਸੇ ਪਾਸੇ ਹੀ ਚੱਲ ਕੇ ਅਤੇ ਉਹੀ ਜਿਹੜਾ ਤਰੀਕੇ ਨਾਲ ਜੇ ਉਹ ਉਹਨਾਂ ਚੀਜ਼ਾਂ ਨੂੰ ਖਤਮ ਕਰਨਾ ਚਾਹੁੰਦੇ ਆ ਤਾਂ ਫਿਰ ਇਹਨਾਂ ਤੋਂ ਉਮੀਦ ਕੀ ਰੱਖਦੇ ਸੀ? ਨਹੀਂ, ਅਗਰ ਦੇਖੋ ਕਤਲ ਦੀ ਗੱਲ ਕੀਤੀ ਜਾਏ, ਸਿੱਧੂ ਮੂਸੇਵਾਲੇ ਦੀ ਹੀ ਕਤਲ ਦੀ ਅਗਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਕਵਾਇਤਾਂ, ਬਹੁਤ ਸਾਰੀਆਂ ਮੀਡੀਆ ਦੇ ਵਿੱਚ ਖਬਰਾਂ ਚੱਲ ਰਹੀਆਂ ਨੇ, ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੀਗਾ ਜਾਂ ਮਿੱਧੂ ਖੇੜੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਤੇ ਹੁਣ ਹੋਰ ਲੱਖਾ ਸਦਾਣਾ ਉਹ ਵੀ ਕਹਿ ਰਿਹਾ ਕਿ ਮੈਨੂੰ ਧਮਕੀਆਂ ਆ ਰਹੀਆਂ, ਮਨਕੀਰਤ ਔਲਖ ਕਹਿ ਰਿਹਾ ਮੈਨੂੰ ਧਮਕੀਆਂ ਆ ਰਹੀਆਂ ਨੇ, ਸਿਕਿਉਰਿਟੀਜ਼ ਵਧਾਈਆਂ ਜਾਣ। ਪਰ ਮੈਂ ਗੈਂਗਸਟਰਸ ਦੇ ਉੱਤੇ ਹੀ ਆਉਣਾ ਪਹਿਲਾਂ ਤਾਂ ਵੀ ਗੈਂਗਸਟਰਸ ਨੂੰ ਕੀ ਲੋੜ ਪਈ ਹੈ ਇੱਕ ਗਾਇਕ ਨੂੰ ਮਾਰਨ ਦੀ, ਜਾਂ ਅਗਰ ਮੈਂ ਕਹਾਂ ਗੈਂਗਸਟਰਸ ਨੂੰ ਕੀ ਲੋੜ ਪਈ ਹੈ ਇੱਕ ਗੈਂਗਸਟਰ ਦਾ ਕਤਲ ਕਰਨ ਦੀ। ਅਤੇ ਸਭ ਤੋਂ ਅਹਿਮ ਸਵਾਲ, ਗੈਂਗਸਟਰ ਆਇਆ ਕਿੱਥੋਂ, ਇਹਨੂੰ ਜੰਮਿਆ ਕਿਹਨੇ? ਤੁਸੀਂ ਬਹੁਤ ਨੇੜਿਓਂ ਰਹੇ ਆ, ਤਾਂ ਕਰਕੇ ਮੈਂ ਤੁਹਾਡੇ ਤੋਂ ਇਹ ਸਿੱਧੇ ਤੌਰ 'ਤੇ ਪੁੱਛਾਂ ਕਿ ਆਖਿਰ ਕਾਤਲ ਸਿੱਧੂ ਮੂਸੇਵਾਲੇ ਦਾ ਹੈ ਕੌਣ? ਸਿਸਟਮ ਕਾਤਲ ਹੈ ਜੀ, ਠੀਕ ਹੈ। ਸਿਸਟਮ ਦਾ ਜਿਹੜਾ ਸਭ ਤੋਂ ਵੱਡਾ ਦਿਖਾਈ ਦਿੰਦਾ ਜਿਹੜਾ ਬੈਨੀਫਿਸ਼ਰੀ ਹੈ ਉਹ ਦਿਖਾਈ ਦਿੰਦਾ ਹੈਗਾ ਪੋਲੀਟੀਸ਼ੀਅਨ। ਮੈਂ ਦਿਖਾਈ ਦਿੰਦਾ ਲਫ਼ਜ਼ ਯੂਜ਼ ਕਰ ਰਿਹਾ ਕਿਉਂਕਿ ਅਸਲ ਬੈਨੀਫਿਸ਼ਰੀ ਬਿਊਰੋਕਰੇਟ ਹੈ, ਜਿਹੜਾ ਕਿ ਕਦੇ ਵੀ ਇੰਨੀ ਹੁਸ਼ਿਆਰੀ ਨਾਲ ਸਾਰੇ ਇੰਡੀਆ 'ਚ ਕੰਮ ਕਰ ਰਿਹਾ ਕਿ ਕਿਤੇ ਵੀ ਟਾਰਗੇਟਡ ਨਹੀਂ ਹੈਗਾ। ਪੰਜਾਬ ਨੂੰ ਤਾਂ ਛੱਡ ਦਿਓ, ਕਿਤੇ ਵੀ ਟਾਰਗੇਟਡ ਨਹੀਂ ਹੈਗਾ। ਔਰ ਮੇਨ ਜਿਹੜਾ ਹੈਗਾ ਬੈਨੀਫਿਸ਼ਰੀ ਬਿਊਰੋਕਰੇਟ ਹੈ। ਅਗਲਾ ਇਹਦਾ ਪਾਰਟ ਜਿਹੜਾ ਪੋਲੀਟੀਸ਼ੀਅਨ ਆ ਜਾਂਦਾ। ਪੋਲੀਟੀਸ਼ੀਅਨ ਕਿਉਂਕਿ ਅਨਪੜ੍ਹਤਾ ਜਾਂ ਜਿਸ ਤਰ੍ਹਾਂ ਦੇ ਉਹ ਸਿਸਟਮ 'ਚ ਆਉਂਦੇ ਹੈ, ਠੀਕ ਹੈ, ਉੱਠ ਕੇ, ਤਾਂ ਉਸ ਤੋਂ ਬਾਅਦ ਤਾਂ ਉਹ ਆ ਨਹੀਂ ਸਕਦੇ। ਉਹਨਾਂ ਦੀ ਇੱਕ ਲਿਮਟਡ ਹੈ, ਛੱਡ ਕੇ ਜਿਹੜੀ ਕੁਛ ਲੋਕਾਂ ਨੂੰ ਛੱਡ ਕੇ ਵੇਖਿਆ ਜਾਵੇ ਤਾਂ, ਠੀਕ ਹੈ। ਤਾਂ ਇਹ ਲੋਕ ਜਿਹੜੇ ਹੈਗੇ 30-35 ਸਾਲਾਂ ਵਾਸਤੇ ਜਦੋਂ ਆ ਕੇ ਬੈਠਦੇ ਤਾਂ ਇਹ ਸਿਰਜਣਾ ਕਰਦੇ ਸਿਸਟਮ ਨੂੰ ਕਿਵੇਂ ਚਲਾਉਣਾ। ਇਹ ਸਟਾਰਟਿੰਗ ਤੋਂ ਹੀ ਇਹ ਚੀਜ਼ਾਂ ਤੁਸੀਂ ਬੜੇ ਸਿਆਣੇ ਹੋ, ਜੇ ਧਿਆਨ ਨਾਲ ਗੱਲ ਕਰੋ ਸੁਣੋਗੇ ਤਾਂ ਤੁਹਾਨੂੰ ਬਿਲਕੁਲ ਸਮਝ ਆਊਗੀ ਕਿ ਇਹਦਾ ਜਿਹੜਾ ਨਰੇਟਿਵ ਸਿਰਜਿਆ ਗਿਆ ਸੀਗਾ ਕਿ ਇੱਕ ਜਦੋਂ ਚਿੱਟੇ ਦਾ ਮਤਲਬ ਵਪਾਰ, ਚਿੱਟੇ ਦਾ ਵਪਾਰ ਤਾਂ ਉਂਝ ਜੇ ਵੇਖੀਏ ਹੈਰੋਇਨ ਅਤੇ ਫੀਮ ਅਤੇ ਜਿਹੜਾ ਪੋਸਟ ਹੈ ਇਹਦੀ ਬਹੁਤ ਪੁਰਾਣੀਆਂ ਸਮਗਲਿੰਗਾਂ ਚੱਲੀਆਂ ਆਉਂਦੀਆਂ, ਤੁਹਾਡੇ ਮੇਰੇ ਜੰਮਣ ਤੋਂ ਪਹਿਲਾਂ ਦੀਆਂ ਚੱਲਦੀਆਂ। ਉਹ ਇੱਕ ਵੱਖਰਾ ਚੀਜ਼ ਸੀਗੀ। ਜਦੋਂ 2002 ਤੋਂ ਬਾਅਦ ਜਦੋਂ ਮੈਂ ਅੱਗੇ ਵੀ 1-2 ਵਾਰੀ ਕਿਹਾ, ਲੋਕ ਕਈ ਵਾਰੀ ਰੈਪੂਟੇਸ਼ਨ ਹੋ ਜਾਂਦੀ ਵੀ ਜਦੋਂ ਇਹਨੂੰ ਮਜੀਠੀਏ ਨੂੰ ਬਾਹਰ ਜਾਣਾ ਪਿਆ ਸੀਗਾ, ਉਦੋਂ ਸਰਕਾਰ ਇਹਨਾਂ ਦੀ ਆ ਗਈ ਸੀਗੀ 2002 ਦੇ ਵਿੱਚ ਕਾਂਗਰਸ ਦੀ। ਤਾਂ ਉਦੋਂ ਉੱਥੇ ਕੁਛ ਲੋਕਾਂ ਨਾਲ ਜਦੋਂ ਵਾਹ ਪਿਆ, ਰਫਤਾ ਪਿਆ ਉੱਥੇ ਕੈਨੇਡਾ ਅਮਰੀਕਾ ਵਿੱਚ ਜਾ ਕੇ ਉਹਨਾਂ ਦਾ ਜਿਹੜੇ ਉਹ ਸੱਤੇ ਪੈਂਦੇ ਹੋਰੀ ਜਿਹੜੇ ਬੰਦੇ ਹੈਗੇ ਸੀਗੇ ਜੀ, ਉੱਥੋਂ ਫਿਰ ਇੱਕ ਨਵਾਂ ਜਿਹੜਾ ਸਟੇਟ ਸਿਰਜਣਾ ਹੁੰਦੀ ਹੈ ਆਪਣੇ ਸਟੇਟ ਦੇ ਵਿੱਚ, ਜਿਹੜਾ ਅਸਲ ਦੇ ਵਿੱਚ ਇੱਕ ਜਨਰੇਸ਼ਨ ਖਤਮ ਕੀਤੀ ਜਾਂ ਬੇੜਾਗਰ ਕੀਤੀ ਉਹਦੀ, ਉਸ ਚੀਜ਼ ਦੀ, ਕਿ ਉਹ ਇੱਕ ਸਿੰਥੈਟਿਕ ਡਰੱਗ ਜਿਹੜੀ ਸੀਗੀ, ਜਿਹੜੇ ਕੁਛ ਕੈਮੀਕਲ ਦੇ ਮਿਸ਼ਰਣ ਤੋਂ ਬਣਦੀ ਸੀ, ਜਿਹੜੀ ਕਿ ਕਿਸੇ ਜਿਹੜੀ ਚੈਕਿੰਗ ਦੇ ਰਡਾਰ ਵਿੱਚ ਵੀ ਨਹੀਂ ਆਉਂਦੀ ਗੀ, ਠੀਕ ਹੈ। ਉਹ ਜਿਹੜੀ 1000 ਰੁਪਏ ਦੀ ਚੀਜ਼ ਜਿਹੜੀ ਲੱਖਾਂ ਦੇ ਵਿੱਚ ਉਹਦੀ ਉਹਦੀ ਵੇਖ ਕੇ ਵੈਲਿਊ ਬਣਦੀ ਸੀ, ਉਹ ਜਦੋਂ ਵੱਲ ਸਿੱਖਿਆ ਗਿਆ ਇਹਨਾਂ ਕੋਲ, ਇਹਨਾਂ ਨੇ ਵੇਖਿਆ ਗਿਆ, ਅਤੇ ਉਹ ਬੰਦੇ ਜਿਹੜੇ ਇਹਨਾਂ ਦੇ ਕਨੈਕਸ਼ਨ 'ਚ ਆ ਗਏ। ਅਤੇ ਫਿਰ 2006 ਦੇ ਵਿੱਚ ਜਦੋਂ ਲੱਗ ਜਾਂਦਾ ਹੁੰਦਾ ਪਤਾ ਵੀ ਸ਼ਾਇਦ ਸਰਕਾਰ ਆ ਜਾਏ, ਅਤੇ ਉਹ ਨਾਲ ਹੀ ਲੋਕ ਆਏ ਸੀ। 7 'ਚ ਸਰਕਾਰ ਆ ਗਈ, ਉਦੋਂ ਫਿਰ ਸ਼ੁਰੂ ਹੁੰਦਾ ਪੰਜਾਬ ਦੀ ਅਸਲੀ ਬਰਬਾਦੀ ਦਾ ਜਿਹੜਾ ਉਹ ਹੈ। ਫਿਰ ਉਹ ਜਿਹੜੀ ਸਪਲਾਈ ਲੈਣ ਵਾਸਤੇ ਇੱਕ ਸਾਨੂੰ ਚੇਨ ਆਫ ਜਿਹੜੇ ਉਹਨਾਂ ਲੋਕਾਂ ਦੀ ਵੀ ਲੋੜ ਸੀਗੀ। ਤਾਂ ਉਹ ਪਹਿਲਾਂ ਜਦੋਂ ਅੱਤਵਾਦ ਵੇਲੇ ਜਿਸ ਤਰ੍ਹਾਂ ਦਾ ਮਾਹੌਲ ਸੀ ਉਹਦੇ ਵਿੱਚ ਵੀ ਇਸ ਤਰ੍ਹਾਂ ਦੇ ਕੰਮ ਚੱਲਦੇ ਰਹੇ, ਕੁਛ ਲੋਕਾਂ ਨੂੰ ਯੂਜ਼ ਕੀਤਾ ਗਿਆ। ਫਿਰ ਇਹਨੂੰ ਅਗਲੇ ਇਹ ਫੋਰਸ ਦੀ ਲੋੜ ਸੀ ਕਿ ਇਸ ਡਰੱਗ ਨੂੰ ਚਲਾਇਆ ਕਿਵੇਂ ਜਾਵੇ। ਤਾਂ ਉਦੋਂ ਫਿਰ ਉਸ ਤੋਂ ਪਹਿਲਾਂ ਹੀ ਪੋਲੀਟੀਕਲ ਸਿਸਟਮ ਜਿਹੜਾ ਹੈਗਾ 97 ਤੋਂ ਜਦੋਂ ਸਰਕਾਰ 97 ਤੋਂ ਗੁਣੀ, ਉਦੋਂ ਪਿੱਛੇ ਨਾ ਜਾਈਏ, 97 ਤੋਂ ਬਾਅਦ ਪਹਿਲਾਂ ਯਾਰ ਸਰਕਾਰ ਅਕਾਲੀਆਂ ਦੀ ਆਈ, ਫਿਰ ਬਾਅਦ ਇਹਨਾਂ ਉਦੋਂ ਹੀ ਮਤਲਬ ਇਹ ਯੂਥ ਨੂੰ ਟਾਰਗੇਟ ਕਾਲਜਾਂ ਦੇ ਵਿੱਚੋਂ ਕੁਛ ਹੋਰ ਇਸ ਤਰ੍ਹਾਂ ਸਬਜ਼ ਵਿਖਾ ਕੇ ਪੋਲੀਟਿਕਸ ਦੇ ਲਿਆਂਦਾ ਗਿਆ, ਜਿਹਦੇ 'ਚ ਲਾਰੈਂਸ ਬਿਸ਼ਨੋਈ ਹੋ ਰਹੀ ਤਾਂ ਕੱਲ੍ਹ ਦੀਆਂ ਗੱਲਾਂ ਤਾਂ 12 ਦੇ ਵਿੱਚ ਛੋਟਾ ਬੱਚਾ ਸੀ, ਅੱਜ ਤੋਂ 10 ਸਾਲ ਪਹਿਲੇ ਮਤਲਬ ਇਹਨੇ ਜੇ ਵੇਖੀ ਤੁਸੀਂ ਵੀਡੀਓਜ਼ ਤੇ ਯੰਗ ਬਾਏ ਆਫ 17-18 ਸਾਲ, ਹੁਣ ਵੀ 30 ਸਾਲ ਦੀ ਏਜ ਦਾ ਮੁੰਡਾ ਉਹ, ਠੀਕ ਹੈ। ਇਹਦੇ ਵਿੱਚ ਮਤਲਬ ਇਹਨਾਂ ਨੇ ਫਿਰ ਉਹ ਆਪਣਾ ਯੰਗਸਟਰ ਦੇ ਵਿੱਚੋਂ ਚੀਜ਼ਾਂ ਵਾੜ ਕੇ ਉਹ ਬੰਦੇ ਉਹਦੇ ਵਿੱਚੋਂ ਕੱਢ ਕੇ ਅਤੇ ਉਹਨਾਂ ਨੂੰ ਹੈਡ ਕਰਤਾ। ਉਦੋਂ ਬਾਅਦ ਉਹਨਾਂ ਦੇ ਪਿੱਛੇ ਉਹਨਾਂ ਦੇ ਚੇਲੇ ਲਿਆ ਕੇ ਕੱਢ ਕੇ ਇਹਨਾਂ ਨੂੰ ਅਖੀਰ 'ਤੇ ਛੋਟੇ ਪਰਚੇ ਵੱਡੇ ਪਰਚੇ ਹੁੰਦੇ ਘਰੋਂ ਬਾਹਰ ਕੱਢ ਕੇ, ਅਤੇ ਇੱਕ ਜਿਹੜਾ ਗੈਂਗਸਟਰ ਕਲਚਰ, ਜਿਹੜਾ ਗੈਂਗਸਟਰ ਦਾ ਨਾਮ ਹੀ ਨਹੀਂ ਸੁਣਿਆ ਸੀ ਕਦੇ ਕਿਸੇ ਨੇ 2006 ਤੋਂ ਪਹਿਲਾਂ। ਤਾਂ ਇਸ ਡਰੱਗ ਦੀ ਜਿਹੜੀ ਸਪਲਾਈ ਲਾਈਨ ਹੈ ਉਹਦੇ ਵਾਸਤੇ, ਇਹਨੂੰ ਚਲਾਉਣ ਵਾਸਤੇ
ਇਹ ਕਲਚਰ ਜਿਹੜਾ ਹੈਗਾ ਸੀਗਾ ਘਰਾਂ ਚੋਂ ਕੱਢ ਕੇ ਉਹ ਲੋਕ ਜਿਹੜਾ ਨੂੰ ਕਿ ਮਤਲਬ ਮੌਤ ਤੋਂ ਇਲਾਵਾ ਉਹਨਾਂ ਨੂੰ ਕੋਈ ਰਸਤਾ ਨਾ ਬਚਦਾ ਹੋਵੇ, ਉਹ ਸਿਰਜਣਾ ਇਸ ਸਿਸਟਮ ਦੀ ਕੀਤੀ ਗਈ। ਉਸ ਤੋਂ ਬਾਅਦ ਗੈਂਗਸਟਰ ਦਾ ਨਾਮ ਕਦੋਂ ਆ ਗਿਆ, ਗੈਂਗਸਟਰ ਕਿਸੇ ਵੀ ਸਾਡੇ ਪੁਲਿਸ ਦੇ ਰੂਲ ਦੇ ਵਿੱਚ ਜਿਹੜੇ ਡਾਕੂਆਂ ਦੇ ਸੀ ਜਾਂ ਹੋਰ ਚੀਜ਼ਾਂ ਰੈਫਰੈਂਸ ਆਉਂਦੇ ਆ, ਗੈਂਗਸਟਰ ਨਾਮ ਦੀ ਕੋਈ ਚੀਜ਼ ਕਦੇ ਵੀ ਨਹੀਂ ਸੀਗੀ, ਠੀਕ ਹੈ। ਤਾਂ ਕਿਹੜੇ ਕ੍ਰਾਈਟੇਰੀਆ ਬਣਾ ਕੇ ਇਹਨਾਂ ਨੇ ਕਰ ਦਿੱਤਾ, ਕਿਹੜੀ ਇਹਨਾਂ ਦੀ ਕੈਟੇਗਰੀਆਂ 1 2 3 ਕਰ ਦਿੱਤੀਆਂ, ਇਹ ਸਭ ਪੁਲਿਸ ਜਿਹੜੀ ਹੈਗੀ ਆ ਉਹਦੀ ਮਾਈਂਡ ਗੇਮਸ ਹੈਗੀਆਂ, ਬ੍ਰੇਨ ਚਾਈਲਡ ਕਹਿ ਸਕਦੇ, ਕੁਝ ਵੀ ਇਹਦੇ 'ਚ ਇਹਦਾ ਕੋਈ ਕ੍ਰਾਈਟੇਰੀਆ ਨਹੀਂ ਹੈਗਾ ਕੀ ਹੈਗਾ। ਬਾਕੀ ਬੰਬੇ ਦਾ ਜਿਹੜਾ ਸੀਗਾ ਉੱਥੋਂ ਦਾ ਸਿਸਟਮ ਹੋਰ ਸੀਗਾ, ਉੱਥੇ ਬਹੁਤ ਪੁਰਾਣਾ ਚੱਲਦਾ ਗੈਂਗਸਟਰ ਸਿਸਟਮ, ਪਰ ਸਾਡੇ ਨਹੀਂ ਸੀਗਾ। ਇੱਕ ਡਰੱਗ ਦੀ ਦੇਣ ਹੈ। ਪੋਲੀਟੀਸ਼ੀਅਨ ਜਿਹੜਾ ਹੈਗਾ ਉਹ ਮੇਨ ਬੈਨੀਫਿਸ਼ਰੀ ਮੈਂ ਤੁਹਾਨੂੰ ਕਿ ਦੱਸਿਆ ਕਿ ਉਹ ਹੈਗਾ ਬਿਊਰੋਕਰੇਟ, ਬਟ ਦਿਖਾਈ ਦਿੰਦਾ ਜਿਹੜਾ ਹੈਗਾ ਉਹ ਹੈ। ਅਤੇ ਜਿਹੜੀ ਮਤਲਬ ਡਾਇਰੈਕਟ ਜਿਹੜੀ ਦੇਖ ਰੇਖ ਹੈ ਉਹ ਪੋਲੀਟੀਸ਼ੀਅਨ ਦੀ ਨਿਗਰਾਨੀ ਵਿੱਚ ਹੋਈ ਹੈ। ਅਤੇ ਉਹ 2006 ਤੋਂ ਬਾਅਦ ਲੈ ਕੇ 2017 ਤੱਕ ਇਹਨਾਂ ਦੀਆਂ ਸਰਕਾਰਾਂ ਜਿਹੜੀਆਂ ਦੋ ਚੱਲੀਆਂ, ਅਤੇ ਉਦੋਂ ਬਾਅਦ 22 ਤੱਕ ਜਿਹੜੀ ਹੁਣ ਇਹ ਗਈ ਹੈ ਸਰਕਾਰ ਇਹਨਾਂ ਦੀ। ਕਿਉਂਕਿ ਜਿੰਨਾ ਇਹਨਾਂ ਨੇ 10 ਸਾਲ ਦੀ ਸਰਕਾਰ ਦੇ ਵਿੱਚ ਅਕਾਲੀਆਂ ਨੇ ਕੀਤਾ, ਉਹਨਾਂ ਨੇ 5 ਸਾਲਾਂ ਵਿੱਚ ਉਦੋਂ ਸ਼ਾਇਦ ਕਈ ਗੁਣਾ ਵੱਡਾ ਕਰ ਦਿੱਤਾ। ਪਰ ਇਹਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਤੁਹਾਡੇ ਹਿਸਾਬ ਦੇ ਨਾਲ ਕਿ ਗੈਂਗਸਟਰਸ ਜਿੰਨੇ ਵੀ ਸਰਕਾਰਾਂ ਨੇ ਪੈਦਾ ਕੀਤੇ ਨੇ ਜਾਂ ਪੋਲੀਟੀਸ਼ੀਅਨਸ ਨੇ ਪੈਦਾ ਕੀਤੇ ਨੇ, ਉਹ ਸਿਰਫ ਯੂਜ਼ ਐਂਡ ਥਰੂ ਹੀ ਕਰਦੇ ਨੇ ਕਿ ਜਦੋਂ ਤੱਕ ਜਿਸ ਦੀ ਲੋੜ ਹੈਗੀ ਆ ਉਹਨੂੰ ਵਰਤਿਆ, ਅਤੇ ਉਸ ਤੋਂ ਬਾਅਦ ਜੇਲ੍ਹਾਂ 'ਚ ਡੱਕ ਦਿੱਤਾ, ਜੇ ਲੋੜ ਪੈ ਗਈ ਤਾਂ ਫਿਰ ਤੋਂ ਜੇਲ੍ਹਾਂ ਤੋਂ ਬਾਹਰ ਕਢਵਾ ਲਿਆ। ਅਤੇ ਇੱਕ ਹੁਣ ਵੀ ਮੀਡੀਆ ਦੇ ਵਿੱਚ ਇਹ ਚੀਜ਼ ਬਹੁਤ ਆ ਰਹੀ ਹੈ ਕਿ ਹਾਲ ਹੀ ਦੇ ਵਿੱਚ ਰਾਜਸਥਾਨ ਤੋਂ ਲਾਰੈਂਸ ਨੂੰ ਦਿੱਲੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਕਿ ਇਹਦੀ ਸਾਰੀ ਮਰਡਰ ਦੀ ਪਲੈਨਿੰਗ ਦਿੱਲੀ ਜੇਲ੍ਹ ਦੇ ਵਿੱਚ ਹੋਈ ਹੈ। ਦੂਸਰਾ ਚੀਜ਼ ਇਹ ਇਹਦੇ ਨਾਲ ਹੀ ਕਿ ਪੰਜਾਬ ਪੁਲਿਸ ਨੇ ਮੌਕੇ ਦੇ ਉੱਤੇ ਜਿੱਥੇ ਉਸ ਦਾ ਮਰਡਰ ਹੋਇਆ ਕਾਫੀ ਖੋਲ ਬਰਾਮਦ ਕੀਤੇ ਨੇ, 3 ਅਲੱਗ-ਅਲੱਗ ਤਰ੍ਹਾਂ ਦੀਆਂ ਰਿਵਾਲਵਰਸ, ਗਨਸ ਇਸਤੇਮਾਲ ਹੋਈਆਂ। ਅਤੇ ਉਸ ਦੇ ਵਿੱਚ ਸਭ ਤੋਂ ਅਹਿਮ ਚੀਜ਼ ਇਹ ਕਿ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੂੰ ਇਹ ਬਹੁਤ ਚੰਗੀ ਤਰ੍ਹਾਂ ਪਤਾ ਸੀ ਕਿ ਸਿਕਿਉਰਿਟੀ ਗਾਰਡਸ ਜਿਹੜੇ ਨੇ ਉਹਨਾਂ ਕੋਲ AK-47 ਹੈ। ਇਸ ਕਰਕੇ ਉਹਨਾਂ ਨੇ ਕਿਹਾ ਕਿ ਉਹਨਾਂ ਤੋਂ ਬੈਟਰ ਹਥਿਆਰ ਸਾਨੂੰ ਚਾਹੀਦੇ ਨੇ, ਤਾਂ ਫਿਰ ਰਸ਼ੀਅਨ ਗਨ ਪਹੁੰਚਦੀ ਹੈ ਪੰਜਾਬ। ਇੱਥੇ ਕਿਸੇ ਸਿੰਘ ਦੇ ਕੋਲ, ਸਿੱਖ ਦੇ ਕੋਲ ਜਾਂ ਕਿਸੇ ਆਮ ਬੰਦੇ ਕੋਲ 4 ਰੌਂਦ ਵੀ ਐਕਸਟਰਾ ਹੋਣ ਤਾਂ ਮਿੰਟ 'ਚ ਉੱਤੇ ਪਰਚੇ ਹੋ ਜਾਂਦੇ ਨੇ। ਅਤੇ ਫਿਰ ਇਹਨਾਂ ਦਾ ਖੂਫੀਆ ਤੰਤਰ ਕਿੱਥੇ ਸੀ, ਇਹਨਾਂ ਦੀਆਂ ਏਜੰਸੀਆਂ ਕਿੱਥੇ ਸੀ? ਤੁਹਾਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਪੁਲਿਸ ਅਤੇ ਪ੍ਰਸ਼ਾਸਨ ਕਿਤੇ ਨਾ ਕਿਤੇ ਕਾਣਾ ਹੋਇਆ ਬੈਠਾ ਹੈ, ਜਾਂ ਕਹਿ ਸਕਦੇ ਹਾਂ ਕਿ ਪੂਰੀ ਦਾਲ ਹੀ ਕਾਲੀ ਹੈ? ਜਿਹੜੀਆਂ ਤੁਸੀਂ ਅਮਨੀਸ਼ਨ ਜਾਂ ਅਸਲੇ ਦੀ ਗੱਲ ਕੀਤੀ ਹੈ, ਇੱਥੋਂ ਹੀ ਗੱਲ ਸਾਰੀ ਜਿਹੜੀ ਹੈਗੀ ਆ ਅੱਖਾਂ ਖੁੱਲ੍ਹਦੀਆਂ ਦੇਖ ਕੇ ਵੀ ਹੋਇਆ ਕੀ ਹੈਗਾ। ਇਹ ਜਿਹੜਾ ਟਾਪ ਆਫ ਸਟੈਂਡਰਡ ਆ ਤੁਸੀਂ ਦੱਸ ਰਹੇ ਹੋ ਨਾ, ਇਹ ਜਿਹੜਾ ਗੈਂਗਸਟਰ ਦੇ ਲੈਵਲ ਤੋਂ ਉੱਪਰ ਦੀ ਗੱਲ ਹੈਗੀ। ਇਹ ਏਜੰਸੀਆਂ ਦਾ ਹੀ ਸਿਸਟਮ ਹੈਗਾ। ਕਿਉਂ ਇਲੈਕਸ਼ਨ ਦੇ ਟਾਈਮ 'ਚ ਇਹ ਮਰਡਰ ਹੋਇਆ? ਈਵਨ ਇਹਦੇ ਵਿੱਚ ਇਹ ਵੀ ਗੱਲ ਆਈ ਸੀ ਕਿ ਕੋਈ ਸਰਕਾਰੀ ਅਮਨੀਸ਼ਨ ਵੀ ਵਰਤਿਆ ਗਿਆ, ਮੈਨੂੰ ਨਹੀਂ ਪਤਾ, ਮੈਂ ਜੋ ਸੁਣਿਆ ਮੀਡੀਆ 'ਚ ਗੱਲ, ਠੀਕ ਹੈ। ਉਹਦੇ ਬਾਰੇ ਕੋਈ ਕਲੈਰੀਫਿਕੇਸ਼ਨ ਨਹੀਂ ਆਏਗੀ, ਕਿਉਂਕਿ ਸਰਕਾਰੀ ਅਮਨੀਸ਼ਨ ਜੇ ਉੱਥੋਂ ਫੜਿਆ ਤਾਂ ਪਤਾ ਹੀ ਹੈ ਅਮਨੀਸ਼ਨ ਕਿੱਥੋਂ ਇਸ਼ੂ ਹੁੰਦਾ, ਤਾਂ ਕੋਈ ਰੌਲਾ ਹੀ ਨਹੀਂ ਹੈਗਾ। ਇਹਦਾ ਇੰਨੇ ਚਿਰ ਦਾ ਕੰਮ ਹੈ ਅੱਜ ਦੀ ਡੇਟ ਵਿੱਚ ਪਤਾ ਕਰਨਾ, ਉਹਦੇ ਬਾਰੇ ਚੁੱਪ ਸ਼ਾਂਤੀ ਹੈਗੀ ਹੈ। ਹੁਣ ਉਹ ਕਿਹੜਾ ਵੈਪਨ ਸੀ, ਕਿਹਨੂੰ ਇਸ਼ੂ ਹੋਇਆ ਵਾ, ਇੱਕ ਇਹ ਜਾਂਚ ਦਾ ਵਿਸ਼ਾ ਹੈ, ਅਤੇ ਇਹ ਜਵਾਬ ਦਾ ਵਿਸ਼ਾ ਵੀ ਉਹਦੇ ਬਾਰੇ ਕਦੇ ਗੱਲ ਹੋਈ ਨਹੀਂ। ਜਿਹੜੀਆਂ ਰਸ਼ੀਅਨ ਗਨਾਂ ਦੀ ਤੁਸੀਂ ਗੱਲ ਕਰਦੇ ਹੋ, ਜਿਹੜੀ ਸਮਗਲਿੰਗ ਗਨਸ ਦੀ ਹੁੰਦੀ ਹੈ ਉੱਪਰਲੇ ਲੈਵਲ 'ਤੇ, ਇਹ ਸਭ ਏਜੰਸੀਆਂ ਦੀ ਦੇਖ ਰੇਖ 'ਚ ਹੁੰਦੀ ਹੈ। ਤੁਸੀਂ ਕੀ ਸਮਝਦੇ ਹੋ, ਜੇ ਆਪਾਂ ਕਹਿੰਦੇ ਇੰਡੀਆ ਦੇ ਵਿੱਚ ISI ਬਹੁਤ ਨੁਕਸਾਨ ਕਰਾ ਰਹੀ ਹੈ ਜਾਂ ਕੁਛ ਹੋ ਰਹੀ ਹੈ, ਕੀ ਸਾਡੀਆਂ ਏਜੰਸੀਆਂ ਨਹੀਂ ਬਾਹਰਲੀ ਕੰਟਰੀ 'ਚ ਕੰਮ ਕਰ ਰਹੀਆਂ? ਇਹ ਉਸ ਲੈਵਲ ਦੀ ਜਿਹੜੀ ਅਸਲੇ ਵੱਡੇ ਜਿਹੜੇ ਸੋਫਿਸਟੀਕੇਟਡ ਅਸਲਾ ਜਿਹੜਾ ਹੁੰਦਾ ਨਾ, ਇਹ ਏਜੰਸੀਆਂ ਦੀ ਨਿਗਰਾਨੀਆਂ ਵਿੱਚ ਹੀ ਆਇਆ ਹੁੰਦਾ। ਤਾਂ ਇਲੈਕਸ਼ਨ ਦੇ ਟਾਈਮ ਵਿੱਚ ਇਸ ਮਰਡਰ ਦਾ ਹੋਣਾ ਗੈਂਗਸਟਰ ਸਿਸਟਮ ਤੋਂ ਉੱਪਰ ਦੀ ਗੱਲ ਦੱਸਦਾ। ਗੱਲ ਕੱਲ੍ਹ ਨੂੰ ਕੁਛ ਵੀ ਆ ਜਾਵੇ, ਮੈਂ ਆਪਣੀ ਗੱਲ ਨੂੰ ਅਥੈਂਟਿਕ 100% ਥੋੜ੍ਹਾ ਕਹਿ ਸਕਦਾ, ਮੈਂ ਤਾਂ ਕਿਆਸ ਰਾਹੀਂ ਸਿਸਟਮ ਨੂੰ ਦੇਖ ਕੇ ਕਹਿ ਸਕਦਾ, ਪਰ ਇਹਦੇ ਵਿੱਚ 100% ਜਿਹੜਾ ਹੈਗਾ ਦਿਖਾਈ ਦਿੰਦਾ ਕਿ ਇਹ ਏਜੰਸੀਆਂ ਦਾ ਹੀ ਕੰਮ ਹੈ। ਕੌਣ ਬੈਨੀਫਿਸ਼ਰੀ ਇਹਦਾ ਆਉਣ ਵਾਲੇ ਸਮੇਂ 'ਚ ਹੋਊਗਾ। ਪਹਿਲੇ ਦੇਖੋ ਇਹਨਾਂ ਨੇ ਇੱਕ ਮੰਤਰੀ ਆਪਣਾ ਅੰਦਰ ਕੀਤਾ ਆਪ ਵਾਲਿਆਂ ਨੇ, ਅਤੇ ਇਹਨਾਂ ਦੀ ਜਿਹੜੀ ਗ੍ਰਾਫ ਡਿੱਗਿਆ ਹੋਇਆ 2 ਮਹੀਨਿਆਂ ਦਾ ਸੀ, ਇੱਕਦਮ ਚੱਕ ਕੇ ਛੱਤ 'ਤੇ ਚੜ੍ਹ ਗਿਆ, ਠੀਕ ਹੈ। ਉਸ ਗ੍ਰਾਫ ਨੂੰ ਇੰਨੀ ਕੁ ਬੁਰੀ ਤਰੀਕੇ ਨਾਲ ਇਸ ਘਟਨਾ ਨੇ ਤੋੜ ਦਿੱਤਾ ਕਿ ਹੁਣ ਇਹ ਗੋਡਿਆਂ ਥੱਲੇ ਵੀ ਜ਼ਮੀਨ 'ਤੇ ਬੈਠੇ ਵੀ ਨਹੀਂ ਦਿਖਾਈ ਦੇ ਰਹੇ। ਹੁਣ ਦੇਖੋ ਇਹ 'ਚ ਬੈਨੀਫਿਸ਼ਰੀ ਕੌਣ ਹੈ? ਜੋ ਚੀਜ਼ਾਂ ਹੁਣ ਚੱਲ ਰਹੀਆਂ ਅੱਜ ਦੀ ਡੇਟ 'ਚ ਇਹਦੇ 'ਤੇ ਕੋਈ ਜਿਹੜਾ ਰਿਜ਼ਲਟ ਕੱਢਣਾ ਹੈਗਾ ਔਖਾ, ਪਰ ਆਉਣ ਵਾਲੇ 2 4 5 10 ਦਿਨਾਂ 'ਚ ਬਹੁਤ ਚੀਜ਼ਾਂ ਸਪਸ਼ਟ ਹੋਣਗੀਆਂ। ਰਿਜ਼ਲਟ ਇਲੈਕਸ਼ਨ ਦੇ ਦੱਸਣਗੇ ਵੀ ਕਦੋਂ ਕੀ ਹੋਇਆ ਸੀ ਅਤੇ ਕੀ ਨਹੀਂ ਹੋਇਆ ਸੀਗਾ। ਬੜੀਆਂ ਗੱਲਾਂ ਨੂੰ ਕਿਸੇ ਵੀ ਤਰੀਕੇ ਨਾਲ ਜੋੜਿਆ ਜਾ ਸਕਦਾ। ਜੇ ਇਹ ਮਰਡਰ ਇਸ ਟਾਈਮ 'ਚ ਨਾ ਹੁੰਦਾ ਤਾਂ ਇਹਨੂੰ ਪੋਲੀਟੀਕਲ ਕਦੇ ਵੀ ਸ਼ੇਪ ਦੇਣ ਦੀ ਲੋੜ ਨਹੀਂ ਸੀਗੀ, ਕਿਉਂਕਿ ਉਹ ਮੁੰਡੇ ਦੇ ਜਿਹੜੇ ਗਾਣੇ ਸੀਗੇ ਜਾਂ ਜੋ ਇਸ ਤਰ੍ਹਾਂ ਦਾ ਉਹਦਾ ਵਿਚਰਨਾ ਸੀਗਾ, ਕਿਉਂਕਿ ਹੁਣ ਬਾਅਦ ਦੀ ਗੱਲ ਹੈ, ਮੈਂ ਕੋਈ ਫੋਲੋਅਰ ਨਹੀਂ ਹੈਗਾ ਜਾਂ ਬਹੁਤਾ ਸੁਣਦੇ ਨਹੀਂ, ਮੈਂ ਤਾਂ ਇੱਕ 295 ਗਾਣਾ ਸੁਣ ਕੇ ਉਹਦੀ ਤਾਰੀਫ ਕਰਦਾ ਹੁੰਦਾ ਸੀਗਾ, ਠੀਕ ਹੈ। ਉੱਥੋਂ ਲੱਗ ਰਿਹਾ ਸੀਗਾ ਕਿ ਜਿਸ ਤਰ੍ਹਾਂ ਦਾ ਇਹਨਾਂ ਦਾ ਆਪਸ ਵਿੱਚ ਚੱਲ ਰਿਹਾ, ਉਹ ਜਿਹੜਾ ਹੈਗਾ ਇਹਦਾ ਰਿਜ਼ਲਟ ਇਹ ਜਿਹਾ ਪਹਿਲਾਂ ਵੀ ਆ ਸਕਦਾ ਸੀਗਾ। ਜਿਸ ਤਰ੍ਹਾਂ ਧਮਕੀਆਂ ਆਪਸ ਦੇ ਵਿੱਚ ਮੈਂ ਗੱਲ ਕਰਾਂ, ਕੋਈ ਇਹ ਨਹੀਂ ਕੋਈ ਗੈਂਗਸਟਰ ਤਾਂ ਬਾਅਦ 'ਚ ਇਨਵੋਲਵ ਹੁੰਦੇ ਆ ਜਦੋਂ ਕੋਈ ਘਟਨਾ ਹੁੰਦੀ ਹੈ। ਜਿਹੜੇ ਆਪਸ 'ਚ ਮਨਕੀਰਤ ਔਲਖ ਕੋਈ ਹੋਰ ਨਾਮ ਹੋਣਗੇ, ਮੈਨੂੰ ਬਹੁਤਾ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਵੀ ਇਹਨਾਂ ਦਾ ਆਪਸ 'ਚ ਕੀ ਚੱਲ ਰਿਹਾ। ਇੱਕ ਬੰਦਾ ਜਿਹੜਾ ਹੈਗਾ ਇੱਕਦਮ ਰਾਕਟ ਵਾਂਗੂ ਸ਼ੂਟ ਕਰਕੇ ਹੋਰ ਤਾਂ ਚੜ੍ਹ ਗਿਆ, ਅਤੇ ਉਹ ਸਾਰਿਆਂ ਲਈ ਮਤਲਬ ਅੱਖ ਦਾ ਵਿੱਚ ਰੜਕਣ ਵਾਲਾ ਕਰੋੜਾ ਬਣ ਗਿਆ, ਠੀਕ ਹੈ। ਇਹ ਜਿਹੜਾ ਹੈਗਾ ਕਾਮਨ ਜੈਲਸੀ ਫੈਕਟਰ ਆਪਣੇ ਪੰਜਾਬੀਆਂ 'ਚ, ਜੱਟਾਂ 'ਚ, ਕਿਤੇ ਵੀ ਕਹ ਲਓ, ਇਹ ਹੈਗਾ। ਅਤੇ ਖਾਸ ਤੌਰ 'ਤੇ ਇਸ ਫੀਲਡ ਦੇ ਵਿੱਚ ਜਿਹੜੇ ਕਲਾਕਾਰ ਤੁਰੇ ਫਿਰਦੇ ਆ, ਹੌਲੇ ਜਿਹੇ ਕਿਰਦਾਰ ਦੇ ਆ, ਅਤੇ ਮੇਰੀ ਗੱਲ ਦਾ ਗੁੱਸਾ ਤਾਂ ਬੜਾ ਆਉਂਦਾ ਹੁੰਦਾ ਇਹਨਾਂ ਨੂੰ, ਪਰ ਜੇ ਆਪਾਂ ਬੇਸਿਕਲੀ ਵੇਖਿਆ ਜਾਵੇ, ਕੋਈ ਕਿਸੇ ਦਾ ਉਹ ਬੇਸਿਕ ਕਿਰਦਾਰ ਜਿਹੜਾ ਹੈਗਾ ਸੇਧ ਦੇਣ ਵਾਲਾ,
ਉਹ ਮੈਨੂੰ ਨਹੀਂ ਕੋਈ ਦਿਖਾਈ ਦਿੰਦਾ ਕਿ ਜਿਹਨੇ ਈਵਨ ਗੁਰਦਾਸ ਮਾਨ ਵਰਗੇ ਨੇ ਪੰਜਾਬੀ ਬੋਲੀ ਦੇ ਨਾਮ 'ਤੇ ਪਤਾ ਨਹੀਂ ਕੀ ਕੁਛ ਖੁੱਟਿਆ ਤੇ ਕੀ ਕੁਛ ਬਣਾਇਆ, ਠੀਕ ਹੈ, ਅਤੇ ਕਦੇ ਉਹਦਾ ਯੋਗਦਾਨ ਮੈਨੂੰ ਪੰਜਾਬੀ ਦੇ ਵਿੱਚ ਯੂਥ ਦੇ ਵਿੱਚ ਜਾਂ ਕਿਸੇ ਉਹਦੇ 'ਚ ਉਹਦੇ ਬੱਚਤ ਵੱਲ ਉਹਦੇ ਭਲਾਈ ਵੱਲ ਜਾਂਦਾ ਕਦੇ ਮੈਨੂੰ ਦਿਖਾਈ ਨਹੀਂ ਦਿੱਤਾ। ਅੱਜ ਵੀ ਸਤਿੰਦਰ ਸਰਤਾਜ ਅਤੇ ਕੰਵਰ ਗਰੇਵਾਲ ਵਰਗੇ ਇੱਕ ਦਾ ਕੋਈ ਨਾਮ ਹੋਰ ਮੈਂ ਭੁੱਲਦਾ ਹੋਊਗਾ, ਇਹਨਾਂ ਨੂੰ ਛੱਡ ਦਈਏ ਤਾਂ ਪੰਜਾਬੀ ਗਾਇਕੀ ਹੈਗੀ ਕਿੱਥੇ ਹੈ, ਕਰ ਕੀ ਰਹੇ ਇਹ। ਤਾਂ ਸਾਰਾ ਇਹ ਜਿਹੜਾ ਸਿਸਟਮ ਬਣਿਆ ਹੋਇਆ ਇਹ ਬੜਾ ਹੀ ਮਤਲਬ ਮੰਦਭਾਗਾ ਪੰਜਾਬ ਦੀ ਜਵਾਨੀ ਵਾਸਤੇ। ਪਹਿਲੀ ਗੱਲ ਤਾਂ ਹੈ, ਅਤੇ ਮੈਂ ਉਹਦੇ 'ਚ ਚੰਗਿਆਈ ਇਹ ਦੇਖਦਾ ਹੁੰਦਾ ਸੀਗਾ ਉਸ ਮੁੰਡੇ ਦੇ ਵਿੱਚ ਕਿ ਜਿਹੜਾ ਬੰਦੇ ਕੋਲ ਇੰਨੀ ਪਾਵਰ ਹੈ, ਕਰੋੜਾਂ ਦੀ ਜਿਹੜੀ ਦੇ ਕੋਲ ਫੋਲੋਇੰਗ ਹੈਗੀ ਹੈ, ਅੱਜ ਭਾਵੇਂ ਉਹ ਇਸ ਹੋਰ ਪਾਸੇ ਤੁਰਿਆ ਹੋਇਆ ਅਤੇ ਜੇ ਤਾਂ ਯੰਗ ਹੈ 28 19 ਸਾਲ 29 ਸਾਲ ਦਾ ਬੱਚਾ, ਉਹਨੂੰ ਕੱਲ੍ਹ ਨੂੰ ਸਾਡੇ ਵਰਗੇ ਲੋਕ ਜੇ ਅੱਜ ਡਾਈਵਰਟ ਹੋ ਕੇ ਪੁਲਿਸ ਮਹਿਕਮੇ ਦੇ ਵਿੱਚੋਂ ਇਹੋ ਜਿਹੇ ਚਿੱਕੜਾਂ 'ਚੋਂ ਨਿਕਲ ਕੇ ਅੱਜ ਜੇ ਚੰਗੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਤਾਂ ਉਹਦੇ ਕੋਲ ਤਾਂ ਬਹੁਤ ਟਾਈਮ ਸੀਗਾ। ਤਾਂ ਉਹ ਬੰਦਾ ਜਿਹੜਾ ਪੰਜਾਬ ਵਾਸਤੇ ਜਿਹੜਾ ਹੈਗਾ ਬਹੁਤ ਵੱਡਾ ਮਤਲਬ ਇੱਕ ਐਸਟ ਸਾਬਤ ਹੋ ਸਕਦਾ ਸੀ, ਜਿਹਦਾ ਮੈਂ ਨੁਕਸਾਨ ਆਪਣੇ ਪਾਰਟ ਤੋਂ ਗਿਣਦਾ ਕਿ ਉਹਦਾ ਜਾਣਾ ਜਿਹੜਾ ਨੁਕਸਾਨਦੇਹ ਹੋਇਆ। ਨੁਕਸਾਨਦੇਹ ਹੈ, ਉਹ ਤਾਂ ਹੈ ਹੀ, ਪਰ ਇਸ ਦੇ ਨਾਲ ਇੱਕ ਹੋਰ ਚੀਜ਼ ਨੂੰ ਜੋੜ ਕੇ ਦੇਖਿਆ ਜਾ ਰਿਹਾ। ਤੁਹਾਨੂੰ ਪਤਾ ਹੋਵੇਗਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਇੱਕ ਐਕਸੀਡੈਂਟ ਹੁੰਦਾ ਹੈ 15 ਫਰਵਰੀ ਨੂੰ ਸੰਦੀਪ ਸਿੰਘ ਦੀਪ ਸਿੱਧੂ ਦਾ, ਅਤੇ ਉਸਨੇ ਸਿਮਰਨਜੀਤ ਸਿੰਘ ਮਾਨ ਨੂੰ ਸਪੋਰਟ ਖੋਲ੍ਹ ਕੇ ਕੀਤੀ ਸੀ ਅਤੇ ਉਹਦਾ ਪ੍ਰਚਾਰ ਕੈਂਪੇਨ ਵੀ ਕਰ ਰਿਹਾ ਸੀ। ਉਸ ਤੋਂ ਬਾਅਦ ਹੁਣ MP ਇਲੈਕਸ਼ਨਸ ਨੇ ਅਤੇ ਇਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਵਾਸਤੇ ਸਿੱਧੂ ਮੂਸੇਵਾਲਾ ਸਾਹਮਣੇ ਆ ਜਾਂਦਾ ਹੈ ਅਤੇ ਉਹ ਖੁੱਲ੍ਹ ਕੇ ਕੈਂਪੇਨ ਕਰਨ ਦੀ ਗੱਲ ਕਰਦਾ ਹੈ ਅਤੇ ਇਸ ਦਾ ਇਹ ਮਰਡਰ ਹੋ ਜਾਂਦਾ ਹੈ। ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਇਹ ਜਸਟ ਇਤਫਾਕ ਲੱਗਦਾ ਜਾਂ ਲੱਗਦਾ ਵੀ ਇਹਦੇ ਪਿੱਛੇ ਕੋਈ ਬਹੁਤ ਵੱਡੀ ਸਿਆਸਤ ਸੀ ਕਿ ਜਿਹੜੇ ਵੀ ਨੌਜਵਾਨ ਨੇ ਪੰਜਾਬ ਦੇ ਨੇ ਸੰਤਾਂ ਦੀ ਖੁੱਲ੍ਹ ਕੇ ਗੱਲ ਕੀਤੀ ਹੋਵੇ, ਅਨੰਦਪੁਰ ਦੇ ਮਤੇ ਦੀ ਖੁੱਲ੍ਹ ਕੇ ਗੱਲ ਕੀਤੀ ਹੋਵੇ, ਕੌਮ ਦੇ ਹੱਕਾਂ ਦੀ ਗੱਲ ਰੱਖਦਾ ਹੋਵੇ ਹਿੱਕ ਠੋਕ ਕੇ, ਉਹੀ ਕਿਉਂ ਚੱਕੇ ਗਏ ਜਾਂ ਉਹੀ ਕਿਉਂ ਠੋਕੇ ਗਏ? ਇਹਦੇ 'ਚ ਮੈਂ ਇੱਕ ਤਾਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਜੀ, ਮੈਂ ਤਾਂ ਕੋਈ ਮਾਨ ਸਾਹਿਬ ਦਾ ਸਪੋਰਟਰ ਨਹੀਂ ਹੈਗਾ ਪਹਿਲੀ ਗੱਲ, ਨਾ ਹੀ ਮੈਂ ਵਿਰੋਧੀ ਹੈਗਾ। ਇਸ ਟੌਪਿਕ 'ਤੇ ਮੈਂ ਕਾਫੀ ਵੋਕਲਾਂ 'ਤੇ ਬੋਲਦਾ ਰਹਿੰਦਾ, ਪਰ ਮੈਂ ਕੁਛ ਚੀਜ਼ਾਂ ਬਾਰੇ ਚੁੱਪ ਰਹਿਣਾ ਸਮਝਦਾ ਹੁੰਦਾ, ਠੀਕ ਹੈ। ਤਾਂ ਇਸ ਕਰਕੇ ਮੈਂ ਉਸ ਕ੍ਰਾਈਟੇਰੀਆ ਤਾਂ ਆਉਂਦਾ ਨਹੀਂ ਹੈਗਾ ਕਿ ਮੈਂ ਉਹਨਾਂ ਦਾ ਸਪੋਰਟਰ ਹਾਂ ਅਤੇ ਕੱਲ੍ਹ ਨੂੰ ਮੇਰੀ ਵੀ ਹਾਲਤ ਉਸ ਤਰ੍ਹਾਂ ਦੀ ਹੋ ਸਕਦੀ ਜਿਹੜੀ ਕਿ ਉਹਨਾਂ ਦੀ ਹੋਈ ਹੈ। ਅਤੇ ਦੂਜੀ ਗੱਲ ਇਹ ਹੈ ਕਿ ਇਹ ਜਿਹੜੀਆਂ ਗੱਲਾਂ ਉੱਦਾਂ ਦੀ ਹਾਲਤ ਕਿਉਂ ਹੋ ਸਕਦੀ ਹੈ, ਮੈਂ ਜ਼ਰੂਰ ਜਾਣਨਾ ਚਾਹਾਂਗਾ। ਗੱਲ ਕਰ ਰਹੇ ਹਾਂ, ਤੁਸੀਂ ਮੈਨੂੰ ਉਦਾਹਰਨ ਦਿੱਤੀ ਵੀ ਦੋ ਬੰਦੇ ਜਿਹੜੇ ਉਹਨਾਂ ਦੇ ਸਪੋਰਟਰ ਸੀ ਉਹ ਗਏ, ਤਾਂ ਮੈਂ ਤਾਂ ਆਪਣਾ ਕਿਹਾ ਵੀ ਆਪਾਂ ਚਲੋ ਇਸ ਗੱਲੋਂ ਤਾਂ ਇਸ ਕੈਪ ਤੋਂ ਤਾਂ ਬਚੇ ਹੋਏ ਨਾ ਵੀ ਅਸੀਂ ਸਪੋਰਟਰ ਤਾਂ ਨਹੀਂ ਹੈਗੇ, ਵੀ ਕੱਲ੍ਹ ਨੂੰ ਇਹੋ ਜਿਹੇ ਹਾਲਾਤ ਬਣਨ ਦੇ ਸਾਡੇ ਨਾਲ ਚਾਂਸ ਤਾਂ ਨਹੀਂ ਹੈਗੇ। ਪਰ ਫਿਰ ਵੀ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਅਜੇ ਸਮੇਂ ਤੋਂ ਪਹਿਲਾਂ ਇਹਦੇ 'ਤੇ ਜਿਹੜੀ ਟਿੱਪਣੀ ਕਰਨੀ ਹੈਗੀ ਹੈ ਉਹ ਵਾਜਬ ਨਹੀਂ ਹੋਊਗੀ। ਮੈਂ ਤੁਹਾਨੂੰ ਕਿਹਾ ਸੀ ਬੈਨੀਫਿਸ਼ਰੀ ਦੇਖਦੇ ਕੌਣ ਹੈ, ਜੇ ਬੈਨੀਫਿਸ਼ਰੀ ਇਹ ਨਿਕਲਦੇ ਆ ਜਾਂ ਕੋਈ ਹੋਰ ਹੁੰਦਾ ਫਿਰ ਬਹੁਤ ਕੁਝ ਬੋਲਣ ਨੂੰ ਹੈਗਾ, ਫਿਰ ਮੈਂ ਬਹੁਤਾ ਉਹ ਵੀ ਨਹੀਂ ਹੁੰਦਾ। ਪਰ ਅੱਜ ਦੀ ਡੇਟ ਵਿੱਚ ਜਿਹੜਾ ਇਸ ਵਿਸ਼ੇ 'ਤੇ ਜਿਹੜੇ ਗੱਲ ਤਫਸੀਲ 'ਚ ਕਰਨੀ ਜਿਹੜੀ ਕਿ ਮੈਂ ਜੇ ਕੁਛ ਦਿਨਾਂ ਵਾਸਤੇ ਠੀਕ ਨਹੀਂ ਸਮਝਦਾ। ਚਲੋ ਬਟ ਫਿਰ ਵੀ ਮੈਂ ਤਾਂ ਸੰਗਤ ਨੂੰ ਇਹੀ ਕਹਾਂਗਾ ਕਿ ਸਾਨੂੰ ਆਪ ਇਹ ਚੀਜ਼ਾਂ ਕਿਤੇ ਨਾ ਕਿਤੇ ਸੋਚਣੀਆਂ ਚਾਹੀਦੀਆਂ ਨੇ ਕਿ ਜੇਕਰ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ ਜਾਂ ਸੰਤਾਂ ਦੀ ਗੱਲ ਕਰਦੇ ਹਾਂ ਜਾਂ ਪੰਜਾਬੀ ਸੂਬੇ ਦੀ ਗੱਲ ਕਰਦੇ ਹਾਂ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਹਾਂ, ਕੋਈ ਵੀ ਨੌਜਵਾਨ ਕਰਦਾ ਹੋਵੇ, ਮੈਂ ਸਿਰਫ ਦੀਪ ਸਿੱਧੂ ਜਾਂ ਸਿੱਧੂ ਮੂਸੇਵਾਲੇ ਦੀ ਗੱਲ ਨਹੀਂ ਕਰ ਰਿਹਾ, ਕੋਈ ਵੀ ਨੌਜਵਾਨ ਕਰਦਾ ਹੋਵੇ ਅਤੇ ਉਹ ਕਿਉਂ ਅੱਖਾਂ 'ਚ ਜ਼ਿਆਦਾਤਰ ਰੜਕਦਾ ਆ, ਅਤੇ ਆਖਿਰ ਕਿਉਂ ਸੱਤਾ ਅਤੇ ਸਿਆਸਤ ਜਿੱਦਾਂ ਇਹ ਕਹਿੰਦੇ ਨੇ ਕਿ ਬੈਨੀਫਿਸ਼ਰੀ ਕੌਣ ਹੈ, ਉਹਨਾਂ ਨੂੰ ਕਿਉਂ ਲੱਗਦਾ ਕਿ ਇਹ ਹੁਣ ਨਹੀਂ ਰਹਿਣਾ ਚਾਹੀਦਾ? ਉਹਦੇ ਪਿੱਛੇ ਰੀਜ਼ਨਸ ਕੋਈ ਵੀ ਹੋਣ। ਵੱਡੇ ਤੋਂ ਵੱਡਾ ਸਾਡਾ ਸਿਆਸਤਦਾਨ ਵੀ ਸਾਡਾ ਆਪਣਾ ਨਹੀਂ ਹੈ ਅਤੇ ਤੁਸੀਂ ਉਸ 'ਤੇ ਭਰੋਸਾ ਨਹੀਂ ਕਰ ਸਕਦੇ। ਕਈ ਅਜਿਹੇ ਨੇ ਜਿਹੜੇ ਪੰਥਕ ਮੁਖੌਟੇ ਪਾ ਕੇ ਗੱਦਾਰ ਬਣ ਕੇ ਭੂਮਿਕਾ ਉਹ ਨਿਭਾ ਰਹੇ ਨੇ, ਸਾਨੂੰ ਉਹ ਵੀ ਲੱਭਣੇ ਪੈਣੇ ਨੇ। ਪਰ ਗੱਲ ਉੱਥੇ ਆ ਜਾਂਦੀ ਹੈ ਵੀ ਪੁਲਿਸ ਅਤੇ ਪ੍ਰਸ਼ਾਸਨ ਜਿਨ੍ਹਾਂ ਕੋਲ ਸਾਰੇ ਸਬੂਤ ਹੈ ਨੇ, ਮੌਕੇ ਦੇ ਉੱਤੋਂ ਉਹਨਾਂ ਨੇ ਕਈ ਖੋਲ ਬਰਾਮਦ ਕੀਤੇ, 30-40 ਰਾਊਂਡ ਫਾਇਰਿੰਗ ਉੱਥੇ ਹੋਈ, ਗੱਡੀਆਂ 3 ਸੀਗੀਆਂ, ਗੱਡੀਆਂ ਦੀ ਫੁਟੇਜਸ ਹੈਗੀਆਂ ਨੇ। ਅੱਜ ਦੀ ਡੇਟ ਦੇ ਵਿੱਚ ਅਸੀਂ ਇੰਨਾ ਕਿ ਇਲੈਕਟ੍ਰੋਨਿਕ ਡਿਵਾਈਸਿਸ ਦੇ ਵਿੱਚ ਸਾਡੇ ਕੋਲ ਟੈਕਨੋਲੋਜੀ ਇੰਨੀ ਕੀ ਹੈਗੀ ਹੈ ਕਿ ਅਸੀਂ ਉਸ ਲੋਕੇਸ਼ਨ ਦੇ ਵਿੱਚ ਕਿੰਨੇ ਕੀ ਫੋਨ ਉਦੋਂ ਐਕਟਿਵ ਸੀ, ਕਿੰਨੀਆਂ ਗੱਲਾਂ ਕਿੱਥੇ ਕਿਹੜੇ ਨੰਬਰ ਤੋਂ ਹੋਈਆਂ ਨੇ, ਸਾਰੀ ਕਾਲ ਰਿਕਾਰਡ ਤੱਕ ਨਿਕਲ ਕੇ ਆ ਸਕਦੀ ਹੈ। ਸਿੱਧੂ ਮੂਸੇਵਾਲੇ ਦੇ ਘਰ ਤੋਂ ਲੈ ਕੇ ਮੇਨ ਲੋਕੇਸ਼ਨ ਤੱਕ ਦੀ, ਉਹ ਘਰੋਂ ਨਿਕਲਿਆ ਜਿੱਦਾਂ ਕਿਹਾ ਗਿਆ ਕਿ ਬੁਲੇਟ ਪ੍ਰੂਫ ਗੱਡੀ ਸੀ, 2 ਗਨਮੈਨ ਸੀ, ਗਨਮੈਨ ਲੈ ਕੇ ਨਾਲ ਨਹੀਂ ਗਿਆ, ਉਹ ਗਲਤੀ ਸੀ। ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਨੇ ਅਤੇ ਇੱਕ ਪਾਸੇ ਪੁਲਿਸ ਅਤੇ ਪ੍ਰਸ਼ਾਸਨ ਦੀ ਆਪਣੀ ਇੱਕ ਜ਼ਿੰਮੇਵਾਰੀ ਹੈ ਲੋਕਾਂ ਨੂੰ ਸੇਫ ਰੱਖਣ ਦੀ। ਹੁਣ ਜੇ ਉਹੀ ਪੁਲਿਸ ਪ੍ਰਸ਼ਾਸਨ ਆਪਣੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਰਿਹਾ ਹੈ ਤਾਂ ਪੰਜਾਬ ਦੇ ਆਮ ਲੋਕ ਕਿੱਥੋਂ ਸੇਫ ਨੇ, ਜਦੋਂ ਇੱਕ VIP ਨੂੰ ਸਰੇਆਮ ਸੜਕ ਉੱਤੇ ਗੋਲੀਆਂ ਨਾਲ ਭੁੰਨ ਕੇ ਮੌਤ ਦੇ ਘਾਟ ਉਤਾਰ ਦਿੱਤਾ। ਠੀਕ ਹੈ, ਤੁਹਾਡੀ ਗੱਲ ਤੁਹਾਡੀ ਸਾਰੀ ਗੱਲ ਦੇ ਵਿੱਚ ਤੁਹਾਡਾ ਉੱਤਰ ਵੀ ਛੁਪਿਆ ਹੋਇਆ ਇਸ ਕੁਐਸਚਨ ਦੇ ਵਿੱਚ। ਜਿੰਨੀਆਂ ਵੀ ਤੁਸੀਂ ਗੱਲਾਂ ਕੀਤੀਆਂ, ਇਹ ਮੇਰਾ ਵੀ ਇਹੀ ਜਵਾਬ ਸੀ ਕਿ ਇਹ ਹਾਲਾਤ ਹੈਗੇ ਅਤੇ ਇਹ ਕਿਉਂ ਹੈ। ਇਹ ਹੀ ਮਤਲਬ ਜਿਹੜਾ ਤੁਸੀਂ ਕਹਿੰਦੇ ਹੋ ਇਹਨਾਂ ਦੀ ਜ਼ਿੰਮੇਵਾਰੀ ਕੀ ਹੈਗੀ ਹੈ। ਪੁਲਿਸ ਪ੍ਰਸ਼ਾਸਨ ਤਾਂ ਇੱਕ ਰੇਪ ਦੀ ਪੀੜਤ ਔਰਤ ਨੂੰ 1.5 ਸਾਲ ਤੋਂ ਅਸੀਂ ਉਹਦੇ ਪਿੱਛੇ ਸੰਘਰਸ਼ ਕਰ ਰਹੇ ਹਾਂ ਬੈਠ ਕੇ, ਅਤੇ ਇਹਨਾਂ ਨੂੰ ਇੰਨੀ ਸ਼ਰਮ ਨਹੀਂ ਹੈਗੀ ਕਿ ਮਤਲਬ ਇੰਨਾ ਹੀ ਧੀਆਂ ਭੈਣਾਂ ਪੰਜਾਬ ਦੀਆਂ ਹੈਗੀਆਂ, ਸਹੀ ਸਲਾਮਤ ਗੱਲ ਹੈ। ਇੱਕ MLA ਦੂਜੇ ਪਾਸੇ ਹੈਗਾ ਤਾਂ ਉੱਥੇ ਅਸੀਂ ਇਨਸਾਫ ਨਹੀਂ ਦੇ ਸਕਦੇ।
ਇਸ ਕਰਕੇ ਇਸ ਤਰ੍ਹਾਂ ਦੇ ਬਹੁਤ ਅਜਿਹੀਆਂ ਘਟਨਾਵਾਂ ਜਿੱਥੇ ਪੁਲਿਸ ਨਾਮ ਦੀ ਸੰਸਥਾ ਨੂੰ ਮੈਂ ਦੱਸਦਾ ਨਾ ਵੀ ਇਹ ਬਿਲਕੁਲ ਖਤਮ ਹੋ ਚੁੱਕੀ ਹੈ। ਇਹਨਾਂ ਦੇ ਕੋਲ ਕੁਝ ਨਹੀਂ ਹੈਗਾ, ਐਡਮਿਨਿਸਟ੍ਰੇਸ਼ਨ ਕੋਲੇ ਕੁਝ ਨਹੀਂ ਹੈਗਾ। ਐਡਮਿਨਿਸਟ੍ਰੇਸ਼ਨ ਆਪਣੀ ਗੇਮ ਖੇਡ ਕੇ ਪੋਲੀਟੀਸ਼ੀਅਨਾਂ ਤੋਂ ਜੋ ਕਰਾਉਂਦੀ ਹੈ ਉਹ ਜਿਹੜਾ ਹੈ ਉਹ ਨੰਗਾ ਨਾਚ ਜਿਹੜਾ ਸਾਹਮਣੇ ਚੱਲ ਰਿਹਾ ਉਹ ਤੁਹਾਡੇ ਸਾਹਮਣੇ। ਪਰ ਤੁਸੀਂ ਇਸ ਤੋਂ ਪਹਿਲਾਂ ਗੱਲ ਕੀਤੀ ਸੀ ਪੰਥ ਦੀ ਜਾਂ ਧਰਮ ਦੇ ਨਾਮ 'ਤੇ ਕੁਛ ਜਿਹੜੀ ਵੀ ਕੌਣ ਹੈਗਾ, ਮਤਲਬ ਕੌਣ ਗੱਲ ਕਰਦਾ, ਹਾਂ ਉਹਦੇ ਬਾਰੇ ਮਤਲਬ ਮੈਂ ਆਪਣੇ ਲਫ਼ਜ਼ ਜਾਂ ਜੋ ਦੋ ਇੱਕ ਮਿੰਟ ਦੇ ਵਿੱਚ ਆਪਣੀ ਗੱਲ ਕਹਿਣੀ ਜ਼ਰੂਰ ਚਾਹਾਂਗੇ ਕਿ ਜਿੰਨਾ ਚਿਰ ਧਰਮ ਨੂੰ ਸਿਆਸਤ ਤੋਂ ਵੱਖ ਨਹੀਂ ਕੀਤਾ ਜਾਂਦਾ, ਠਲ ਇਹ ਵੱਖਰੀ ਗੱਲ ਹੈ ਕਿ ਗੱਲ ਕਿਸੇ ਨੇ ਨਹੀਂ ਕੀਤੀ, ਉਹਨਾਂ ਚਿਰ ਪੰਜਾਬ ਦਾ ਭਵਿੱਖ ਜਿਹੜਾ ਹੈਗਾ ਮੈਨੂੰ ਤਾਂ ਉਹ ਠੀਕ ਦਿਖਾਈ ਦਿੰਦਾ ਨਹੀਂ। ਪੰਜਾਬੀ ਹੋਣਾ ਬਹੁਤ ਜ਼ਰੂਰੀ ਹੈ, ਪੰਥਕ ਹੋਣਾ ਕੋਈ ਜ਼ਰੂਰੀ ਨਹੀਂ। ਪੰਜਾਬ 'ਚ ਸਾਰਾ ਕੁਝ ਆ ਜਾਂਦਾ, ਪੰਜਾਬ ਗੁਰਾਂ ਦੇ ਨਾਂ 'ਤੇ ਵਸਦਾ, ਐਵੇਂ ਨਹੀਂ ਕਿਹਾ ਜਾਂਦਾ। ਜਿੰਨਾ ਚਿਰ ਅਸੀਂ ਪੰਜਾਬੀ ਨਹੀਂ ਬਣਦੇ, ਉਹਦੇ ਵਿੱਚੋਂ ਅਸੀਂ ਧਰਮ ਨਹੀਂ ਕੱਢਦੇ, ਉਹਦੇ 'ਚੋਂ ਅਸੀਂ ਜਾਤ ਪਾਤ ਨਹੀਂ ਕੱਢਦੇ, ਸਾਡੀ ਸਟੇਟ ਨੂੰ ਮਤਲਬ ਕਿਸੇ ਵੀ ਸਹੀ ਪਾਸੇ ਲੈ ਕੇ ਜਾਣਾ ਬਹੁਤ ਔਖਾ ਹੋ ਜਾਊਗਾ। ਔਰ ਕਿਸੇ ਨੇ ਕਰ ਨਹੀਂ ਦੇਣਾ ਇਹ, ਅਗਲੀ ਗੱਲ ਇਹ ਹੈਗੀ ਹੈ ਕਿਉਂਕਿ ਸਾਰੇ ਪਾਸੇ ਇਹਨਾਂ ਦੁਕਾਨਾਂ ਦੇ ਉੱਤੇ ਹੀ ਸਭ ਤੋਂ ਵੱਡੀ ਜਿਹੜੀ ਹੈਗੀ ਸਾਡਾ ਤਜਾਰਤ ਹੋ ਰਹੀ ਹੈ। ਸਭ ਤੋਂ ਵੱਧ ਸਾਨੂੰ ਲੁੱਟਿਆ ਜਾ ਰਿਹਾ, ਆਮ ਇਨਸਾਨ ਲੁੱਟਿਆ ਜਾ ਰਿਹਾ ਇਸ ਨਾਮ 'ਤੇ, ਧਰਮ 'ਤੇ, ਗੁਰਦੁਆਰਿਆਂ ਦੇ, ਮੰਦਰਾਂ ਦੇ, ਮਸੀਤਾਂ ਦੇ, ਕੋਈ ਵੀ ਕੌਮ, ਮੈਂ ਪਾਰਟੀਕੂਲਰਲੀ ਕਿਸੇ ਬਾਰੇ ਗੱਲ ਨਹੀਂ ਕਰਦਾ। ਜਿੰਨਾ ਚਿਰ ਅਸੀਂ ਇਸ ਪੰਥ ਪ੍ਰਸਤੀ 'ਚੋਂ, ਇਸ ਧਾਰਮਿਕ ਸਿਸਟਮ ਦੇ ਵਿੱਚੋਂ ਆਪਣੇ ਆਪ ਨੂੰ ਜਾਗਦੇ ਹੋਏ ਕੱਢ ਕੇ ਆਪਣੇ ਪੰਜਾਬੀ ਹੋਣ ਦਾ ਇੱਕ ਹੋਂਦ ਜਿਹੜੀ ਹੈਗੀ ਜਿਹਦੇ 'ਚ ਸਾਡਾ ਦਲਿਤ ਹੈ, ਜਿਹਦੇ 'ਚ ਸਾਡਾ ਹਿੰਦੂ ਹੈ, ਜਿਹਦੇ 'ਚ ਸਿੱਖ ਹੈ, ਜੋ ਈਸਾਈ, ਜੋ ਪੰਜਾਬ ਵਿੱਚ ਰਹਿੰਦਾ ਆਦਮੀ ਹੈ ਜਾਂ ਭਾਰਤ ਵਿੱਚ ਰਹਿੰਦਾ ਆਦਮੀ ਹੈ, ਉਹ ਧਰਮ ਤੋਂ ਜਿਹੜਾ ਪਾਸੇ ਜਦੋਂ ਕਰਕੇ ਹੁਣ ਕੀ ਹੋ ਰਿਹਾ ਰਾਜਨੀਤੀ, ਆਪਾਂ RSS BJP ਦੀ ਗੱਲ ਕਰ ਲੈਂਦੇ ਹਾਂ, ਕੀ ਕਰਨਾ ਚਾਹੁੰਦੇ ਨੈਸ਼ਨਲਿਜ਼ਮ ਦੇ ਤੌਰ ਨਾਂ 'ਤੇ ਪੰਜਾਬ ਨੂੰ ਹਿੰਦੁਸਤਾਨ ਬਣਾ ਕੇ ਇੱਕ ਰੰਗ 'ਚ ਰੰਗਣਾ ਚਾਹੁੰਦੇ। ਇਹ ਮੁਲਕ ਗੁਲਦਸਤਾ ਹੈ, ਇਹ ਇੱਕ ਰੰਗ ਦੇ ਫੁੱਲ ਨਹੀਂ ਹੋ ਸਕਦੇ। ਇਹਦੇ ਵਿੱਚ ਭਗਵਾ ਜਿਹੜੇ ਰੰਗ ਦੇ ਫੁੱਲ ਇਕੱਠੇ ਜੇ ਜੋ ਸੁਪਨੇ ਇਹਨਾਂ ਦੇ ਹੈਗੇ ਉਹ ਨਹੀਂ ਹੋਣੇ। ਜੇ ਛੱਡ ਦੇਣਗੇ ਇਹਨਾਂ ਗੱਲਾਂ ਨੂੰ ਤਾਂ ਸਾਰਾ ਮੁਲਕ ਜਿਹੜਾ ਹੈਗਾ ਐਨ ਬਿਲਕੁਲ ਇਸ ਤੋਂ ਵਧੀਆ ਕੋਈ ਮੁਲਕ ਦੀ ਕੋਈ ਕਿਸੇ ਤੇ ਪਾਸੇ ਜਗਰਾਫੀਕਲੀ ਕਹਿ ਲਓ, ਜੋ ਗੱਲਾਂ ਵੀ ਕਹਿ ਲਓ, ਇੰਨਾ ਅਮੀਰ ਮੁਲਕ ਆ ਸਾਡਾ, ਪਰ ਜੋ ਸਿਸਟਮ ਇਹਨੂੰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਕਿਤੇ ਵੀ ਇਹ ਬਣਨਾ ਨਹੀਂ ਹੈਗਾ, ਉਹਦੇ 'ਚ ਬਰਬਾਦੀ ਹੀ ਹੋਣੀ ਹੈ। ਇਹ ਤਾਕਤਾਂ ਨੂੰ ਪੁੱਛਣ ਵਾਲਾ ਤਾਂ ਕੋਈ ਹੈ ਨਹੀਂਗਾ। ਪਰ ਮੈਂ ਗੱਲ ਫਿਰ ਆਪਣਾ ਸ਼ਾਰਟ 'ਤੇ ਲਿਆ ਕੇ ਪੰਜਾਬ 'ਚ ਖ਼ਤਮ ਕਰਾਂ ਕਿ ਆਪਾਂ ਨੂੰ ਪੰਜਾਬੀ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਇਹ ਗੱਲ ਆਮ ਲੋਕ ਤੱਕ ਪਹੁੰਚ ਗਈ ਕਿ ਸਾਨੂੰ ਧਰਮ ਜਿਹੜਾ ਹੈਗਾ ਉਹ ਇੱਕ ਇੰਡੀਵਿਜੂਅਲ ਵਿਸ਼ਾ ਹੈ, ਤੁਹਾਡਾ ਆਪਣਾ ਪਰਸਨਲ ਹੈ, ਤੁਹਾਨੂੰ ਇਹਦੇ ਬਾਰੇ ਗੱਲ ਹੀ ਨਹੀਂ। ਪੋਲੀਟਿਕਸ ਦੇ ਨਾਲ ਤਾਂ ਹੋਣਾ ਹੀ ਨਹੀਂ ਚਾਹੀਦਾ, ਮੇਲੇ ਦਾ ਨੇੜੇ ਤੇੜੇ ਵੀ ਨਹੀਂ ਹੋਣਾ ਚਾਹੀਦਾ, ਪਰ ਅਸੀਂ ਹਰ ਚੀਜ਼ ਧਰਮ ਨੂੰ ਅੱਗੇ ਕਰਕੇ ਕਰਦੇ ਹਾਂ। ਇਹ ਮੇਰੇ ਇਸ ਬਾਰੇ ਪਰਸਨਲ ਵਿਚਾਰ ਹੈ, ਕਿਸੇ ਨੂੰ ਬੁਰੇ ਲੱਗੇ ਹੁਣ ਤਾਂ ਮੈਂ ਉਦੋਂ ਬਿਲਕੁਲ ਬਿਲਕੁਲ ਤੁਹਾਡੇ ਆਪਣੇ ਪਰਸਨਲ ਵਿਚਾਰ ਹੈ ਨੇ। ਪਰ ਅਗਰ ਸਿੱਖ ਕਮਿਊਨਿਟੀ ਦੀ ਅਗਰ ਇਕੱਲੇ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕਿਉਂਕਿ ਛੇਵੀਂ ਪਾਤਸ਼ਾਹੀ ਨੇ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ ਸੀ, ਅਤੇ ਬਹੁਤ ਪਹਿਲਾਂ ਵੀ ਬੜੇ ਪ੍ਰੋਗਰਾਮਸ ਦੇ ਵਿੱਚ ਇਹ ਗੱਲ ਕਹਿ ਚੁੱਕਿਆ ਕਿ ਧਰਮ ਹੇਠ ਰਾਜਨੀਤੀ ਸੀ, ਰਾਜਨੀਤੀ ਨੂੰ ਪੈਰ ਦੀ ਜੁੱਤੀ ਤੇ ਧਰਮ ਨੂੰ ਸਿਰ ਦੀ ਪੱਗ ਰੱਖਿਆ ਸੀ ਸਾਡੇ ਗੁਰਾਂ ਨੇ। ਪਰ ਅੱਜ ਉਲਟ ਗੱਲ, ਅਤੇ ਅੱਜ ਉਹੀ ਹੈ ਕਿ ਬਾਦਲ ਵਰਗੇ ਕੁਝ ਹੈ ਨੇ ਜਿਹਨਾਂ ਨੇ ਜੁੱਤੀ ਨੂੰ ਚੱਕ ਕੇ ਸਿਰ 'ਤੇ ਰੱਖ ਲਿਆ। ਮੈਂ ਤਾਂ ਸਰੇਆਮ ਕਹਿਣਾ ਆ, ਬਹੁਤ ਸਾਰੇ ਹੋਰ ਵੀ ਅਜਿਹੇ ਹੈ ਨੇ। ਅਤੇ ਧਰਮ ਹੇਠ ਰਾਜਨੀਤੀ ਚੰਗੀ ਲੱਗਦੀ ਸੀ, ਰਾਜਨੀਤੀ ਹੇਠ ਧਰਮ ਕਦੇ ਨਹੀਂ ਸੀ ਚੰਗਾ ਲੱਗਦਾ। ਅਤੇ ਉਹੀ ਕਹਿਣਾ ਮਤਲਬ ਇਹਨਾਂ ਦਾ ਸੀਗਾ ਕਿ ਅਸੀਂ ਰਾਜਨੀਤੀ ਨੂੰ ਧਰਮ ਤੋਂ ਵੱਖ ਕਰੀਏ। ਪਰ ਸਿੱਖ ਕੌਮ ਆਪਣੇ ਫਲਸਫੇ 'ਤੇ ਰਹਿੰਦੀ ਹੈ, ਨਹੀਂ ਕਰ ਸਕਦੀ। ਪਰ ਹਾਂ ਬਾਕੀ ਜਿਹੜੇ ਧਰਮ ਹੈ ਨੇ ਉਹ ਘੱਟੋ ਘੱਟ ਆਪਣੇ ਆਪ ਨੂੰ ਪੰਜਾਬੀ ਸਮਝਣ, ਜਿਹੜੇ ਪੰਜਾਬੀ ਬੋਲਦੇ ਇਲਾਕੇ ਦੇ ਹੈ ਨੇ, ਜਿਹੜੇ ਹਿੰਦੂ ਵੀਰ ਨੇ, ਮੁਸਲਮਾਨ ਨੇ, ਬੋਧੀ ਨੇ, ਜੈਨੀ ਨੇ, ਕੋਈ ਵੀ ਨੇ। ਪੰਜਾਬ, ਹਰਿਆਣਾ, ਹਿਮਾਚਲ ਇੱਕੋ ਹੀ ਸੂਬਾ ਸੀ। ਸੋਚ ਸਮਝ ਕੇ ਇਹਨੂੰ ਤੋੜਿਆ ਗਿਆ ਆ, ਵੱਢਿਆ ਗਿਆ ਆ। ਤੁਸੀਂ ਅੱਜ ਸੋਚ ਕੇ ਦੇਖ ਲਓ, ਜੇਕਰ ਹਰਿਆਣਾ ਅਤੇ ਹਿਮਾਚਲ ਨੂੰ ਪੰਜਾਬ ਦੇ ਨਾਲ ਜੋੜ ਦਿੱਤਾ ਜਾਵੇ ਤਾਂ ਪੰਜਾਬ ਅਤੇ ਹਰਿਆਣੇ ਅਤੇ ਹਿਮਾਚਲ ਦੇ ਕਿੰਨੇ ਸਿਆਪੇ ਨੇ ਜਿਹੜੇ ਸਿਆਸੀ ਪਾਏ ਹੋਏ ਨੇ ਅਤੇ ਜਿਹੜੇ ਅੱਜ ਮੁੱਕ ਜਾਣ। ਫਿਰ ਗੱਲ ਚਾਹੇ ਰਾਜਧਾਨੀ ਦੀ ਹੋਵੇ ਜਾਂ SYL ਦੀ ਹੋਵੇ। ਇੱਕ ਗੱਲ ਇਹਦੇ 'ਚ ਹੋਰ ਐਡ ਕਰ ਦਿੰਦਾ ਕਿ ਤੁਸੀਂ ਸਿਰਫ ਇਹਨੂੰ ਨਾ ਗਿਣੋ। ਪੰਜਾਬ ਜਿਹੜਾ ਸੀਗਾ ਨਾ, ਪੰਜਾਬ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਤੱਕ ਲੈ ਕੇ UP ਦਾ ਬਹੁਤ ਵੱਡਾ ਪਾਰਟ ਅਤੇ ਰਾਜਸਥਾਨ ਸੀਗਾ। ਉਹਦੇ 'ਚ ਜੰਮੂ ਕਸ਼ਮੀਰ ਵੀ ਆਉਂਦਾ ਹੈ, ਉਹਦੇ 'ਚ ਉੱਤਰਾਂਚਲ ਵੀ ਆਉਂਦਾ, ਉਹਦੇ 'ਚ ਹਿਮਾਚਲ ਵੀ ਆਉਂਦਾ, ਉਹਦੇ 'ਚ ਹਰਿਆਣਾ ਵੀ ਆਉਂਦਾ, ਉਹਦੇ 'ਚ ਦਿੱਲੀ ਵੀ ਆਉਂਦੀ ਹੈ। ਇਹ ਹੈ ਪੰਜਾਬ, ਠੀਕ ਹੈ। ਪਰ ਅੱਜ ਜੇ ਇਹਨੂੰ ਪੰਜਾਬ ਕਹਾਂਗੇ ਤਾਂ ਬੜੇ ਲੋਕਾਂ ਨੂੰ ਤਕਲੀਫ ਹੁੰਦੀ ਕਿਉਂਕਿ ਇਹਨਾਂ ਨੇ ਸਾਨੂੰ ਇੰਨੀ ਦੂਰ ਤੱਕ ਵੰਡ ਦਿੱਤਾ ਹੈ। ਪਰ ਮੈਂ ਅੱਜ ਕਹਾਂਗਾ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਰੀਜਨਲ ਪਾਰਟੀ ਉੱਠੂਗੀ ਪੰਜਾਬ 'ਚੋਂ ਹੀ, ਭਾਵੇਂ ਪੰਜਾਬ ਇਹ ਛੋਟਾ ਰਹਿ ਗਿਆ ਹੈ, ਪਰ ਉੱਠੂਗੀ ਇਹ ਪੰਜਾਬ 'ਚੋਂ, ਕਿਉਂਕਿ ਬਾਕੀ ਸਟੇਟਾਂ ਦੇ ਵਿੱਚ ਉਹ ਹਾਲਾਤ ਨਹੀਂ ਹੈਗੇ ਜਿਹੜੇ ਅੱਜ ਵੀ ਆਪਣੀ ਸਟੇਟ ਦੇ ਵਿੱਚ। ਮੈਂ ਮਾਣ ਕਰਦਾ ਇਸ ਗੱਲ ਦਾ ਕਿ ਇੱਥੋਂ ਰੈਵੋਲੂਸ਼ਨਾਂ ਜਿਹੜੀਆਂ ਹੋਈਆਂ, ਇਹ ਬਹੁਤ ਵੱਡੀਆਂ ਗੱਲਾਂ ਭਲਿਆਂ ਵੇਲਿਆਂ 'ਚ ਹੋਈਆਂ, ਅੱਜ ਵੀ ਉੱਠੂਗੀ। ਪਰ ਇਹ ਸਾਰੇ ਦਾ ਸਾਰਾ ਰੀਜ਼ਨ ਜਿਹੜਾ ਹੈਗਾ, ਪੂਰਾ ਪੰਜਾਬ ਜਿਹੜਾ ਹੈਗਾ, ਕਦੇ ਪਰਮਾਤਮਾ ਦੀ ਕਿਰਪਾ ਕਦੇ ਹੋਈ ਅਤੇ ਜਿਹੜੇ ਬਾਰਡਰ ਸਾਡੇ ਪਾ ਕੇ ਇਹਨਾਂ ਨੇ ਲੀਕ ਮਾਰ ਦਿੱਤੀ ਸਾਨੂੰ ਲਾਹੌਰ ਦੇ ਵਿੱਚ। ਭਰਾ ਤਾਂ ਸਾਡੇ ਪਰਲੇ ਪਾਸੇ ਹੀ ਰਹਿੰਦੇ, ਜਿਹਨੂੰ ਪਾਕਿਸਤਾਨ ਬਣਾ ਕੇ ਸਾਡੇ ਦੁਸ਼ਮਣ ਬਣਾਤਾ ਇਹਨਾਂ ਨੇ, ਠੀਕ ਹੈ। ਉਹ ਕੋਈ ਵੱਖਰੇ ਨੇ ਪੰਜਾਬ ਤੋਂ, ਸਾਡੇ ਤੋਂ ਵੱਧ ਪੰਜਾਬੀ ਆ ਉਹ, ਜੇ ਪੰਜਾਬ ਦੀ ਗੱਲ ਕਰੀਏ ਤਾਂ ਅਸੀਂ। ਅਤੇ ਇਹ ਪੰਜਾਬ ਕਿਤੇ ਇਹਦਾ ਸੁਪਨਾ ਲੈਣਾ ਤਾਂ ਇਹ ਬਹੁਤ ਵੱਡੀ ਗੱਲ ਹੈ, ਨਹੀਂ ਤਾਂ ਅਸਲ ਪੰਜਾਬ ਦੇ ਵਿੱਚ ਤਾਂ ਇਹ ਪੰਜਾਬ ਦਿੱਲੀ ਤੋਂ ਲੈ ਕੇ ਅਫਗਾਨਿਸਤਾਨ ਤੱਕ ਦਾ ਪੰਜਾਬ ਹੈ। ਅਤੇ ਇਹ ਕੋਈ ਗੱਲ ਨਹੀਂ ਜੀ, ਪਰਮਾਤਮਾ ਨੇ ਜੇ ਸੁੱਖ ਰੱਖਿਆ ਤਾਂ ਉਹ ਪੰਜਾਬ ਫਿਰ ਤੋਂ ਉਹ ਲੀਕਾਂ ਜਿਹੜੀਆਂ ਇਹਨਾਂ ਨੇ ਮਾਰੀਆਂ ਨੇ ਉਹ ਬਹੁਤ ਛੇਤੀ ਮਿਟਣਗੀਆਂ। ਕਿਉਂਕਿ ਅਗਰ ਕਹਿੰਦੇ ਹਾਂ ਅਸੀਂ ਕਿ ਪੰਜਾਬ ਦੀ ਇਹ ਜਿਹੜੀ ਧਰਤੀ ਹੈ, ਜਿਹੜਾ ਵਸਦਾ ਗੁਰਾਂ ਦੇ ਨਾਮ 'ਤੇ ਹੈ, ਅਤੇ ਇਹਨੂੰ
ਸਿਆਸਤ ਇੱਕ ਵਾਰ ਹਾਵੀ ਜ਼ਰੂਰ ਇੱਥੇ ਹੋ ਸਕਦੀ ਹੈ, ਪਰ ਇਹਨੂੰ ਨੇਸਤੋ ਨਾਬੂਦ ਨਹੀਂ ਕਰ ਸਕਦੀ। ਨਹੀਂ ਜੀ ਬਿਲਕੁਲ, ਦੇਖੋ ਇਹ ਉਹ ਧਰਤੀ ਹੈ ਜਿੱਥੇ ਬੜੇ ਬੜੇ ਇੱਥੇ ਆ ਕੇ ਚਲੇ ਗਏ ਆ, ਠੀਕ ਹੈ। ਇਹ ਤਾਂ ਕੁਝ ਵੀ ਨਹੀਂ ਹੈਗੇ ਜਿਹੜੇ ਅੱਜ ਕੱਲ੍ਹ ਬੈਠੇ ਆ। ਮੈਂ ਅੱਗੇ ਗੱਲ ਕਰ ਰਿਹਾ ਸੀ ਕਿ ਜਿਹੜੀਆਂ ਨੈਗੇਟਿਵ ਫੋਰਸਿਸ ਹੈਗੀਆਂ, ਇਹਨਾਂ ਦਾ ਸਮਾਂ ਕੋਈ ਬਹੁਤਾ ਚੰਗਾ ਨਹੀਂ ਚੱਲ ਰਿਹਾ। ਵਕਤ ਜਿਹੜਾ ਹੈਗਾ, ਕੁਦਰਤ ਜਿਹੜੀ ਹੈਗੀ ਹੈ, ਉਹ ਉਹਨਾਂ ਲੋਕਾਂ ਦੇ ਨਾਲ ਹੈ ਜੋ ਚੰਗਾ ਸੋਚਦੇ, ਭਾਵੇਂ ਥੋੜ੍ਹੇ ਹੈਗੇ ਆ। ਉਹਦੀ ਇੱਕ ਉਦਾਹਰਨ ਮੈਂ ਤੁਹਾਡੇ ਸਾਹਮਣੇ ਬੈਠਾ 4 ਸਾਲ ਤੋਂ ਇਸ ਸਿਸਟਮ ਦੇ ਸਾਹਮਣੇ ਮੱਥਾ ਲਾ ਕੇ ਅੱਜ ਜਿਉਂਦਾ ਹੈਗਾ। ਇਹ ਜਿਉਣਾ ਹੀ ਮੇਰੀ ਪ੍ਰਾਪਤੀ ਹੈ। ਇਹੀ ਸਭ ਤੋਂ ਵੱਡੀ ਗੱਲ ਹੈ। ਕਿਉਂ ਇਹ ਸਿੱਧੂ ਮੂਸੇਵਾਲਾ ਵਿਚਾਰਾ ਜਿਹੜਾ ਬੱਚਾ ਵਰਨੇਬਲ ਮਾਰਿਆ ਗਿਆ, ਇਸ ਤੋਂ ਤਾਂ ਮੈਂ ਕਿਤੇ ਵੱਧ ਜਿਹੜਾ ਹੈਗਾ ਦੁਸ਼ਮਣ ਬਣਾਏ ਹੋਏ। ਪਰ ਫਿਰ ਵੀ ਚਲੋ ਏਜ ਇਫੈਕਟ ਲਾ ਲਓ, ਮੈਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਸਿਆਣਪਣਾ ਤੇ ਨੀਵਾਂ ਹੋ ਕੇ ਆਪਣਾ ਟਾਈਮ ਕੱਢ ਰਿਹਾ। ਮੈਂ ਕਦੇ ਸਿਕਿਉਰਿਟੀ ਮੰਗਣ ਨਹੀਂ ਗਿਆ, ਜਿਹੜੀ ਮੰਗੀ ਸੀ ਉਹਨਾਂ ਨੇ ਦਿੱਤੀ ਨਹੀਂ ਹੈਗੀ। ਅੱਜ ਵੀ ਮੈਨੂੰ ਕਿਹਾ ਜਾਂਦਾ ਵੀ ਹੁਣ ਤਾਂ ਸਿਕਿਉਰਿਟੀ ਲੈ ਲਓ ਜੀ, ਅਤੇ ਮੈਨੂੰ ਪਤਾ ਸਿਕਿਉਰਿਟੀਆਂ ਜਿਹੜੀ ਹੈਗੀਆਂ ਉਹ ਕੁਦਰਤ ਜਿਹੜਾ ਪਰਮਾਤਮਾ ਉਹ ਬਚਾਵੇ, ਤਾਂ ਫਿਰ ਸਿਕਿਉਰਿਟੀਆਂ ਦੀ ਵੀ ਲੋੜ ਨਹੀਂ ਹੁੰਦੀ। ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਕਿਤੇ ਇਹੋ ਜਿਹਾ ਆਵੇ ਕਿ ਅੱਜ ਤੋਂ 45-50 ਸਾਲ ਦੀ ਮੈਨੂੰ ਸੁਰਤ ਆ ਪਹਿਲਾਂ, ਉਹ ਜੋ ਪੰਜਾਬ ਸੀ ਕਿਤੇ ਸਹੀ ਬੈਕ ਹੀ ਹੋ ਜਾਈਏ, ਕੋਈ ਇਹੋ ਜਿਹਾ ਹੀ ਬਟਨ ਹੋਵੇ ਜਿਹਨੂੰ ਪਿੱਛੇ ਘੁਮਾ ਦਈਏ ਤੇ ਅਸੀਂ ਨਹੀਂ ਜੀ, ਰੱਬ ਸੁੱਖ ਰੱਖੇ, ਇਹੋ ਜਿਹੇ ਬਟਨ ਦੱਬਣ ਦੀ ਲੋੜ ਨਹੀਂ ਹੈ। ਪੰਜਾਬ ਉੱਦਾਂ ਦਾ ਹੀ ਹੋਏਗਾ। ਪਰ ਜਿੱਥੇ ਤੱਕ ਰਹੀ ਸਿਕਿਉਰਿਟੀਜ਼ ਦੀ ਗੱਲ, ਤੇ ਜਦੋਂ ਸਿੱਧੂ ਨੂੰ ਜ਼ਰੂਰਤ ਸੀਗੀ ਉਦੋਂ ਤਾਂ ਸਿਕਿਉਰਿਟੀ ਗਾਰਡਸ ਆਪ ਬੈਠੇ ਰਹੇ, ਅਤੇ ਜਦੋਂ ਉਹਦਾ ਸੰਸਕਾਰ ਹੋ ਜਾਂਦਾ ਆ, ਲੱਕੜਾਂ ਲੱਗ ਜਾਂਦੀਆਂ ਨੇ, ਸਵਾਦ ਦੀ ਢੇਰੀ ਬਣ ਜਾਂਦਾ ਹੈ, ਅਤੇ ਉਸ ਤੋਂ ਬਾਅਦ ਉੱਥੇ ਰਾਖੀ ਕਰਨ ਵਾਸਤੇ ਪੁਲਿਸ ਪ੍ਰਸ਼ਾਸਨ ਨੂੰ ਖੜਾ ਕਰ ਦਿੱਤਾ ਜਾਂਦਾ। ਅਤੇ ਮੈਨੂੰ ਪਤਾ ਨਹੀਂ ਕਿਉਂ ਐਵੇਂ ਬਾਰ-ਬਾਰ ਲੱਗਦਾ ਵੀ ਉਸ ਤਸਵੀਰ ਨੂੰ ਜਿਹੜੀ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਹੈ, ਵੀਡੀਓਜ਼ ਘੁੰਮ ਰਹੀਆਂ ਨੇ, ਰੇਤ ਦੀ ਢੇਰੀ ਪਈ ਹੋਈ ਹੈ, ਉੱਥੇ ਸਵਾਦ ਦੀ ਢੇਰੀ ਪਈ ਹੋਈ ਹੈ, ਅਤੇ ਉਹਦੇ ਨੇੜੇ ਪੁਲਿਸ ਬੈਠੀ ਹੈ, ਅਤੇ ਉਸ ਤੋਂ ਬਾਅਦ ਹੁਣ ਇੱਟਾਂ ਲਾ ਕੇ ਉਹ ਇੱਕ ਸਮਾਧ ਟਾਈਪ ਉੱਥੇ ਬਣਾ ਦਿਆ, ਅਤੇ ਉੱਥੇ ਵੀ ਨਾਲ ਅੱਡੇ ਵੀ ਪੁਲਿਸ ਦੀ ਗੱਡੀ ਖੜੀ ਹੈ, ਅਤੇ ਪੁਲਿਸ ਉੱਥੇ ਰਖਵਾਲੀ ਕਰ ਰਹੀ ਹੈ। ਕਿਸ ਚੀਜ਼ ਦੀ ਕਰ ਰਹੀ ਹੈ? ਹੁਣ ਤਾਂ ਮੁੱਕ ਗਿਆ ਉਹ। ਇਹ ਰਖਵਾਲੀ ਪਹਿਲਾਂ ਕਰਨੀ ਚਾਹੀਦੀ ਸੀ। ਅਤੇ ਇਹੋ ਜਿਹਾ ਇੱਕ ਇਨਸਾਨ ਨਹੀਂ ਪੰਜਾਬ ਦਾ, ਪਤਾ ਨਹੀਂ ਕਿੰਨੇ ਨੌਜਵਾਨ ਅਜਿਹੇ ਨੇ ਜਿਹੜੇ ਟਾਰਗੇਟ ਹੋਏ ਨੇ ਪਹਿਲਾਂ, ਅਤੇ ਜਿਹੜੇ ਅੱਗੇ ਹੋਣਗੇ ਵੀ, ਉਹ ਆਉਣ ਵਾਲਾ ਸਮਾਂ ਦੱਸੇਗਾ। ਪਰ ਇੱਕ ਹੋਰ ਬਹੁਤ ਅਹਿਮ ਸਵਾਲ ਹੈ ਤੁਹਾਡੇ ਤੋਂ ਜਿਹੜਾ ਪੁੱਛਣਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਦੇ ਵਿੱਚ ਆਉਂਦਿਆਂ ਹੀ, ਪਹਿਲਾਂ ਤਾਂ ਮੇਰਾ ਸਵਾਲ ਇਹੀ ਹੈ ਵੀ ਕਿਸੇ ਦੀ ਅਗਰ ਤੁਹਾਡੇ ਕੋਲ ਜ਼ੈਡ ਸਿਕਿਉਰਿਟੀ ਆ ਜਾਂ 4 ਬੰਦੇ ਸਿਕਿਉਰਿਟੀ ਦੇ ਅਗਰ ਤੁਹਾਡੇ ਕੋਲ ਹੈ ਨੇ, ਅਤੇ ਮੈਂ ਵਿਡਰਾਅ ਕਰਨੀ ਹੈ, ਮੈਂ CM ਬਣ ਗਿਆ ਅੱਜ, ਮੈਂ ਵਿਡਰਾਅ ਕਰਨੀ ਹੈ ਸਿਕਿਉਰਿਟੀ, ਮੈਨੂੰ ਇੱਕਦਮ ਯਾਦ ਆ ਜਾਂਦਾ ਯਾਰ ਮੈਂ ਤਾਂ ਸਰਕਾਰ ਸੰਗਤ ਨਾਲ ਵਾਅਦਾ ਕੀਤਾ ਸੀ ਕਿ VIP ਕਲਚਰ ਖਤਮ ਕਰਨਾ ਆ, ਸਿਕਿਉਰਿਟੀਆਂ ਰੱਦ ਕਰਨੀਆਂ ਨੇ, ਕਿਸੇ ਕੋਲ ਸਿਕਿਉਰਿਟੀ ਨਹੀਂ ਹੋਏਗੀ, ਅਤੇ ਆਪਣੇ MLAs ਨੂੰ ਜਾਂ DGP ਨੂੰ ਫੋਨ ਮਾਰ ਕੇ ਚਲੋ ਭਾਈ ਉਹਦੀ 4 ਬੰਦੇ ਉਹਦੇ ਸਿਕਿਉਰਿਟੀ ਦੇ ਘੱਟ ਕਰ ਦਿਓ, 6 ਉਹਦੇ ਘੱਟ ਕਰ ਦਿਓ, 10 ਉਹਦੇ ਘੱਟ ਕਰ ਦਿਓ, 5 ਉਹਦੇ ਘੱਟ ਕਰ ਦਿਓ। ਇਜ਼ ਇਟ ਪੋਸੀਬਲ? ਇੱਦਾਂ ਹੋ ਸਕਦਾ? ਕਿਉਂ ਨਹੀਂ ਹੋ ਸਕਦਾ? ਕਿਉਂਕਿ ਪਹਿਲਾਂ ਐਕਸੈਸ ਦਿੱਤਾ ਹੋਇਆ, ਪਹਿਲਾਂ ਹੀ ਐਕਸੈਸ ਦਿੱਤਾ ਹੋਇਆ। 30 ਬੰਦੇ ਇਹਨਾਂ ਦੇ ਘਰਾਂ 'ਚੋਂ ਕੱਢੇ ਗਏ, ਤੁਸੀਂ ਤੁਹਾਡੇ ਧਿਆਨ ਨਾਲ ਵੇਖਿਆ ਹੋਣਾ। ਕਿਸੇ ਕੋਲ 30, ਕਿਸੇ ਕੋਲ 45, ਅੱਜ ਵੀ 55 ਕਹਿੰਦੇ ਰਾਘਵ ਚਾਡੇ ਕੋਲ, 80 ਕਹਿੰਦੇ ਉੱਥੇ ਦਿੱਲੀ ਬੈਠੇ ਯਾਰ ਇਹਨਾਂ ਕੋਲ ਕੇਜਰੀਵਾਲ ਦੇ ਵਿੱਚ, ਠੀਕ ਹੈ। ਐਕਸੈਸ ਆਫ ਸਿਕਿਉਰਿਟੀ ਦਿੱਤੀ ਕਿਉਂ ਜਾਂਦੀ? ਪਹਿਲੀ ਗੱਲ ਜੇ ਦਿੱਤੀ ਹੈ ਤਾਂ ਫਿਰ ਵਾਪਸ ਵੀ ਲੈਣੀ ਬਣਦੀ ਹੈ। ਪਹਿਲਾਂ ਹੀ ਜਿਹੜੀ ਸਿਕਿਉਰਿਟੀ ਬਹੁਤ ਵੱਧ ਦਿੱਤੀ ਗਈ ਸੀਗੀ, ਕ੍ਰਾਈਟੇਰੀਆ ਜਿਹੜਾ ਹੈਗਾ ਉਹ ਤਾਂ ਬਹੁਤ ਘੱਟ ਹੈਗਾ, ਪਰ ਇਹਨਾਂ ਨੂੰ ਜੋ ਹੁਕਮ ਇਹਦਾ ਤੁਸੀਂ ਇਹ ਤਾਂ ਛੱਡੋ, ਇਹਨਾਂ ਨੂੰ ਸਿਕਿਉਰਿਟੀ ਜਿਹੜੇ ਇਹਨਾਂ ਦੇ ਜਿਹੜੀ ਵੀ ਸਰਕਾਰ ਹੁੰਦੀ ਹੈ ਉਹਨਾਂ ਦੀ 2-2% ਦੇ ਬੰਦਿਆਂ ਕੋਲ ਸਿਕਿਉਰਿਟੀ ਹੁੰਦੀਆਂ, ਤੁਹਾਨੂੰ ਵੀ ਇਸ ਗੱਲ ਦਾ ਪਤਾ। ਤਾਂ ਸਿਕਿਉਰਿਟੀ ਕਲਚਰ ਸਿਰਫ ਜਿਹੜਾ ਹੈਗਾ ਪੋਲੀਟੀਸ਼ਨ ਨੂੰ ਪ੍ਰਮੋਟ ਕਰਨ ਵਾਸਤੇ ਵਰਤਿਆ ਗਿਆ। ਸਿਕਿਉਰਿਟੀ ਦੀ ਜਿਹੜੀ ਹੈਗੀ ਸੀ, ਪਹਿਲੀ ਗੱਲ ਤਾਂ ਕਿਸ ਗੱਲ ਦਾ ਖਤਰਾ ਇਹਨਾਂ ਨੂੰ? ਜੇ ਇਹਨਾਂ ਨੇ ਪੋਲਿਟਿਕਸ ਕਰਨੀ ਹੈ, ਜੇ ਖਤਰਾ ਤਾਂ ਘਰੇ ਬੈਠਣ ਆਪਣੇ। ਕਿਉਂ ਇਹਨਾਂ ਨੂੰ ਸੇਵਾ ਆ ਰਹੀ ਹੈ ਨਹੀਂ, ਠੀਕ ਹੈ। ਕਿਉਂ ਤੁਸੀਂ ਇਹਨੇ ਆਪਣੇ ਵਿਚਾਰੇ ਦੇਖੋ ਸਾਰੇ ਕਿੰਨੇ ਡਰਦੇ ਆ, ਕਿਉਂਕਿ ਪੰਜਾਬ ਦੀ ਸੇਵਾ ਬਹੁਤ ਕੀਤੀ, ਅਤੇ ਪੰਜਾਬ ਦਾ ਕੀ ਬਣਾਤਾ ਇਹਨਾਂ ਨੇ? ਕਿਸ ਚੀਜ਼ ਦੀ ਸਿਕਿਉਰਿਟੀ ਹੋਣੀ ਚਾਹੀਦੀ ਹੈ? ਮੈਂ ਤਾਂ ਕਹਿੰਦਾ ਜਿਹੜਾ ਗੈਂਗਸਟਰ ਕਲਚਰ ਕ੍ਰੀਏਟ ਹੋਇਆ ਇਸ ਟਾਈਮ ਹੋਇਆ, ਇਹਨਾਂ ਦਾ ਕੀਤਾ ਹੋਇਆ, ਉਹ ਜਿੰਨ ਜਿਹੜਾ ਨਿਕਲ ਕੇ ਹੁਣ ਇਹਨਾਂ ਨੂੰ ਖਾ ਰਿਹਾ, ਠੀਕ ਹੈ। ਇਹ ਪਰਮਾਤਮਾ ਕਰੇ ਕਿ ਇਹ ਬੰਦੂਕਾਂ ਦੇ ਮੂੰਹ ਇਹਨਾਂ ਵੱਲ ਹੋ ਜਾਣ ਜਿਨ੍ਹਾਂ ਨੇ ਇਹ ਪੈਦਾ ਕੀਤੇ ਹੈ, ਅਤੇ ਘੱਟੋ ਘੱਟ ਉਹ ਬੱਚੇ ਮਰਨ ਤੋਂ ਪਹਿਲਾਂ ਕੁਛ ਨਾ ਕੁਛ ਸ਼ਾਂਤੀ ਕਰਕੇ ਜਾਣ। ਦੱਸੋ, ਮੈਂ ਇੱਕ ਸੁਨੇਹਾ ਦੇਣਾ ਚਾਹੁੰਦਾ ਪੰਜਾਬੀਆਂ ਨੂੰ, ਪੰਜਾਬ ਨੂੰ ਕੋਈ ਗੈਂਗਸਟਰ ਤੋਂ ਕਿਸੇ ਖਤਰਾ ਨਹੀਂ ਹੈਗਾ। ਇਹਨਾਂ ਨੂੰ ਖਤਰਾ ਜਿਨ੍ਹਾਂ ਨੇ ਬਣਾਏ ਹੈਗੇ, ਕਿਸੇ ਪੰਜਾਬੀ ਨੂੰ ਕੋਈ ਖਤਰਾ ਨਹੀਂ ਹੈਗਾ। ਮੇਰੇ ਵਰਗਾ ਬੰਦਾ ਬੋਲਦਾ, ਮੈਨੂੰ ਪਤਾ ਹੈ ਹਾਇਰ ਕਰਕੇ ਮੇਰੇ 'ਤੇ ਅਟੈਕ ਕਰਾਇਆ ਜਾ ਸਕਦਾ, ਇੱਕ ਅਲੱਗ ਗੇਮ ਹੈ। ਅਦਰਵਾਈਜ਼ ਪੰਜਾਬ ਦੇ ਕਿਸੇ ਵੀ ਆਮ ਆਦਮੀ ਨੂੰ ਕੋਈ ਖਤਰਾ ਨਹੀਂ ਗੈਂਗਸਟਰ ਤੋਂ। ਉਹਨੇ ਕੀ ਲੈਣਾ? ਗੈਂਗਸਟਰਾਂ ਦਾ ਖਤਰਾ ਉਹਨਾਂ ਨੂੰ ਹੈ ਜਿਹੜੇ ਇਹਨਾਂ ਨੇ ਪੈਦਾ ਕੀਤੇ ਆ। ਕਿਉਂਕਿ ਆ ਪਿੱਛੇ ਜੇ ਅੰਮ੍ਰਿਤਸਰ ਦੇ ਨੇੜੇ ਇੱਕ ਢਾਬੇ ਤੋਂ ਇਕੱਠੇ 14 ਗੈਂਗਸਟਰਸ ਇਹਨਾਂ ਨੇ ਫੜੇ ਸੀਗੇ, ਅਤੇ ਉਹਦੀ ਵੀ ਖਬਰ ਅੰਦਰ ਖਾਤੇ ਇਹੀ ਉੱਡਦੀ ਹੋਈ ਆਈ ਸੀ ਕਿ ਜਿਹੜੇ ਪੋਲੀਟੀਸ਼ੀਅਨਸ ਉਹਨਾਂ ਨੂੰ ਯੂਜ਼ ਕਰਦੇ ਸੀ, ਬੇਸ਼ੱਕ ਉਹ ਕਾਂਗਰਸ ਦੇ ਸੀਗੇ ਜਾਂ ਅਕਾਲੀਆਂ ਦੇ ਸੀਗੇ, ਉਹਨਾਂ ਨੇ ਹੀ ਡਾਇਰੈਕਟ ਵੇ ਇਨਡਾਇਰੈਕਟ ਵੇ ਕਿਸੇ ਤਰੀਕੇ ਨਾਲ ਉਹਨਾਂ ਨੂੰ ਉੱਥੇ ਬੁਲਾਇਆ ਸੀ, ਅਤੇ ਉਸ ਤੋਂ ਬਾਅਦ ਚੁਕਵਾ ਦਿੱਤਾ। ਮੈਂ ਤੁਹਾਨੂੰ ਅੱਜ ਬਲਤੇਜ ਪੰਨੂ ਨੇ ਇੱਕ ਸ਼ੇਅਰ ਕੀਤੀ ਹੋਈ ਆ, ਉਹਨੇ ਆਪਣੇ ਪੇਜ ਦੇ ਉੱਤੇ, ਉਹ 'ਚ ਫੋਟੋ ਲਾਈ ਹੋਈ ਮਨਕੀਰਤ ਔਲਖ ਜਿਹੜਾ ਹੈਗਾ ਅਖਾੜਾ ਲਾਇਆ ਹੋਇਆ 2014 'ਚ ਰੋਪੜ ਦੀ ਜੇਲ੍ਹ ਦੇ ਵਿੱਚ, ਅਤੇ ਉਹਦੇ ਵਿੱਚ ਲਿਖਿਆ ਹੋਇਆ ਉਹਨਾਂ ਨੇ, ਮੈਂ ਤੁਹਾਡੇ ਕੋਲ ਨਹੀਂ ਹੈ ਤਾਂ ਮੇਰੇ ਕੋਲ ਲੈ ਜਾ, ਜਿਸ ਨੂੰ ਮੈਂ ਭੇਜ ਦੂੰਗਾ। ਉਹ 'ਚ ਉਹਨੇ ਲਿਖਿਆ ਹੋਇਆ ਵੀ ਅੱਜ ਰੋਪੜ ਦੀ ਜੇਲ੍ਹ ਵਿੱਚ ਜਾ ਕੇ ਅਖਾੜਾ ਲਗਾ ਕੇ ਇੱਕ ਵੱਖਰਾ ਹੀ ਨਜ਼ਾਰਾ ਆਇਆ, ਜਿੱਥੇ ਲਾਰੈਂਸ ਬਸ਼ਨੋਈ ਹੋਰੀ ਸਾਡੇ ਭਰਾ ਬੰਦ ਹੈ। ਅਸੀਂ ਉਮੀਦ ਕਰਦੇ ਹਾਂ, ਪਰਮਾਤਮਾ ਅੱਗੇ ਦੁਆ ਕਰਦੇ ਹਾਂ ਛੇਤੀ ਬਾਹਰ ਆਉਣ। ਅਤੇ ਇਹ ਜਿਹੜਾ ਇਹਨੂੰ ਸਪੋਂਸਰ ਕੀਤਾ ਗਿਆ, ਉਹ ਸਾਡੇ ਛੋਟੇ ਵੀਰ ਵਿੱਕੀ ਮਿੱਡੂ ਖੋੜੇ ਨੇ ਕੀਤਾ। ਉਹ ਤੁਸੀਂ ਮੈਥੋਂ ਲੈ ਜਾ ਜੇ ਤਸਵੀਰ, ਉਹ ਅਦਰਵਾਈਜ਼ ਬਿਲਕੁਲ ਸੋਸ਼ਲ ਮੀਡੀਆ 'ਤੇ ਪੰਨੂ ਸਾਹਿਬ ਨੇ ਪਾਈ ਹੋਈ ਹੈ। ਤਾਂ ਹੁਣ ਇਹ ਦਿਖਾਈ ਨਹੀਂ ਦਿੰਦਾ ਵੀ ਕੌਣ ਇਹਨਾਂ ਦੇ ਸਿਰਜਣਹਾਰੇ ਕੌਣ ਹੈ,
ਠੀਕ ਹੈ। ਇੱਕ ਉਹ ਖੜੀ ਹੈ, ਚੱਲ ਰਹੀ ਹੈ ਵੀਡੀਓ ਚੱਲ ਰਹੀ ਹੈ ਜਿਹਦੇ ਵਿੱਚ ਉਹਨੂੰ ਸੋਪੂ ਦਾ ਪ੍ਰਧਾਨ ਬਣਾ ਕੇ ਅਨਾਊਂਸ ਕੀਤਾ ਜਾ ਰਿਹਾ ਪ੍ਰੈਜ਼ੀਡੈਂਟ ਕਾਲਜ ਦਾ, ਠੀਕ ਹੈ। ਇੱਕ ਬੱਚੇ ਨੂੰ ਜਾਂ ਨਿੱਕੇ ਜਿਹੇ ਬੱਚੇ ਨੂੰ, ਠੀਕ ਹੈ, ਜਿਹਦਾ ਨਾਂ ਅੱਜ ਲਾਰੈਂਸ ਬਿਸ਼ਨੋਈ ਹੈ, ਅਤੇ ਉਹਦੇ ਪਿੱਛੇ ਰੋਬਨ ਬਰਾੜ ਹੋ ਰਹੀ ਅਤੇ ਇਹੀ ਵਿੱਕੀ ਮਿਡੋ ਖੜੇ ਹੈ। ਇਹ ਸਭ ਇਸ ਜਿਹੜਾ ਰਜੀਮ ਮੇਨ ਅਕਾਲੀਆਂ ਨੇ ਜਿਹੜਾ ਬੇੜਾ ਗਰਕ ਕੀਤਾ ਨਾ, ਕੀਤਾ ਤਾਂ ਸਾਰਿਆਂ ਨੇ ਹੈ, ਪਰ ਜਿੰਨਾ ਇਹਨਾਂ ਨੇ ਕੀਤਾ ਉਹ ਤਾਂ ਜਿਹੜਾ ਹੈਗਾ ਉਹਦਾ ਕੋਈ ਹਿਸਾਬ ਹੀ ਕੋਈ ਨਹੀਂ ਹੈਗਾ। ਡਰੱਗ ਲਿਆ ਕੇ ਗੈਂਗਸਟਰ ਪੈਦਾ ਕੀਤੇ, ਉਹ ਜਿਹੜੇ ਸਾਹਮਣੇ ਜਿਹੜੇ ਇਹਨਾਂ ਤੋਂ ਕੰਮ ਦੇ ਲੱਗਦੇ ਸੀ, ਕੁਛ ਪੋਲੀਟਿਕਸ ਖਿੱਚੇ, ਕੁਛ ਮਤਲਬ ਜਿਹੜੇ ਇਸ ਤਰ੍ਹਾਂ ਦੇ ਮੁਕਾਬਲਿਆਂ 'ਚ ਜਾਂ ਜੋ ਵੀ ਤੁਹਾਡੇ ਸਾਹਮਣੇ ਹੋਇਆ, ਤਾਂ ਇਸ ਦੀ ਸਭ ਤੋਂ ਵੱਡੀ ਦੇਣ ਜਿਹੜੀ ਹੈਗੀ ਹੈ ਤਾਂ ਸਾਰਾ ਸਿਸਟਮ ਹੀ, ਪਰ ਜੋ ਇਹਨਾਂ ਨੇ ਕੀਤਾ। ਹੁਣ ਬਿਕਰਮ ਮਜੀਠੀਆ ਅੰਦਰ ਹੈ। ਜੇ ਨਿਆਂ ਪ੍ਰਣਾਲੀ ਸਾਡੀ, ਹਾਲਾਂਕਿ ਉਹਦੇ ਪੱਲੇ ਕੁਛ ਨਹੀਂ ਹੈਗਾ, ਜੇ ਮਾੜੀ ਮੋਟੀ ਵੀ ਜ਼ਮੀਰ ਜਾਗਦੀ ਹੋਵੇ ਇਹਨਾਂ ਇਨਸਾਫ ਦੀਆਂ ਕੁਰਸੀਆਂ ਦੇ, ਹਾਈ ਕੋਰਟਾਂ ਦੇ ਬੈਠਿਆਂ ਦੀ, ਤਾਂ ਇਹ ਬੰਦੇ ਜਿਹੜੇ ਹੈ ਜੇਲ੍ਹਾਂ ਵਿੱਚੋਂ ਬਾਹਰ ਨਹੀਂ ਆਉਣੇ ਚਾਹੀਦੇ। ਇਹਨਾਂ ਦੇ ਖਿਲਾਫ ਐਡੀ ਵੱਡੀ ਐਵੀਡੈਂਸ ਆਈ ਹੈ। ਕੱਲ੍ਹ ਪਰਸੋਂ ਮੈਨੂੰ ਜਿਹੜੀ ਜਿੰਨੀ ਐਵੀਡੈਂਸ ਬਾਹਰ ਆਈ ਹੈ ਉਹਦੇ ਵਿੱਚ ਉਹ ਮੀਡੀਆ 'ਚ ਦੱਸ ਰਿਹਾ ਸੀਗਾ ਐਂਕਰ ਵੀ ਆਹ ਕੁਐਸਚਨ ਪੁੱਛੇ ਗਏ ਵੀ ਆਹ ਕੀ ਹੋਇਆ, ਪਰ ਉਹਦੇ ਵਿੱਚ ਇੱਕ ਬਹੁਤ ਵੱਡੀ ਇੰਪੋਰਟੈਂਟ ਜਿਹੜੀ ਹੈਗੀ ਹੈ ਐਵੀਡੈਂਸ ਜਿਹੜੀ ਸਿੱਟ ਕੋਲੇ ਪਹੁੰਚੀ ਹੋਈ ਹੈ, ਜਿਹੜੀ ਕਿ ਟਰੈਵਲਿੰਗ ਦੀ ਹੈਗੀ ਹੈ। ਮੈਂ ਥੋੜ੍ਹੀ ਜਿਹੀ ਗੱਲ ਦੱਸ ਦਿੰਦਾ ਕਿਉਂਕਿ ਮੈਂ ਅਜੇ ਸਬਜੈਕਟ ਐਸਾ ਗੱਲ ਨਹੀਂ ਕਰਨਾ ਚਾਹੁੰਦਾ, ਵੀ ਜਿਹੜੀ 에ਅਰ ਟਰੈਵਲਿੰਗ ਦੀ ਜਿਹੜਾ ਰਿਕਾਰਡ ਆਇਆ ਹੋਇਆ ਸਿੱਟ ਕੋਲੇ, ਉਹ ਕਦੋਂ ਵਿਖਾਉਣਾ? ਬਿਲਕੁਲ, ਉਹ ਕਦੋਂ ਵਿਖਾਇਆ? ਕਿਉਂਕਿ ਉਹ ਨਹੀਂ ਸੀਗਾ, ਉਹਦੇ ਵਿੱਚ ਜ਼ਿਕਰ ਨਹੀਂ ਆਇਆ। ਮੈਂ ਤਾਂ ਗੱਲ ਕਰ ਰਿਹਾ, ਨਹੀਂ ਤਾਂ ਮੈਂ ਬੋਲੂੰਗਾ ਵੀ, ਹਾਈ ਕੋਰਟ ਨੂੰ ਵੀ ਦੱਸਾਂਗੇ, ਨਹੀਂ ਤਾਂ ਸਿੱਟ ਨੂੰ ਤਾਂ ਸੁਣ ਹੀ ਲੈਣ ਵੀ ਉਹ ਰਿਕਾਰਡ ਫਿਰ ਕਦੋਂ ਵਿਖਾਉਣਾ। ਜੇ ਉਹ ਰਿਕਾਰਡ ਜਿਹੜਾ ਸਭ ਤੋਂ ਬੋਲਦਾ, ਜਿਹਦੇ ਵਿੱਚ ਅਫਸਰ ਪਤਾ ਨਹੀਂ ਕਿੰਨੇ ਫਸਣਗੇ, ਟੱਬਰ ਕਿੰਨੇ ਕੁ ਫਸਣਗੇ, ਜਿੱਥੇ ਨਾਲ ਖੜ ਕੇ ਟਰੈਵਲਿੰਗਾਂ ਹੋਈਆਂ, ਉਹ ਤਾਂ ਰਿਕਾਰਡ ਕਿਤੇ ਜਾਣਾ ਹੀ ਨਹੀਂਗਾ ਏਅਰਲਾਈਨਾਂ ਦਾ, ਠੀਕ ਹੈ। ਤਾਂ ਇਸ ਕਰਕੇ ਬਹੁਤ ਚੀਜ਼ਾਂ ਸਾਹਮਣੇ ਆਉਣੀਆਂ, ਅਤੇ ਇਹ ਬਿਲਕੁਲ ਅਸਲ ਮੁਲਜ਼ਮ ਨੇ। ਲੋਕ ਜੋ ਮਰਜ਼ੀ ਕਹੀ ਜਾਣ, ਮੈਂ ਬੜੀ ਵਾਰੀ ਖੁੱਲ੍ਹ ਕੇ ਕਿਹਾ ਵੀ ਜਿਹੜਾ ਡਰੱਗ ਦੇ ਵਿੱਚ ਸਾਡੀ ਜਵਾਨੀ ਮਾਰੀ ਆ, ਤਾਂ ਆਪਾਂ ਗੈਂਗਸਟਰਾਂ ਦਾ ਜਿਹੜੇ ਕੋਈ ਇਸ ਤਰ੍ਹਾਂ ਦੇ ਇੰਸੀਡੈਂਟ ਹੋ ਜਾਂਦੇ, ਵਿੱਕੀ ਮਿੱਡੂ ਖੇੜੇ ਦਾ ਹੋਇਆ, ਬੜੀ 3-4 ਦਿਨ ਜਿਹੜੀ ਅੱਗ ਲੱਗੀ ਸਾਰੇ ਸਟੇਟ ਦੇ ਵਿੱਚ, ਇਹ ਮੁੰਡੇ ਦਾ ਹੋਇਆ, ਬਹੁਤ ਕੁਛ। ਪਰ ਇਹ ਤਾਂ ਟਿਪ ਆਫ ਆਈਸਬਰਗ ਵੀ ਨਹੀਂ ਹੈਗਾ, ਇਹ ਤਾਂ ਇੰਨਾ ਵੀ ਹਿੱਸਾ ਵੀ ਨਹੀਂ ਹੈਗਾ। ਸਾਡੀ ਜਵਾਨੀ ਤਾਂ ਪੰਜਾਬ ਦੀ ਸਾਰੀ ਨਸ਼ਿਆਂ ਨੇ ਮਾਰਤੀ। ਹਜ਼ਾਰਾਂ ਲੱਖਾਂ ਨਹੀਂ ਤਾਂ ਹਜ਼ਾਰਾਂ, ਵੱਡੀ ਗਿਣਤੀ 'ਚ ਹਜ਼ਾਰਾਂ ਬੱਚੇ ਜਿਹੜੇ ਸਾਡੇ ਡਰੱਗ ਨਾਲ ਮਰੇ ਹੈ, ਠੀਕ ਹੈ। ਅਤੇ ਜਿਹੜੇ ਸਾਡੇ ਬਾਹਰ ਗਏ ਹੈ, ਉਹ ਜਿਹੜੀ ਮਾਈਗ੍ਰੇਸ਼ਨ ਹੋਈ ਹੈ। ਔਰ ਮੈਨੂੰ ਅੱਜ ਇੱਕ ਬਾਹਰੋਂ ਕੈਨੇਡਾ ਤੋਂ ਫੋਨ ਆਇਆ, ਉਹ ਬੰਦੇ ਨੇ ਮੈਨੂੰ ਦੁਖੀ ਹੋ ਕੇ ਕਿਹਾ ਵੀ ਜਿਹੜੇ ਇੱਥੋਂ ਆਏ ਆ ਤੁਹਾਡੀ ਐਜੂਕੇਸ਼ਨ ਦੇ ਨਾਂ 'ਤੇ, ਉਹਨਾਂ ਨੇ ਇੱਥੇ ਵੀ ਗੰਦ ਪਾਤਾ, ਇੱਥੇ ਵੀ ਡਰੱਗ ਵੇਚੀ ਜਾਂਦੇ, ਇੱਥੇ ਡਰੱਗ ਕਰੀ ਜਾਂਦੇ। ਜਿਹੜੇ ਇੱਥੋਂ ਅਸੀਂ ਭੇਜੇ ਆ ਉਹ ਵੀ ਡਿਫੈਕਟਡ ਪੀਸ ਹੀ ਗਏ ਸਾਡੇ ਬਹੁਤੇ। ਹੁਣ ਇਹੋ ਜਿਹੀਆਂ ਗੱਲਾਂ ਜਿਹੜਾ ਨਹੀਂ ਕੋਈ ਬੋਲਦਾ ਅਤੇ ਮੈਂ ਬੋਲਦਾ, ਅਤੇ ਫਿਰ ਮੈਂ ਬੁਰਾ ਲੱਗਦਾ ਸਭ ਨੂੰ, ਪਰ ਸੱਚ ਜਿਹੜੇ ਕੌੜੇ ਹੈਗੇ। ਅੱਜ ਦੀ ਗੱਲ ਹੈ, ਮੈਨੂੰ ਕਿਸੇ ਨੇ ਫੋਨ ਕਰਕੇ ਕਿਹਾ। ਬਿਲਕੁਲ, ਪਰ ਅਗਰ ਗੈਂਗਸਟਰਸ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਗੈਂਗਸਟਰਸ ਨੂੰ ਬਹੁਤ ਨੇੜਿਓਂ ਦੇਖਿਆ ਹੈ। ਤੁਸੀਂ ਆਪਣੀ ਜਦੋਂ ਔਨ ਡਿਊਟੀ ਹੋਵੋਗੇ ਉਦੋਂ ਵੀ ਤੁਹਾਡਾ ਬੜਿਆਂ ਨਾਲ ਵਾਹ ਪਿਆ ਹੋਏਗਾ। ਤਾਂ ਕੀ ਆਖਿਰ ਹੈਗੇ ਤਾਂ ਉਹ ਵੀ ਕਿਸੇ ਮਾਂ ਦੇ ਪੁੱਤ ਨਾ, ਕਿਸੇ ਮਾਂ ਦੇ ਚਾਏ। ਇਹ ਮੈਂ ਜਦੋਂ ਕਹਿਣਾ ਬੜੀ ਤਕਲੀਫ ਹੁੰਦੀ ਲੋਕਾਂ ਨੂੰ। ਦਿਲ ਤਾਂ ਉਹਨਾਂ ਦਾ ਵੀ ਹੈਗਾ ਨਾ, ਟੱਬਰ ਤਾਂ ਉਹਨਾਂ ਦੇ ਵੀ ਹੈਗੇ ਨੇ ਨਾ, ਅਰਮਾਨ ਤਾਂ ਉਹਨਾਂ ਦੇ ਵੀ ਹੈਗੇ ਨੇ ਨਾ। ਕਿਉਂ ਮੈਂ ਵੀ ਉਹਨਾਂ ਵੀਰਾਂ ਨੂੰ ਕਹਿਣਾ ਚਾਹਾਂਗਾ ਵੀ ਕਿਉਂ ਤੁਹਾਨੂੰ ਆਹ ਚੀਜ਼ਾਂ ਜਿਹੜੀਆਂ ਅਸੀਂ ਡਿਸਕਸ ਕਰਦੇ ਹਾਂ, ਸਾਡਾ ਆਪਣਾ ਕੋਈ ਨਿੱਜ ਨਹੀਂ, ਸਾਡਾ ਕੋਈ ਫਾਇਦਾ ਨਹੀਂ ਇਹਦੇ ਵਿੱਚ। ਤੁਹਾਡੀ ਫਿਕਰ ਆ ਕਿਤੇ ਨਾ ਕਿਤੇ, ਕਿਉਂਕਿ ਕਿਸੇ ਮਾਂ ਨੇ ਤੁਹਾਨੂੰ ਵੀ 9 ਮਹੀਨੇ ਕੁੱਖ 'ਚ ਰੱਖਿਆ ਆ। ਪੰਜਾਬੀ ਖੂਨ ਤੁਹਾਡੀ ਵੀ ਰਗਾਂ ਦੇ ਵਿੱਚ ਦੌੜਦਾ ਪਿਆ ਆ। ਪੰਜਾਬ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ 'ਤੇ ਵੀ ਹੈਗੀ ਹੈ, ਪਰ ਅਜਿਹੀਆਂ ਕਿਹੜੀਆਂ ਮਜਬੂਰੀਆਂ ਨੇ, ਅਜਿਹੇ ਕਿਹੜੇ ਲਾਲਚ ਨੇ ਜਿਨ੍ਹਾਂ ਨੇ ਭਰਾ ਮਾਰੂ ਜੰਗ ਸ਼ੁਰੂ ਕਰਵਾਤੀ, ਤੁਹਾਡੇ ਹੱਥ 'ਚ ਹਥਿਆਰ ਫੜਾ ਕੇ ਤੁਹਾਡੇ ਹੀ ਭਰਾ ਤੁਹਾਡੇ ਤੋਂ ਮਰਵਾਉਣੇ ਸ਼ੁਰੂ ਕਰਵਾਤੇ, ਤੁਹਾਡੇ ਹੱਥ 'ਚ ਚਿੱਟਾ ਜ਼ਹਿਰ ਦੇ ਕੇ ਛੋਟੇ ਛੋਟੇ ਬੱਚਿਆਂ ਨੂੰ ਚਿੱਟੇ ਪਿੱਛੇ ਲਾਤਾ। ਅਤੇ ਤੁਹਾਨੂੰ ਕਿਉਂ ਨਹੀਂ ਦਿਖਦਾ ਕਿ ਅਜਿਹੇ ਹੀ ਪੋਲੀਟੀਸ਼ੀਅਨਸ ਕੁਝ ਹੈ ਨੇ ਆਪਣੇ ਉੱਲੂ ਸਿੱਧੇ ਕਰਦੇ, ਜਿਹੜੇ ਸਮੇਂ ਸਿਰ ਤੁਹਾਨੂੰ ਵਰਤਦੇ ਨੇ ਅਤੇ ਉਸ ਤੋਂ ਬਾਅਦ ਟਿਸ਼ੂ ਪੇਪਰਸ ਵਾਂਗ ਵਰਤ ਕੇ ਡਸਟਬਿਨ 'ਚ ਸੁੱਟ ਦਿੰਦੇ ਨੇ, ਇਨਕਾਊਂਟਰ ਕਰਵਾ ਕੇ ਮਰਵਾ ਦਿੰਦੇ ਨੇ। ਕਿਉਂ ਤੁਹਾਡੀ ਮੌਤ ਐਵੇਂ ਹੀ ਕਿਉਂ ਜਾਂਦੀ ਹੈ ਜਾਇਆ? ਸੈਣੀ ਸਾਹਿਬ, ਇਹ ਅਜਿਹੇ ਕੁਛ ਪੋਲੀਟੀਸ਼ੀਅਨ ਨਹੀਂ, ਸਾਰੇ ਪੋਲੀਟੀਸ਼ੀਅਨ ਹੈਗੇ ਆ, ਸਾਰੇ ਪੋਲੀਟੀਸ਼ੀਅਨ। ਮਤਲਬ ਕੋਈ ਕੁਛ ਬੱਚੇ ਹੋ ਸਕਦੇ ਆ, ਉਹ ਮੇਰੇ ਧਿਆਨ 'ਚ ਨਹੀਂ ਹੈਗੇ ਜੇ ਕੋਈ ਬੱਚੇ ਹੈਗੇ ਤਾਂ ਇਹ ਸਾਰੀ ਗੇਮ ਜਿਹੜੀ ਹੈਗੀ, ਮੈਂ ਕਹਿੰਦਾ ਪੰਜਾਬ ਦਾ ਬੇੜਾ ਗਰਕ ਪਿਛਲੇ 40-45 ਸਾਲਾਂ 'ਚ ਹੋ ਗਿਆ, ਦਿਖਦਾ ਸਾਹਮਣੇ। ਕਿਹਨੇ ਕੀਤਾ? ਜਿਹੜੇ ਇਹਦੇ ਮਾਲਕ ਸੀ ਕੌਣ? 2 ਪਾਰਟੀ। ਤੁਸੀਂ ਕਦੇ ਸਮਝਾਉਣ ਦੀ ਕਿਸੇ ਵੀ ਗੈਂਗਸਟਰ ਦੇ ਨਾਲ 1-on-1 ਤੁਹਾਡੀ ਹੋਈ, ਅੱਜ ਔਨ ਡਿਊਟੀ ਹੋਈ ਹੋਵੇ, ਉਹਨੂੰ ਸਮਝਾਉਣ ਦੀ ਇਹ ਗੱਲ ਕੀਤੀ ਹੋਵੇ? ਆ ਜਿਹਨਾਂ ਦੀ ਤੁਸੀਂ ਕਹਿ ਰਹੇ ਹੋ ਪਾਰਟੀਆਂ, ਉਹਨਾਂ ਦੇ ਵਿੱਚੋਂ ਕਦੀ ਕਿਸੇ ਨਾਲ ਵਾਹ ਪਿਆ ਹੋਵੇ ਤਾਂ ਮਤਲਬ ਕਦੇ ਕੋਈ ਤੁਹਾਨੂੰ ਪੋਜ਼ੀਟਿਵ ਰਿਜ਼ਲਟ ਕਿਤੇ ਨਜ਼ਰ ਆ? ਮੈਨੂੰ ਸੁੱਖਾ ਕਾਲਵਾ ਜਿਹੜਾ ਹੈਗਾ ਮੁੰਡਾ, ਉਦੋਂ ਇਨਕਾਊਂਟਰ ਨਹੀਂ, ਉਹ ਇਹਨਾਂ ਦੀ ਗੈਂਗਵਾਰ ਦੇ ਵਿੱਚ ਹੀ ਉਹਨੂੰ ਇੱਥੇ ਫਗਵਾੜੇ ਕੋਲ ਮਾਰ ਦਿੱਤਾ ਸੀ, ਉਹਦੇ ਨਾਲ ਵਾਹ ਪਿਆ ਸੀ। ਕੁਛ ਹੋਰ ਵੀ ਸੀ। ਮੈਂ ਉਸ ਗੱਲ ਦੇ ਪਾਸੇ ਜਾਣ ਦੀ ਬਜਾਏ ਜਿਹੜੀ ਆਪਾਂ ਗੱਲ ਕਰ ਰਹੇ ਕਿ ਇਹਨਾਂ ਨਾਲ ਜਿਹੜੇ ਕ੍ਰੀਏਟਰ ਹੈਗੇ ਹੈ, ਠੀਕ ਹੈ, ਇਹ ਕਿਉਂ ਨਹੀਂ ਮੰਨ ਲੈਂਦੇ? ਮੈਂ ਕਹਿ ਰਿਹਾ ਨਾ, ਮੈਂ 32 ਸਾਲ ਨੌਕਰੀ ਕੀਤੀ ਪੁਲਿਸ ਦੀ, ਅਸੀਂ ਗੁਨਾਹਗਾਰ ਹਾਂ, ਠੀਕ ਹੈ। ਅਸੀਂ ਸਿਸਟਮ ਵਿੱਚ ਰਹੇ ਹਾਂ। ਜੇ ਮੈਂ ਆਪਣੇ ਆਪ ਨੂੰ ਇਮਾਨਦਾਰ ਕਹਾਂ ਤਾਂ ਮੈਨੂੰ ਤਾਂ ਬਹੁਤ ਸ਼ਰਮ ਆਉਂਦੀ। ਜਿਸ ਸਿਸਟਮ ਦੇ ਪਾਰਟ 'ਚ ਤੁਸੀਂ ਇੱਕ ਰਹੇ ਹੋ, ਬਰਬਾਦ ਹੋਇਆ, ਕਰਪਸ਼ਨ ਹਰ ਚੀਜ਼ ਸੀਗੀ, ਅਤੇ ਉੱਥੇ ਬਲਵਿੰਦਰ ਸਿੰਘ ਸੇਖੋਂ ਕਹੇ ਅਸੀਂ ਇਮਾਨਦਾਰ ਰਹੇ ਹਾਂ। ਇਹ ਨਹੀਂ ਮੰਨ ਸਕਦੇ ਕਿ ਪੰਜਾਬ ਦਾ ਬੇੜਾ ਗਰਕ ਕੀਤਾ ਅਤੇ ਅਸੀਂ ਮਾਲਕ ਸੀ ਅਤੇ ਸਾਡੇ ਵੇਲੇ ਆਇਆ, ਅਤੇ ਇਹ ਕਹਿੰਦੇ ਅਕਾਲੀ ਕਹਿੰਦੇ ਕਾਂਗਰਸ ਨੇ ਕਰਤਾ, ਅਤੇ ਕਾਂਗਰਸ ਕਹਿੰਦੇ ਅਕਾਲੀ ਨੇ ਕਰਤਾ। ਮੌਤ ਨੂੰ ਪਹੁੰਚੇ ਹੋਏ ਅੱਧੇ ਇਹਨਾਂ ਦੇ ਵਿੱਚੋਂ, ਠੀਕ ਹੈ। ਜਿਹੜੇ ਕੋਈ ਉਸ ਤੋਂ ਘੱਟ ਹੈਗੇ, ਉਹਨਾਂ ਕੋਲ 20-20, 10-10 ਸਾਲ ਦੀਆਂ ਉਮਰਾਂ ਰਹਿ ਗਈਆਂ। ਇੰਨਾ ਕੁ ਸੱਚ ਵੀ ਨਹੀਂ ਬੋਲ ਸਕਦੇ ਅਸੀਂ ਕਿ ਅਸੀਂ ਬਰਬਾਦ ਕੀਤਾ ਪੰਜਾਬ ਨੂੰ, ਅਸੀਂ ਆਪਦੇ ਬੱਚਿਆਂ ਦੇ ਗੁਨਾਹਗਾਰ ਹੈ।
ਮੈਂ ਵਾਰ-ਵਾਰ ਇਹ ਕਹਿੰਦਾ ਹੁੰਦਾ, ਇਹ ਬੋਲਣਾ ਪਊਗਾ ਕੁਝ ਲੋਕਾਂ ਨੂੰ, ਭਾਵੇਂ ਉਹ ਬੁੱਧੀਜੀਵੀ ਹੈ, ਭਾਵੇਂ ਉਹ ਜੇ ਕਿਸੇ ਨੇ ਗੁਨਾਹ ਨਹੀਂ ਕੀਤਾ ਤੇ ਚੁੱਪ ਦਾ ਰਿਹਾ, ਠੀਕ ਹੈ। ਉਹਨੇ ਵੇਖਿਆ ਸਾਨੂੰ ਕੱਲ੍ਹ ਕਿਸੇ ਨੇ ਕੁਐਸਚਨ ਮੈਨੂੰ ਕੀਤਾ ਤੁਸੀਂ ਵਰਦੀ 'ਚ ਸੀ ਉਦੋਂ ਤੁਸੀਂ ਨਹੀਂ ਕਰਦੇ। ਮੈਂ ਵਰਦੀ ਦੀ ਗੁਲਾਮੀ 'ਚ ਸੀ, ਮੈਂ ਵਰਦੀ 'ਚ ਮੈਂ ਕਿੱਥੋਂ ਕਰ ਲਊਂਗਾ? ਵਰਦੀ 'ਚ ਕਿੱਥੇ ਬੋਲਣ ਦਾ ਹੁਕਮ ਹੈ? ਵਰਦੀ ਤਾਂ ਇੱਕ ਬਹੁਤ ਵੱਡੀ ਗੁਲਾਮੀ ਹੈ। ਅੱਜ ਵਰਦੀ ਲਾਈ ਗਈ ਹੈ ਮੇਰੀ ਜਾਂ ਮੈਂ ਲਵਾ ਲਈ ਆ, ਉਹ ਤਾਂ ਮੇਰਾ ਰੱਬ ਜਾਣਦਾ। ਪਰ ਮੈਂ ਜੇ ਬੋਲ ਰਿਹਾ ਤਾਂ ਅੱਜ ਵਰਦੀ 'ਚ ਨਹੀਂ ਹੈਗਾ ਤਾਂ ਬੋਲ ਰਿਹਾ। ਮੇਰਾ ਜਵਾਬ ਹੈ, ਜਿਹੜੇ ਮੈਥੋਂ ਪੁੱਛਦੇ ਆ ਇਹ ਕਹਿੰਦੇ ਵੀ ਤੂੰ ਪਹਿਲਾਂ ਕਿਉਂ ਨਹੀਂ ਬੋਲਿਆ? ਕੋਈ ਬੋਲ ਸਕਦਾ? ਕੋਈ ਵੀ ਨਹੀਂ ਬੋਲਦਾ। ਬਾਹਰ ਵੀ ਨਹੀਂ ਬੋਲਦੇ, ਪੈਨਸ਼ਨਾਂ ਪਿੱਛੇ ਮਰੀ ਜਾਂਦੇ। ਜਿਹੜੇ ਤੁਸੀਂ ਹੁਣ ਇੰਨਾ ਹਿੱਕ ਠੋਕ ਕੇ ਬੋਲਦੇ ਹੋ ਤੇ ਪੁਲਿਸ ਅਤੇ ਪ੍ਰਸ਼ਾਸਨ ਦੇ ਅੰਦਰ ਦੇ ਜਿਹੜੇ ਕੋਡ ਹੈਗੇ ਨੇ ਉਹ ਜੱਗ ਜ਼ਾਹਿਰ ਕਰਦੇ ਹੋ ਵੀ ਆਹ ਕਰਪਸ਼ਨ ਕਿਤੇ ਨਾ ਕਿਤੇ ਖਾਕੀ ਦੇ ਪਿੱਛੇ ਵੀ ਲੁਕੀ ਹੋਈ ਹੈ, ਤਾਂ ਕੀ ਤੁਹਾਨੂੰ ਜਿਹੜੇ ਅਹੁਦਿਆਂ ਉੱਤੇ ਬੈਠੇ ਨੇ, ਚਾਹੇ ਪੁਲਿਸ ਦੇ ਉੱਚ ਅਧਿਕਾਰੀ ਨੇ, ਉਹਨਾਂ ਵੱਲੋਂ ਕੋਈ ਅੱਛੀਆਂ ਸੁਜੈਸ਼ਨਸ ਨਹੀਂ ਆਉਂਦੀਆਂ ਜਾਂ ਤੁਹਾਨੂੰ ਆਪਣੇ ਤਰੀਕੇ ਨਾਲ ਸਮਝਾਉਂਦੇ ਨਹੀਂ ਵੀ ਕਿਉਂ ਮਿੱਟੀ ਪਲੀਤ ਕਰਨ ਲੱਗੇ ਆ? ਸੱਚ ਬੋਲਦਾ ਮੈਂ ਇਸ ਕਰਕੇ, ਕਿਉਂਕਿ ਮੇਰੇ ਇਹ ਬੜੇ IPS ਅਫਸਰ ਸਿਰ ਜੋੜ ਕੇ ਬੈਠ ਕੇ ਬੋਲਦੇ ਆ, ਬਾਤ ਤਾਂ ਉਹ ਠੀਕ ਕਰ ਰਿਹਾ ਹੈ, ਇਹ ਗੱਲਾਂ ਮੇਰੇ ਕੋਲ ਪਹੁੰਚ ਜਾਂਦੀਆਂ, ਸੱਚ ਹੈ। ਇਸ ਕਰਕੇ ਮਤਲਬ ਇਹਨਾਂ ਦੀ ਧਮਕੀਆਂ ਨਹੀਂ, ਕੋਈ ਧਮਕੀ ਮੈਨੂੰ ਕਿਉਂ ਦੇਊਗਾ? ਧਮਕੀ ਮੇਰੇ ਵਰਗੇ ਬੰਦੇ ਨੂੰ ਦੇਣ ਦਾ ਫਾਇਦਾ ਵੀ ਕੀ ਹੈਗਾ? ਧਮਕੀਆਂ ਹੀ ਦਿੱਤੀਆਂ ਇਹਨਾਂ ਨੇ, ਜਿਹੜਾ ਸਸਪੈਂਡ ਕੀਤਾ, ਡਿਸਮਿਸ ਕੀਤਾ, ਕੇਸ ਰਜਿਸਟਰ ਕੀਤਾ, ਉਹ ਧਮਕੀਆਂ ਸੀ ਸਾਰੀਆਂ। ਉਹਦੇ ਮੈਂ ਰਿਐਕਸ਼ਨ ਵਿੱਚ ਹਮੇਸ਼ਾ ਆਪਣਾ ਉਸ ਤੋਂ ਵੀ ਹੋਰ ਤਿੱਖਾ ਹੋ ਕੇ ਬੋਲਦਾ ਰਿਹਾ, ਤਾਂ ਉਹ ਚੀਜ਼ਾਂ ਤਾਂ ਇਹਨਾਂ ਦੀਆਂ ਫੇਲ ਹੋ ਗਈਆਂ। ਤਾਂ ਇਸ ਕਰਕੇ ਉਹ ਮੇਰੇ ਵਰਗੇ ਬੰਦੇ ਨੂੰ, ਮੈਂ ਤਾਂ 2 ਸਾਲ ਤੋਂ 2.5 ਸਾਲ ਤੋਂ ਹਾਈ ਕੋਰਟ ਦੇ ਖਿਲਾਫ ਇਸ ਪਿੱਛੇ ਬੋਲਦਾ ਵੀ ਕਿਤੇ ਜੇਲ੍ਹ ਹੀ ਭੇਜ ਦੇਣ, ਅਤੇ ਇਹ ਡਰਦੇ ਆ। ਮੈਂ ਅੱਜ ਫਿਰ ਕਹਿੰਦਾ ਵੀ ਭੇਜੋ, ਪ੍ਰਪੇਅਰ ਬੈਠਾ। ਮੈਂ ਤਾਂ ਬਹੁਤ ਲੇਟ ਹੋ ਗਿਆ, ਪਰ ਮੈਂ ਥੋੜ੍ਹਾ ਉਹਨਾਂ ਚਿਰ ਜਿਹੜੇ ਹੈਗੇ ਤੁਹਾਡੇ ਜਿਹੜੇ ਕੱਪੜੇ ਲਾਉਂਦਾ ਰਹੂੰਗਾ, ਨੰਗ ਵਿਖਾਉਂਦਾ ਰਹੂੰਗਾ, ਜਾਂ ਮਾਰੋ ਜਾਂ ਜੇਲ੍ਹ ਸੱਟੋ। ਇਦੋਂ ਘੱਟ ਜਿਹੜਾ ਮੈਥੋਂ ਬਚਾ ਜਿਹੜਾ ਇਹਨਾਂ ਦਾ ਕਿਸੇ ਸਿਸਟਮ ਦਾ ਨਹੀਂ ਹੈਗਾ। ਅਤੇ ਮੈਂ ਦੋਨਾਂ ਗੱਲਾਂ 'ਚ ਮਹਿੰਗਾ ਪਾਊਂਗਾ ਇਹਨਾਂ ਨੂੰ। ਬਹੁਤ ਸਿੱਖੋਂ ਪੈਦਾ ਹੋ ਜਾਣਗੇ, ਠੀਕ ਹੈ। ਜੇ ਇੱਕ ਮਾਰਨਗੇ ਇਹ, ਅਤੇ ਇਵੇਂ ਜੇ ਕਿਤੇ ਜੇਲ੍ਹ ਭੇਜਣਗੇ ਤਾਂ ਉੱਥੋਂ ਫਿਰ ਜਿਹੜਾ ਵਾਪਸ ਬੰਦਾ ਆਊਗਾ ਫਿਰ ਉਹ ਨਹੀਂ ਹੋਊਗਾ ਜਿਹੜਾ ਜਾਊਗਾ। ਇੰਨੀ ਤਲਖੀ ਕਿਉਂ ਹੈ ਅੰਦਰ? ਕਿਉਂ ਆਖਿਰ ਕੀ ਅਜਿਹਾ ਦੇਖਿਆ, ਅਜਿਹਾ ਕੀ ਤੁਹਾਨੂੰ ਲੱਗਿਆ, ਅਜਿਹਾ ਕੀ ਮਤਲਬ ਸੱਟ ਤੁਹਾਡੇ ਲੱਗੀ ਹੈ ਵੀ ਇੰਨੀ ਤਲਖੀ ਅੰਦਰ ਹੈ? ਤੁਸੀਂ 32 ਸਾਲ ਨੌਕਰੀ ਕੀਤੀ ਹੈ, 32 ਸਾਲ ਤੁਸੀਂ ਉਹ ਖਾਕੀ ਵਰਦੀ ਪਾ ਕੇ ਉਸ ਤੋਂ ਕਮਾਈ ਕੀਤੀ ਹੈ, ਠੀਕ ਹੈ। ਹੁਣ ਉਹ ਹੱਕ ਦੀ ਉਹਦੇ ਵਿੱਚ ਕਿੰਨੀ ਸੀ ਜਾਂ ਹਰਾਮ ਦੀ ਕਿੰਨੀ ਸੀ ਉਹ ਰੱਬ ਜਾਣਦਾ ਜਾਂ ਤੁਸੀਂ ਜਾਣਦੇ ਹੋਗੇ। ਪਰ ਮੈਂ ਇੰਨਾ ਜ਼ਰੂਰ ਕਹਾਂਗਾ ਵੀ ਅਗਰ ਆਖਰ 32 ਸਾਲ ਨੌਕਰੀ ਕਰਨ ਤੋਂ ਬਾਅਦ ਇੱਕਦਮ ਨਿਕਲ ਕੇ ਉਸੇ ਡਿਪਾਰਟਮੈਂਟ ਨੂੰ ਬਾਰ-ਬਾਰ ਕੋਸਣਾ, ਨੀਵਾਂ ਦਿਖਾਉਣਾ, ਕਿ ਸਾਰਾ ਹੀ ਡਿਪਾਰਟਮੈਂਟ ਕਰਪਟ ਆ, ਕੋਈ ਵੀ ਉੱਥੇ ਸੁਹਿਰਦ ਜਾਂ ਸੱਚੀ ਇਮਾਨਦਾਰੀ ਵਾਲਾ ਹੈ ਨਹੀਂ ਬਚਿਆ। ਸਿਸਟਮ ਕਹਿ ਰਿਹਾ ਮੈਂ, ਪੁਲਿਸ ਦਾ ਇੱਕ ਛੋਟਾ ਜਿਹਾ ਪਾਰਟ ਆ ਉਹਦਾ। ਪੁਲਿਸ ਨੂੰ ਤਾਂ ਮੈਂ ਬਿਲੋਂਗ ਕਰਦਾ, ਤਾਂ ਲੱਗਦਾ ਲੋਕਾਂ ਨੂੰ ਵੀ ਪੁਲਿਸ ਦੇ ਖਿਲਾਫ ਬੋਲਦਾ ਵੀ ਪੁਲਿਸ ਵਾਲਾ। ਮੈਂ ਸਿਸਟਮ ਦੀ ਗੱਲ ਕਰਦਾ, ਕਮਾਈਆਂ ਦੀ ਗੱਲ ਕਰਦਾ। ਹੱਕ ਹਰਾਮ ਦੀਆਂ ਕਮਾਈਆਂ ਜਿਹੜੀਆਂ ਹੈਗੀਆਂ ਉਹ ਸਾਹਮਣੇ ਹੁੰਦੀਆਂ। ਜੇ ਹਰਾਮ ਦੀ ਕਮਾਈ ਹੁੰਦੀ ਤਾਂ ਮੈਨੂੰ ਛੱਡਦੇ, ਇਹ ਬੋਲਣ ਦਿੰਦੇ ਇਹਨਾਂ ਮੈਨੂੰ, ਠੀਕ ਹੈ। ਹੁਣ ਮੈਨੂੰ ਵਲੇਟ ਕੇ ਸੱਟਿਆ ਨਾ ਹੁੰਦਾ ਕਿਤੇ। ਇਹ ਮੇਰਾ ਜਵਾਬ ਹੈ। ਮੈਂ ਇਮਾਨਦਾਰ ਨਹੀਂ ਕਦੇ ਆਪਦੇ ਨੂੰ ਕਦੇ ਵੀ ਕਿਹਾ, ਪਰ ਮੈਂ ਕਹਿੰਦਾ ਵੀ ਮੇਰੇ ਖਿਲਾਫ ਕੁਛ ਨਹੀਂ ਹੈਗਾ ਇਹਨਾਂ ਕੋਲ। ਜੇ ਹੁੰਦਾ ਤਾਂ ਮੈਨੂੰ ਇਹਨਾਂ ਦੀ ਹਿੰਮਤ ਨਹੀਂ ਸੀ ਇੰਨੀ ਦੂਰ ਤੱਕ ਮੈਨੂੰ ਲੈ ਕੇ ਜਾਂਦੇ। ਤਾਂ ਸੋ ਮੈਂ ਪੁਲਿਸ ਦੇ ਖਿਲਾਫ ਨਹੀਂ ਬੋਲਦਾ, ਮੈਂ ਸਿਸਟਮ ਦੇ ਖਿਲਾਫ ਬੋਲਦਾ। ਸੋ ਪੁਲਿਸ ਇੱਕ ਬਹੁਤ ਛੋਟਾ ਸੰਦ ਹੈ, ਇੱਕ ਇੰਸਟਰੂਮੈਂਟ ਹੈ, ਠੀਕ ਹੈ, ਜਿਹੜਾ ਆਪਣਾ ਵਜੂਦ ਭੁੱਲ ਗਿਆ। ਇਹ ਇੰਨਾ ਕਰ ਸਕਦੇ ਸੀ ਜੇ ਥੋੜ੍ਹਾ ਬਹੁਤ ਵੀ ਆਪਣਾ ਕੰਨ ਰੱਖਣ, ਤਾਂ ਮਤਲਬ ਕਿਸੇ ਗੱਲ ਨੂੰ ਕਹਿ ਸਕਦੇ ਆ ਹੁਕਮ ਦੇਣ ਵਾਲੇ ਨੂੰ ਵੀ ਇਹ ਗਲਤ ਤੁਸੀਂ ਕਹਿ ਰਹੇ ਹੋ ਸਾਨੂੰ, ਜਾਂ ਮੈਂ ਜੇ ਗਲਤ ਕਰੂੰਗਾ ਤਾਂ ਮੈਨੂੰ ਕੱਲ੍ਹ ਨੂੰ ਪ੍ਰੋਬਲਮ ਆਊਗੀ। ਬਿਲਕੁਲ ਨਹੀਂ, ਯੈਸ ਸਰ ਇੱਥੇ ਠੀਕ ਹੈ, ਕਿਉਂਕਿ ਕਹਿਣ ਵਾਲੇ ਪਿੱਛੇ 10 ਹੋਰ ਖੜ੍ਹੇ। ਇੱਕ ਮੇਰੇ ਵਰਗਾ ਬੋਲੂਗਾ 10 ਪਿੱਛੇ ਖੜ੍ਹੇ। ਮੇਰੇ ਬੈਚਮੇਟ ਨੇ, ਡਿਪਾਰਟਮੈਂਟ ਹੈ। ਇੱਕ ਬੰਦੇ ਨੂੰ ਇਮਾਨਦਾਰੀ ਦੇ ਸਿਸਟਮ 'ਚ ਮੇਰੇ 'ਚ ਲੱਖ ਗੁਣ ਨੁਕਸ ਹੋਣਗੇ, ਪਰ ਜਿਹੜੇ 'ਚ ਮੈਨੂੰ ਮਾਰਿਆ ਗਿਆ ਉਹ ਤਾਂ ਮੇਰਾ ਕੋਈ ਚੈਲੰਜ ਨਹੀਂ ਕਰ ਸਕਦਾ ਨਾ ਵੀ ਉਹ 'ਚ ਮੈਂ ਗਲਤ ਸੀਗਾ। ਜੋ ਸਜ਼ਾ ਦੇ ਕੇ ਮੈਨੂੰ ਕੀਤਾ ਗਿਆ ਉਹਦੇ ਬਾਰੇ 'ਚ ਤਾਂ ਮੈਨੂੰ ਕੋਈ ਮੈਨੂੰ ਚੈਲੰਜ ਨਹੀਂ ਕਰ ਸਕਦਾ। ਅਤੇ ਫਿਰ ਕਿਸੇ ਨੂੰ ਦਿਖਾਈ ਨਹੀਂ ਦਿੱਤਾ, ਇਹ ਕਿਸੇ ਸਿਸਟਮ ਨੂੰ ਦਿਖਾਈ ਨਹੀਂ ਦਿੱਤਾ ਵੀ ਇੱਕ ਬੰਦੇ ਨੂੰ ਉਸ ਨੂੰ ਮਾਰ ਰਹੇ ਜਿਹੜਾ ਕਿ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਹੜਾ ਕਿ ਇਮਾਨਦਾਰੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਮੇਰੀਆਂ ਬੇਈਮਾਨੀਆਂ ਕਿਸੇ ਹੋਰ ਦੀਆਂ ਸਾਰੀਆਂ ਆਪੇ ਲੋਕ ਜਦੋਂ ਇਮਾਨਦਾਰੀ 'ਚ ਮਾਰਿਆ ਨੇ ਮੈਨੂੰ। ਜੇ ਮੈਨੂੰ ਬੇਈਮਾਨੀ 'ਚ ਮਾਰਦੇ ਤਾਂ ਮਤਲਬ ਇਹ ਗੱਲਾਂ ਮੇਰੇ 'ਤੇ ਹੁੰਦੀਆਂ ਸੀ, ਪਰ ਮੈਨੂੰ ਇਹਨਾਂ ਨੇ ਇਮਾਨਦਾਰੀ ਦੇ ਇਨਾਮ ਦਿੱਤਾ, ਤਾਂ ਉਹ ਜਿਹੜਾ ਇਹਨਾਂ ਨੂੰ ਬਹੁਤ ਮਹਿੰਗਾ ਪਊਗਾ। ਕੋਈ ਤਲਖੀ ਨਹੀਂ ਹੈਗੀ। ਜਿਹੜੀਆਂ ਗੱਲਾਂ ਢਿੱਡ ਦੇ ਵਿੱਚੋਂ, ਹਿਰਦੇ 'ਚੋਂ ਆਉਂਦੀਆਂ ਉਹ ਤਲਖ ਲੱਗਦੀਆਂ ਹੁੰਦੀਆਂ। ਇੱਕ ਤੁਹਾਨੂੰ ਵੀ ਕਦੇ ਆਦਤ ਨਹੀਂ ਹੋਣੀ ਸੁਣਨ ਦੀ ਇਹ ਜਦੋਂ ਹੈਗੇ, ਕਿਉਂਕਿ ਇਸ ਤਰ੍ਹਾਂ ਦਾ ਕੋਈ ਬੋਲਦਾ ਨਹੀਂ ਹੈਗਾ, ਤਾਂ ਵੱਖਰੀ ਗੱਲ ਲੱਗਦੀ ਹੈ। ਤਲਖ ਨਹੀਂ ਹੈ। ਤਲਖਾ ਕਾਹਦੇ ਵਾਸਤੇ, ਕਿਹਦੇ ਉੱਤੇ ਤਲਖੀ ਕਰਨੀ ਜੀ? ਬਿਲਕੁਲ ਤਲਖੀ ਬੇਸ਼ੱਕ ਜਿੱਦਾਂ ਮਰਜ਼ੀ ਹੈ ਕਿ ਉਹ, ਪੱਟ ਸੰਗਤ ਨੂੰ ਵੀ ਦੇਖ ਕੇ ਲੱਗਦਾ ਕਿ ਬਹੁਤ ਤਲਖੀ 'ਚ ਅਸੀਂ ਗੱਲ ਕਰਦੇ ਹਾਂ। ਉਹ ਗੁੱਸਾ ਹੁੰਦਾ ਸਾਡੇ ਅੰਦਰ ਦਾ, ਸਾਡੇ ਅੰਦਰ ਦੀ ਉਹ ਭੜਾਸ ਹੁੰਦੀ ਹੈ, ਕਿਉਂਕਿ ਕਹਿੰਦੇ ਨੇ ਵੀ ਸੱਚ ਜਿਹੜਾ ਹੁੰਦਾ ਹੈ ਉਹ ਇੱਕ ਸਪਰਿੰਗ ਵਰਗਾ ਹੁੰਦਾ ਹੈ। ਜੇ ਕਿਸੇ ਦੀ ਸੱਚਾਈ ਨੂੰ ਤੁਸੀਂ ਦੱਬੋਗੇ ਨਾ, ਤੇ ਜਿੱਦਣ ਉਹ ਛੁੱਟੀ ਤਾਂ ਬਹੁਤ ਉੱਚੀ ਛਾਲ ਮਾਰਦੀ ਹੈ। ਤਲਖੀ ਫਿਊਲ ਹੈ ਇਹ, ਮਤਲਬ ਇਹ ਹਾਂ, ਇਹਦੇ ਨਾਲ ਤਾਂ ਕੰਮ ਚੱਲ ਰਿਹਾ ਸਾਰਾ। ਜੇ ਇਹ ਤਲਖੀ ਨਾ ਹੁੰਦੀ ਤਾਂ ਫਿਰ ਨਿਬੜੇ ਨਾ। ਹੁਣ ਮੈਨੂੰ ਕਹਿੰਦੇ ਜੀ ਆਪ ਵਾਲੀ ਸਰਕਾਰ ਆਈ ਹੈ, ਤੁਸੀਂ ਗਏ ਉਹਨਾਂ ਕੋਲੇ, ਅਤੇ ਮੈਂ ਕਿਹਾ ਜੇ ਜਾਣਾ ਹੀ ਸੀ ਤਾਂ ਉਹ ਮਾੜੇ ਸੀ ਫਿਰ ਪਹਿਲਾਂ ਵਾਲੇ। ਜੇ ਇਹਨਾਂ ਕੋਲੇ ਜਾ ਕੇ ਹੀ ਕਹਿਣਾ ਸੀਗਾ, ਜਿਹੜੇ ਇਹ ਭਗਵੰਤ ਮਾਨ ਲੈਕਚਰ ਦਿੰਦਾ ਰਿਹਾ ਵੀ ਇੱਥੇ DSP ਨੂੰ ਤਾਂ ਮੰਤਰੀ ਨੇ ਡਿਸਮਿਸ ਕਰਾਤਾ ਜੀ, ਇੱਥੇ ਫਲਾਣੇ ਨੇ ਫਲਾਣਾ ਕਰਤਾ ਜੀ, ਅੱਜ ਇਹਨੂੰ ਭੁੱਲ ਗਿਆ ਉਹ।
ਜੇ ਇਹ ਗੱਲਾਂ ਕਰਕੇ ਆਏ ਆ ਤਾਂ ਅੱਜ ਇਹਨੂੰ ਯਾਦ ਕਰਾਉਣ ਦੀ ਲੋੜ ਹੈ। ਮਾਨ ਸਾਹਿਬ ਤਾਂ ਇਹ ਵੀ ਕਹਿੰਦੇ ਹੁੰਦੇ ਸੀ ਕਿ ਸਾਨੂੰ ਇੰਨੀ ਸਿਕਿਉਰਿਟੀ ਲੈ ਕੇ ਘੁੰਮਣ ਦੀ ਲੋੜ ਨਹੀਂ, ਜੇਕਰ ਮੰਤਰੀ ਅਕਾਲੀਆਂ ਦੇ ਚੰਗੇ ਨੇ ਜਾਂ ਕਾਂਗਰਸ ਦੇ ਚੰਗੇ ਨੇ ਤਾਂ ਬਿਨਾਂ ਸਿਕਿਉਰਿਟੀ ਦੇ ਸੜਕ 'ਤੇ ਉਤਰ ਕੇ ਦੇਖਣ ਤੇ ਅੱਜ ਆਪ ਕਿੱਥੇ ਖੜੇ ਨੇ ਉਹ ਤਾਂ ਸੰਗਤ ਆਪ ਵੀ ਸਮਝ ਸਕਦੀ ਹੈ, ਦੇਖ ਸਕਦੀ ਹੈ। ਪਰ ਤੁਸੀਂ ਜਿਸ ਸਿਸਟਮ ਦੀ ਗੱਲ ਕਰ ਰਹੇ ਹੋ ਕਿ ਸਾਰਾ ਸਿਸਟਮ ਹੀ ਖਰਾਬ ਹੈ, ਅੱਜ ਉਹ ਸਿਸਟਮ ਖਾਸ ਕਰਕੇ ਸਿੱਖ ਕੌਮ ਦੇ ਨਾਲ ਜਾਂ ਪੰਜਾਬੀਆਂ ਦੇ ਨਾਲ ਕੀ ਕਰ ਰਿਹਾ ਹੈ, ਪੰਜਾਬ ਨੂੰ ਕਿਹੜੀ ਅੰਨੀ ਖਾਈ 'ਚ ਧੱਕ ਰਿਹਾ ਹੈ। ਅੱਜ ਦੀ ਹੁਣ ਦੀ ਮੈਂ ਗੱਲ ਕਰ ਰਿਹਾ, ਪਿਛਲੇ ਜੋ 1 ਮਹੀਨੇ ਦੇ ਵਿੱਚ ਸਰਕਮਸਟੈਂਸਸ ਪੰਜਾਬ ਦੇ ਬਣੇ ਨੇ, ਕਿਉਂ ਜੋ ਲੋਕਾਂ ਦੇ ਅੰਦਰ ਇੱਕ ਭੈ ਦਾ ਮਾਹੌਲ ਬਣਿਆ ਹੈ, ਤੁਸੀਂ ਉਸ ਚੀਜ਼ ਨੂੰ ਸਾਨੂੰ ਕਿਹੜੀਆਂ ਚੀਜ਼ਾਂ ਤੋਂ ਅੱਜ ਸੰਭਲਣ ਦੀ ਲੋੜ ਹੈ, ਨੌਜਵਾਨੀ ਨੂੰ ਕਿਹੜੀਆਂ ਚੀਜ਼ਾਂ ਤੋਂ ਅੱਜ ਸੰਭਲਣ ਦੀ ਲੋੜ ਹੈ, ਮਾਪਿਆਂ ਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ, ਅਤੇ ਅਜਿਹੇ ਕਿਹੜੇ ਕੀ ਗੱਦਾਰ ਨੇ, ਅਜਿਹੀਆਂ ਕਿਹੜੀਆਂ ਏਜੰਸੀਆਂ ਨੇ ਜਾਂ ਅਜਿਹਾ ਕਿਹੜਾ ਅੰਦਰ ਰਾਜਤੰਤਰ ਹੈ ਜਿਹੜਾ ਲੱਗਿਆ ਆ ਪੰਜਾਬ ਨੂੰ ਘੁਣ ਕੇ ਖਾਣ, ਅਤੇ ਪੰਜਾਬ ਦੇ ਵਿੱਚ ਆਏ ਦਿਨ ਖੂਨ ਦੀਆਂ ਨਦੀਆਂ ਬਹਿ ਰਹੀਆਂ ਨੇ। ਕਿਉਂ ਲੱਗ ਰਿਹਾ ਸਾਨੂੰ ਕਿ 84 ਤੋਂ 96 ਤੱਕ ਦਾ ਜਿਹੜਾ ਸਮਾਂ ਸੀਗਾ ਉਹ ਕਿਤੇ ਨਾ ਕਿਤੇ ਮੁੜ ਪਰਤ ਰਿਹਾ ਹੈ। ਬਾਰਡਰ ਸਟੇਟ ਹੈ, ਇਹਨਾਂ ਦੇ ਵਾਸਤੇ ਕ੍ਰਾਈਟੇਰੀਆ ਜਿਹੜੀ ਸੈਂਟਰ ਦੇ ਸਰਕਾਰ ਦੇ ਹਮੇਸ਼ਾ ਵੱਖਰੇ ਰਹੇ ਹੈ। ਕਦੇ ਵੀ ਪੰਜਾਬ ਦੇ ਹਿੱਤ ਦੀ ਸਰਕਾਰ ਅੱਜ ਤੱਕ ਸੈਂਟਰ ਵਿੱਚ ਨਹੀਂ ਆਈ, ਠੀਕ ਹੈ। ਤਾਂ ਜਿੰਨਾ ਚਿਰ ਇਹ ਹਾਲਾਤ ਰਹਿਣਗੇ, ਇਸ ਵਾਸਤੇ ਇਸ ਮਤਲਬ ਪੰਜਾਬ ਦੇ ਲੋਕਾਂ ਨੂੰ ਜਿਹੜਾ ਜਾਂ ਇਸ ਬੈਲਟ ਦੇ ਲੋਕਾਂ ਨੂੰ ਇਹਨਾਂ ਚੀਜ਼ਾਂ ਵਾਸਤੇ ਹਮੇਸ਼ਾ ਹੀ ਤਿਆਰ ਰਹਿਣਾ ਪਊਗਾ, ਕਿਉਂਕਿ ਜੇ ਇਸ ਤੋਂ ਉੱਪਰ ਜਾਈਏ, ਕਾਫੀ ਉੱਪਰ ਜਾਈਏ ਤਾਂ ਇੱਕ ਬਹੁਤ ਫੋਰਸਿਸ ਜਿਹੜੀਆਂ ਹੈਗੀਆਂ ਦੁਨੀਆ ਨੂੰ ਚਲਾ ਰਹੀਆਂ, ਗਾਂ ਦੁਨੀਆ ਦੀਆਂ ਫੋਰਸਿਸ ਜਿਹੜੀਆਂ ਉਸ ਤੋਂ ਅੱਗੇ ਆ ਕੇ ਗਾਂ ਦੇਸ਼ਾਂ ਨੂੰ ਚਲਾਉਂਦੀਆਂ ਜਾਂ ਦੇਸ਼ ਗਾਂ ਅੱਗੇ ਸਟੇਟਾਂ ਨੂੰ ਚਲਾਉਂਦੇ ਆ, ਉਹਦੇ ਜਿਹੜੇ ਹਿੱਤ ਹੈਗੇ ਆ ਬਹੁਤ ਡੂੰਘੇ ਅਤੇ ਬਹੁਤ ਲੰਬੀ ਚਰਚਾ ਦਾ ਵਿਸ਼ਾ ਹੈਗੇ ਆ। ਅਤੇ ਇਸ ਕਰਕੇ ਜਿਹੜਾ ਇਹ ਕਈ ਜਿਗਰਾਫੀਕਲ ਕੰਡੀਸ਼ਨ ਤੁਹਾਡੀਆਂ ਹੁੰਦੀਆਂ ਉਹ ਤੁਹਾਡੀ ਮੁਕੱਦਰ ਬਣ ਜਾਂਦੀਆਂ। ਤਾਂ ਸਾਡਾ ਜਿਗਰਾਫੀਕਲ ਕੰਡੀਸ਼ਨ ਜਿਹੜਾ ਪਾਕਿਸਤਾਨ ਨਾਲ ਬਾਰਡਰ ਲੱਗਣਾ, ਸਾਡੀ ਜ਼ਮੀਨ ਜ਼ਰਖੇਜ਼ ਹੋਣਾ, ਸਾਡੇ DNA ਚੰਗਾ ਹੋਣਾ, ਸਾਡਾ ਮਤਲਬ ਕਿਸੇ ਵੀ ਜਿਹੜੀ ਕੋਈ ਜ਼ਿਆਦਤੀ ਦੇ ਖਿਲਾਫ ਜਿਹੜਾ ਸਾਡਾ ਤਿੱਖਾਪਣ, ਜੋ ਵੀ ਆਪਣੀਆਂ ਕੁਆਲਿਟੀਜ਼ ਹੈਗੀਆਂ, ਇਹ ਜਿਹੜੇ ਆਉਣ ਵਾਲੇ ਸਮੇਂ ਵਿੱਚ ਪਹਿਲਾਂ ਵੀ ਹੁਣ ਤੱਕ ਭੁਗਤਦੇ ਰਹੇ ਅਸੀਂ। 84 ਤੋਂ 93 ਤੁਸੀਂ ਕਹਿੰਦੇ ਆ, ਉਹ ਵੀ ਸਮਾਂ ਸੀ, ਠੀਕ ਹੈ। ਇਹ ਦੁਬਾਰਾ ਵੀ ਆਊਗਾ ਤਾਂ ਜਿਹੜੇ ਲੋਕ ਅਸੀਂ ਬੈਠੇ ਹਾਂ, ਦੁਬਾਰਾ ਵੀ ਇਹਨੂੰ ਫੇਸ ਕਰਨ ਵਾਸਤੇ ਸਾਨੂੰ ਤਿਆਰ ਰਹਿਣਾ ਚਾਹੀਦਾ, ਕਿਉਂਕਿ ਮਾਹੌਲ ਸਿਰਜਿਆ ਜਾ ਰਿਹਾ ਹੈ, ਠੀਕ ਹੈ। ਮੰਨਦੇ ਹੋ ਕਿ ਉੱਦਾਂ ਦਾ ਮਾਹੌਲ ਬਿਲਕੁਲ ਤਿਆਰ ਕੀਤਾ ਜਾ ਰਿਹਾ ਸਰਕਾਰਾਂ ਵੱਲੋਂ? ਬਿਲਕੁਲ ਇਹ 'ਚ ਕੋਈ ਸ਼ੱਕ ਹੀ ਨਹੀਂ। ਇਹ ਤਾਂ ਜਿਹੜਾ ਬੰਦਾ ਕੋਈ ਧਿਆਨ ਨਾਲ ਦੇਖੇ ਤਾਂ ਕਲਿਸਟਰ ਕਲੀਅਰ ਹੈਗਾ, ਇਹਦੇ ਵਿੱਚ ਤਾਂ ਕੋਈ ਥੋੜ੍ਹੀ ਜਿਹੀ ਡੀਪ ਜਾ ਕੇ ਆਪਾਂ ਕਿਸੇ ਨੂੰ ਗੱਲ ਸਮਝੀਏ, ਇਹ ਤਾਂ ਕੋਈ ਉੱਤਰ ਸਾਹਮਣੇ ਪਏ ਆ। ਹੁਣ ਜੇ ਅਸੀਂ ਦੇਖਣਾ ਹੀ ਨਹੀਂ ਹੈਗਾ, ਕਲਮ ਵਾਲਿਆਂ ਨੇ ਸਾਡੇ ਨੇ ਮਤਲਬ ਆਪਣੇ ਆਪ ਨੂੰ ਮਰਿਆ ਹੀ ਸਮਝ ਲਿਆ ਹੈਗਾ। ਸਭ ਤੋਂ ਵੱਡਾ ਰੋਲ ਕਲਮ ਵਾਲਿਆਂ ਦਾ ਹੁੰਦਾ ਹੈ ਇਹੋ ਜਿਹੇ ਸਮੇਂ ਦੇ ਵਿੱਚ ਲੋਕਾਂ ਨੂੰ ਜਗਾਉਣ ਵਾਸਤੇ, ਅਤੇ ਸਾਡਾ ਤਾਂ ਵਰਗ ਮੀਡੀਆ ਤਾਂ ਚਲੋ ਉਹਨੂੰ ਛੱਡ ਦਿਓ ਨਾ, ਮੀਡੀਆ ਨੂੰ ਤਾਂ ਆਪਾਂ ਕਹਿ ਦਿੱਤਾ, ਠੀਕ ਹੈ। ਮੈਂ ਕਲਮਾਂ ਵਾਲਿਆਂ ਬਾਰੇ ਵੀ ਬਹੁਤ ਬੋਲਦਾ ਹੁੰਦਾ ਵੀ ਕਲਮਾਂ ਵਾਲੇ ਕਿੱਥੇ ਹੈ, ਠੀਕ ਹੈ, ਕਿੱਧਰ ਗਈਆਂ, ਕਿੱਥੇ ਅੱਗੇ ਕਲਮਾਂ ਭਾਵੇਂ ਜਿਵੇਂ ਮਰਜ਼ੀ ਜਸਵੰਤ ਸਿੰਘ ਕੰਵਲ ਹੋਰੀ ਸੀਗੇ ਜਾਂ ਕੁਛ ਹੋਰ ਲੋਕ ਸੀ ਜਦੋਂ ਨਕਸਲਾਈਟ ਮੂਵਮੈਂਟ ਹੋਈ ਸੀ, ਅਤੇ ਉਹ ਕਿਵੇਂ ਨਾਵਲ 'ਤੇ ਕੀ ਕੁਛ ਲਿਖਿਆ ਗਿਆ ਸੀ ਪੰਜਾਬ, ਠੀਕ ਹੈ। ਅੱਜ ਕਿੱਥੇ ਨੇ? ਅੱਜ ਜਿਹੜੇ ਚਾਰ ਹੈਗੇ ਆ ਉਹੀ ਮਤਲਬ ਉੱਥੇ ਜਿਹੜੀ ਵੀ ਸਰਕਾਰ ਨਵੀਂ ਆਉਂਦੀ ਹੈ ਦਵਾ ਦਵ ਗੁਲਦਸਤੇ ਲੈ ਕੇ ਪਹੁੰਚਦੇ ਆ, ਠੀਕ ਹੈ। ਕੋਈ ਰਾਜ ਕਵੀ ਬਣਾ ਦਿੰਦੇ ਆ, ਕਿਸੇ ਨੂੰ ਕੁਛ ਦੇ ਦਿੰਦੇ ਆ, ਕੋਈ ਮਤਲਬ ਮੈਂ ਤਾਂ 2-4 ਤਾਂ ਨਾਮ ਖੁੱਲ੍ਹ ਕੇ ਲੈਣਾ, ਉਹਨਾਂ ਬੜੀ ਵਾਰੀ ਲੈ ਕੇ ਬੜੀ ਤਕਲੀਫ ਹੁੰਦੀ ਵਿਚਾਰਿਆਂ ਨੂੰ। ਤਾਂ ਮੈਂ ਗੱਲ ਕਰਦਾ ਵੀ ਸਾਹਿਤਕ ਸਿਸਟਮ ਦੇ ਵਿੱਚ ਜਿਹੜੀਆਂ ਕਲਮਾਂ ਵਾਲੇ ਆ, ਇਹਨਾਂ ਦਾ ਵੀ ਬੇੜਾ ਗਰਕ ਹੋ ਗਿਆ। ਹੋਰ ਆਪਾਂ ਜਿਹੜੀਆਂ ਵੀ ਆਪਾਂ ਫੋਰਸਿਸ ਕਹਿੰਦੇ ਹਾਂ, ਜਿਹੜੀ ਕਿ ਪੰਜਾਬ ਦੇ ਐਜੂਕੇਸ਼ਨ ਸਿਸਟਮ, ਹੈਲਥ, ਹਰ ਚੀਜ਼ ਨੂੰ ਇਹਨਾਂ ਨੇ ਖ਼ਤਮ ਕਰਕੇ ਜਿਹੜਾ ਪੰਜਾਬ ਨੂੰ ਇੱਕ ਐਸੀ ਬਰਬਾਦੀ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੇ। ਪਰ ਕੁਦਰਤ ਜਿਹੜੀ ਇਹ ਬਾਬੇ ਨਾਨਕ ਦੀ ਧਰਤੀ ਹੈ, ਇਹਦੇ 'ਤੇ ਜਿਹੜੇ ਵੀ ਧਾੜਵੀ ਕਹੇ ਆ, ਇਹ ਧਾੜਵੀ ਨੇ, ਕੋਈ ਹੋਰ ਥੋੜ੍ਹਾ। ਇਹਨਾਂ ਦੇ ਹਸ਼ਰ ਜਿਹੜੇ ਹੈਗੇ ਤੁਸੀਂ ਦੇਖ ਲਓ, ਜਿਨ੍ਹਾਂ ਨੇ ਸਾਰੇ ਰਾਜ ਕੀਤੇ ਅਤੇ ਅੱਜ ਆਪਣੇ ਬੁਢਾਪਿਆਂ ਵਿੱਚ ਅਤੇ ਮਗਰਲੇ ਟਾਈਮ ਦੇ ਵਿੱਚ ਕੀ ਭੁਗਤ ਰਹੇ, ਅਤੇ ਕੀ ਆ 2 ਮਹੀਨੇ ਪਹਿਲਾਂ ਲੋਕਾਂ ਨੇ ਉਹਨਾਂ ਨੂੰ ਮੈਂਡੇਟ ਦੇ ਕੇ ਦੱਸਿਆ ਵੀ ਤੁਸੀਂ ਕਿੱਥੇ ਖੜ੍ਹੇ ਹੋ। ਇਹ ਬਹੁਤ ਵੱਡੀ ਇੱਕ ਜਿਹੜੀ ਪਿਛਲੀ ਜਿਹੜੀ ਵੋਟ ਹੋਈ ਹੈ, ਇੱਕ ਬਹੁਤ ਵੱਡੀ ਜਾਗਰਤੀ ਹੈ ਪੰਜਾਬ ਦੀ। ਇਹ ਆਉਣ ਵਾਲੇ ਸਮੇਂ ਵਿੱਚ ਦੇਖਿਆ ਜੇ ਮਤਲਬ ਪੰਜਾਬੀ ਵੋਟ ਕਿਵੇਂ ਕਰਿਆ ਕਰਨਗੇ, ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ। ਅਤੇ ਬਸ ਇਹੀ ਹੈ, ਬਾਕੀ ਸਮਾਂ ਅੱਖਾਂ ਖੋਲ੍ਹ ਕੇ ਵਿਚਾਰੀਏ। ਸਭ ਚੀਜ਼ਾਂ ਜਿਹੜੀਆਂ ਹੈਗੀਆਂ ਖੁੱਲ੍ਹੀ ਕਿਤਾਬ ਵਾਂਗੂ ਪਈਆਂ, ਅਤੇ ਕੁਛ ਲੋਕ ਸਾਡੇ ਵਰਗੇ ਹੋਰ ਮੈਂ ਕਹਿੰਦਾ ਕੁਛ ਉੱਠ ਖੜ੍ਹਨ, ਅਤੇ ਅਸੀਂ ਥੋੜ੍ਹੇ ਬਹੁਤ ਹੀ ਸਿਰਦ ਲੋਕ ਜੇ ਮੇਰੇ ਨਾਲ ਹੋ ਜਾਣ ਜਾਂ ਮੈਂ ਉਹਨਾਂ ਨਾਲ ਹੋ ਜਾਵਾਂ। ਮੈਂ ਤਾਂ ਇਹ ਨਹੀਂ ਕਹਿੰਦਾ ਕਿ ਮੇਰੇ ਨਾਲ ਕੋਈ ਹੋਵੇ, ਵੀ ਕੁਛ ਲੋਕ ਬੇਸ਼ੱਕ ਮੈਨੂੰ ਕਹਿਣ ਕਿ ਆ ਭਾਈ ਤੋਂ ਸਾਡੇ ਇੱਥੇ ਚਾਹੀਦਾ, ਤਾਂ ਮੈਂ ਇੱਕ ਉਹ ਆਦਮੀ ਹਾਂ ਕਿ ਜਿਹਦੇ ਕੋਲ ਕੋਈ ਵੀ ਸੱਚ ਕਵਾਇਆ ਜਾ ਸਕਦਾ। ਮੈਨੂੰ ਉਸ ਐਂਗਲ ਤੋਂ ਵੀ ਨਹੀਂ ਕੋਈ ਵਰਤਣ ਨੂੰ ਤਿਆਰ ਹੈਗਾ, ਜਿਹੜਾ ਮੈਨੂੰ ਮੇਰੀ ਆਪਣੀ ਬੁੱਧੀ ਸਮਰੱਥਾ ਮੁਤਾਬਕ ਹੈਗਾ ਮੈਂ ਬੋਲ ਰਿਹਾ। ਪਰ ਜੇ ਅੱਜ ਵੀ ਕੁਛ ਸੁਹਿਰਦ ਲੋਕ ਚਾਹੁਣ ਤਾਂ ਉਹ ਮੈਨੂੰ ਦੱਸ, ਮੈਨੂੰ ਹੁਣ ਵੀ ਇਨਫੋਰਮੇਸ਼ਨ ਆਉਂਦੀ, ਮੈਂ ਫਟ ਉਸੇ ਟਾਈਮ ਕਲੀਅਰ ਕਰਦਾ ਵਿਦਾਊਟ ਐਵੀਡੈਂਸ, ਕਿਉਂਕਿ ਸੱਚ ਹੁੰਦਾ, ਮੈਨੂੰ ਪਤਾ ਹੁੰਦਾ ਸੱਚ ਹੈ। ਸੱਚ ਨੂੰ ਸਬੂਤ ਦੀ ਲੋੜ ਨਹੀਂ ਹੁੰਦੀ। ਮੈਨੂੰ ਬੜੇ ਵਾਰੀ ਕਹਿੰਦੇ ਆ ਸਬੂਤ ਨਹੀਂ ਹੈਗੇ, ਮੈਂ ਸਬੂਤ ਆਪੇ ਸਿੱਧ ਕਰ ਲੈਣ। ਇਹ ਮੈਂ ਸੱਚ ਬੋਲ ਦਿੱਤਾ, ਜੇ ਝੂਠ ਹੈ ਤਾਂ ਸਾਬਤ ਕਰਨ ਦੇਣ ਮੈਨੂੰ ਅੰਦਰ ਤੇ ਕਰਨ ਸਾ। ਅਤੇ ਇਸ ਕਰਕੇ ਸੱਚ ਨੂੰ ਕਿਸੇ ਸਬੂਤ ਦੀ ਲੋੜ ਨਹੀਂ ਹੁੰਦੀ। ਹਮੇਸ਼ਾ ਪ੍ਰਤਾਖੀ ਹੁੰਦਾ ਅਤੇ ਉਸ ਨੂੰ ਸਹੀ ਕਿਹਾ ਤੁਸੀਂ, ਕੋਈ ਸਬੂਤ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ ਹੈ। ਅਤੇ ਮੈਂ ਅੰਤ ਦੇ ਵਿੱਚ ਇਹੀ ਕਹਾਂਗਾ ਕਿ ਸ਼ੇਖੋਂ ਸਾਹਿਬ ਨੇ 32 ਵਰ੍ਹੇ ਖਾਕੀ ਪਾ ਕੇ ਸੇਵਾ ਕੀਤੀ ਕੌਮ ਦੀ, ਦੇਸ਼ ਦੀ। ਪਰ 32 ਵਰ੍ਹੇ ਸੇਵਾ ਕਰਨ ਤੋਂ ਬਾਅਦ ਅੱਜ ਉਹ ਕਹਿੰਦੇ ਨੇ ਕਿ ਸਿਸਟਮ ਬਹੁਤ ਗੰਦਾ ਹੈ। ਸਿਸਟਮ ਦੇ ਧਨਾੜ ਜਿਹਨਾਂ ਦੇ ਹੱਥ 'ਚ ਸੱਤਾ ਹੈ, ਸਿਆਸਤ ਹੈ, ਉਹ ਆਪ ਵਿਗਾੜਦੇ ਨੇ।
ਉਹ ਆਪ ਗੈਂਗਸਟਰਸ ਬਣਾਉਂਦੇ ਨੇ ਤੇ ਉਹ ਆਪ ਗੈਂਗਸਟਰ ਮਰਵਾਉਂਦੇ ਨੇ, ਆਪ ਨਸ਼ਾ ਲਿਆਉਂਦੇ ਨੇ ਤੇ ਆਪ ਬਖਵਾਉਂਦੇ ਨੇ, ਨੌਜਵਾਨੀ ਨਸ਼ੇ 'ਚ ਲਾਉਂਦੇ ਨੇ ਤੇ ਨੌਜਵਾਨੀ ਆਪ ਮਰਵਾਉਂਦੇ ਨੇ, ਮਾਵਾਂ ਦੀਆਂ ਕੁੱਖਾਂ ਉਜਾੜ ਕੇ ਮਾਵਾਂ ਤੋਂ ਵੈਣ ਪਵਾਉਂਦੇ ਨੇ। ਪਰ ਅਸੀਂ ਆਪਣੀਆਂ ਕਮਾਈਆਂ ਵਿੱਚ ਲੱਗੇ ਹਾਂ, ਵਿਦੇਸ਼ਾਂ ਵਿੱਚ ਬੈਠੇ ਹਾਂ ਤੇ ਵਿਦੇਸ਼ਾਂ ਤੋਂ ਕਮਾਈਆਂ ਕਰਕੇ ਪੰਜਾਬ ਭੇਜਦੇ ਹਾਂ, ਬੜੇ ਖੁਸ਼ ਹੁੰਦੇ ਹਾਂ। ਪਿੰਡਾਂ ਦੇ ਵਿੱਚ ਵੱਡੀਆਂ ਕੋਠੀਆਂ ਪਾ ਕੇ ਜਿੰਦਰੇ ਲਾਏ ਹੋਏ ਆ ਸਿਰਫ ਦਿਖਾਉਣ ਵਾਸਤੇ, ਪੱਥਰ ਦੇ ਵੱਡੇ ਮਕਾਨ ਬਣਾਏ ਹੋਏ ਆ ਸਿਰਫ ਦਿਖਾਉਣ ਵਾਸਤੇ। ਅਸਲ 'ਚ ਅਸੀਂ ਪੈਸੇ ਦਾ ਪੱਥਰ ਬਣਾ ਰਹੇ ਹਾਂ। ਪਰ ਦਿਲ ਤਾਂ ਆਪਣੇ ਪੱਥਰ ਨਾ ਬਣਾਓ। ਜਿਹੜੀ ਚੀਜ਼ ਗਲਤ ਆ ਮਾਦਾ ਰੱਖੋ ਉਸ ਨੂੰ ਗਲਤ ਕਹਿਣ ਦਾ, ਜਿਹੜੀ ਚੀਜ਼ ਸਹੀ ਹੈ ਸਿਰ ਮੱਥੇ ਉਸ ਨੂੰ ਪ੍ਰਵਾਨ ਕਰਨ ਦੀ ਕੋਸ਼ਿਸ਼ ਕਰੋ। ਜੇ ਪੰਜਾਬ ਬਚਾਉਣਾ, ਮੈਂ ਪਹਿਲਾਂ ਵੀ ਕਹਿਣਾ, ਸਾਡੇ ਗਾਤਰਿਆਂ ਚੋਲਿਆਂ ਵਾਲਿਓ, ਵੱਡੇ ਅਹੁਦੇ ਸਾਂਭਣ ਵਾਲਿਓ, ਚਾਹੇ ਤੁਸੀਂ ਕਿਸੇ ਵੀ ਧੜੇ ਨਾਲ ਜੁੜੇ ਹੋ, ਚਾਹੇ ਸਿਰ 'ਤੇ ਨੀਲੀ ਬੰਨ੍ਹਦੇ ਹੋ, ਚਿੱਟੀ ਬੰਨ੍ਹਦੇ ਹੋ, ਪੀਲੀ ਬੰਨ੍ਹਦੇ ਹੋ, ਕਾਲੀ ਬੰਨ੍ਹਦੇ ਹੋ, ਮੈਨੂੰ ਉਸ ਤੋਂ ਕੋਈ ਫਰਕ ਨਹੀਂ ਪੈਂਦਾ। ਪਰ ਹਾਂ, ਜੇ ਆਪਣੇ ਆਪ ਨੂੰ ਸਿੱਖ ਕਹਿੰਦੇ ਹੋ ਤਾਂ ਸਿੱਖ ਦਾ ਇੱਕੋ ਹੀ ਫਲਸਫਾ ਹੈ, ਸਰਬੱਤ ਦਾ ਭਲਾ ਤੇ ਜਾਤਾਂ ਪਾਤਾਂ ਤੋਂ ਉੱਪਰ, ਜਿਸ ਦੀ ਕੋਈ ਜਾਤ ਨਹੀਂ। ਉਹ ਜਿਹੜਾ ਸਿੱਖ ਆ ਉਹਦੀ ਕੋਈ ਜਾਤ ਨਹੀਂ, ਉਹ ਆਪ ਸਿੱਖ ਹੀ ਆ, ਬਸ ਉਹਦੀ ਜਾਤ ਸਿੱਖ ਹੈ। ਤੇ ਜੇ ਤੁਸੀਂ ਵਾਕਈ ਸੱਚੇ ਸਿੱਖ ਹੋ ਨਾ, ਤਾਂ ਆਹ ਜਾਤ ਪਾਤ ਦੇ ਕੋਡ ਛੱਡ ਕੇ, ਧੜੇਬਾਜ਼ੀਆਂ ਛੱਡ ਕੇ, ਡੇਰੇਵਾਦ ਨੂੰ ਛੱਡ ਕੇ, ਸਿਆਸਤਦਾਨਾਂ ਦੇ ਤਲਵੇ ਚੱਟਣੇ ਬੰਦ ਕਰਕੇ, ਬੇਅਦਬੀਆਂ ਨੂੰ ਯਾਦ ਕਰਕੇ, ਉਸ ਚੀਜ਼ ਦਾ ਬਦਲਾ ਕਿੱਦਾਂ ਲੈਣਾ ਹੈ ਉਸ ਚੀਜ਼ ਨੂੰ ਯਾਦ ਕਰਕੇ, ਬੇਗੁਨਾਹਾਂ ਦੀ ਨਸ਼ਿਆਂ ਨਾਲ ਹੋਈ ਮੌਤ ਨੂੰ ਯਾਦ ਕਰਕੇ, ਜਿਹੜੇ ਫਾਹੇ ਲੱਗੇ ਸਾਡੇ ਕਿਸਾਨ ਮਰੇ ਨੇ ਉਹਨਾਂ ਨੂੰ ਧਿਆ ਕੇ ਸਿਰ ਜੋੜੋ, ਕਿਉਂਕਿ 84 ਤੋਂ ਬਾਅਦ ਵਾਲਾ ਸਮਾਂ ਇੱਕ ਵਾਰ ਮੁੜ ਪੰਜਾਬ ਦੇ ਵਿੱਚ ਆ ਗਿਆ ਹੈ। ਹੁਣ ਇਹ ਨਹੀਂ ਕਹਾਂਗਾ, ਪਹਿਲਾਂ ਮੈਂ ਕਹਿੰਦਾ ਹੁੰਦਾ ਸੀ ਆਉਣ ਵਾਲਾ ਹੈ, ਸ਼ੁਰੂ ਹੋ ਗਿਆ ਹੈ। ਜੇ ਅਜੇ ਵੀ ਤੁਸੀਂ ਆਪਣੀਆਂ ਝੂਠੀਆਂ ਚੌਧਰਾਂ ਕਰਕੇ, ਆਪਣੀਆਂ ਜਥੇਦਾਰੀਆਂ ਕਰਕੇ, ਪ੍ਰਧਾਨਗੀਆਂ ਕਰਕੇ, ਮਖੌਟੇ ਪੰਥਕ ਪਾ ਕੇ ਗੱਦਾਰੀਆਂ ਕੌਮ ਨਾਲ ਕਰਦੇ ਰਹੇ, NRIਆਂ ਨੂੰ ਬੇਵਕੂਫ ਬਣਾ ਕੇ ਘਰ ਆਪਣੇ ਭਰਦੇ ਰਹੇ, ਤਾਂ ਯਾਦ ਰੱਖਿਓ ਇਤਿਹਾਸ ਲਿਖਿਆ ਜਾ ਰਿਹਾ ਹੈ। ਇਹ ਨਾ ਸੋਚਿਓ ਤੁਹਾਡੇ ਨਾਮ ਉਸ ਇਤਿਹਾਸ ਵਿੱਚ ਦਰਜ ਨਹੀਂ ਹੋਣਗੇ, ਜ਼ਰੂਰ ਹੋਣਗੇ। ਗੱਦਾਰਾਂ ਦੇ ਨਾਮ ਦੇ ਨਾਲ ਦਰਜ ਹੋਣਗੇ, ਮੈਂ ਵਾਅਦਾ ਕਰਦਾ ਹਾਂ। ਉਹ ਆਉਣ ਵਾਲਾ ਸਮਾਂ ਤੁਹਾਨੂੰ ਦੱਸੇਗਾ। ਇਸ ਲਈ ਜ਼ਮੀਰ ਜਗਾਓ, ਜੋ ਵੀ ਗੁਨਾਹ ਪਹਿਲਾਂ ਕੀਤੇ ਹੋਣ ਇੱਕ ਪਾਸੇ ਰੱਖ ਦਿਓ, ਮਿਸਲਾਂ ਵਾਂਗ ਸਿਰ ਜੋੜ ਕੇ ਅੱਗੇ ਚੱਲਣ ਦੀ ਲੋੜ ਹੈ। ਇਸ ਵੇਲੇ ਟਾਕਰਾ ਲੈਣ ਦੀ ਲੋੜ ਹੈ, ਜਾਬਰ ਦੇ ਨਾਲ ਅੱਗੇ ਜ਼ੁਲਮ ਨੂੰ ਮੁਕਾਉਣ ਦੀ ਲੋੜ ਹੈ, ਨਹੀਂ ਤਾਂ ਤੁਸੀਂ ਪੰਜਾਬ ਬੇੜਾ ਗਰਕ ਕਰਵਾ ਲਓਗੇ ਆਪਣੇ ਹੱਥੀਂ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਮੈਂ ਇੱਕ ਥੋੜ੍ਹੀ ਜਿਹੀ ਗੱਲ ਕਰਨੀ ਚਾਹਾਂਗਾ ਤੁਹਾਡੀ ਗੱਲ ਦੇ ਵਿੱਚ। ਤੇ ਲਾਸਟ ਵਿੱਚੋਂ ਤੁਸੀਂ 32 ਸਾਲ ਦੀ ਨੌਕਰੀ ਬਾਰੇ ਗੱਲ ਕੀਤੀ ਸੀ ਵੀ ਇਹ ਕਰਨ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ 32 ਸਾਲ ਦੀ ਨੌਕਰੀ ਵਿੱਚ ਮੈਂ 2002 ਵਿੱਚ ਵੀ ਇੱਕ ਵਾਰੀ ਡਿਸਮਿਸ ਹੋਇਆ ਸੀ। 7 ਮੇਰੇ 'ਤੇ ਕ੍ਰਿਮੀਨਲ ਪਰਚੇ ਦਰਜ ਹੋਏ ਹੋਏ, ਠੀਕ ਹੈ, ਜਿਨ੍ਹਾਂ 'ਚ ਮੈਨੂੰ ਕੋਈ ਸਜ਼ਾ ਨਹੀਂ ਮਿਲੀ ਹੋਈ। ਮੈਂ ਉਦੋਂ ਵੀ ਬਹਾਲ ਹੋ ਕੇ ਆਇਆ। ਇਹ ਸਫ਼ਰ ਜਿਹੜਾ ਇੰਨਾ ਹੀ ਨਹੀਂ ਜਿਹੜਾ ਤੁਸੀਂ ਦੇਖ ਰਹੇ ਹੋ, ਮੈਂ ਪਹਿਲਾਂ ਵੀ ਬਹੁਤ ਸਟਰਗਲ ਵਿੱਚ ਰਿਹਾ। ਕਈ ਵਾਰੀ ਪਿਛਲੀਆਂ ਗੱਲਾਂ ਜਿਹੜੀਆਂ ਹੈਗੀਆਂ ਨਾ ਤਾਂ ਕਿਸੇ ਨੂੰ ਪਤਾ ਹੁੰਦਾ ਤੇ ਹਰੇਕ ਭੁਲੇਖੇ ਜਿਹਾ ਜਾਂਦਾ। ਇਹ ਸੰਘਰਸ਼ ਪਹਿਲਾਂ ਤੋਂ ਹੀ ਚੱਲਦਾ ਰਿਹਾ। 7 ਫੀਨੀਅਸ ਕ੍ਰਾਈਮ ਦੇ ਪਰਚੇ ਦਰਜ ਹੋਣੇ ਤੇ ਕੋਈ ਤੁਹਾਡੇ 'ਤੇ ਇੱਕ ਵਾਲ ਭਰ ਦੀ ਪੁਨਿਸ਼ਮੈਂਟ ਨਾ ਹੋਣੀ, ਦੂਜੀ ਵਾਰੀ ਡਿਸਮਿਸ ਹੋਣਾ, ਇਹ ਮੇਰੇ ਕਰਮਾਂ 'ਚ ਪਹਿਲਾਂ ਤੋਂ ਵੀ ਲਿਖਿਆ ਹੋਇਆ ਸੀ। ਇਸ ਕਰਕੇ ਇਹ ਕੋਈ ਲੜਾਈ ਨਵੀਂ ਨਹੀਂ। ਅੱਜ ਵੀ ਉਹ ਅਫਸਰ ਬੈਠੇ ਜਿਨ੍ਹਾਂ ਨੇ ਜਾਤੀਆਂ ਕੀਤੀਆਂ ਸੀਗੀਆਂ, ਜਾਲੀ ਕਰੰਸੀ ਦਾ ਇੱਕ ਮਤਲਬ ਮੇਰੇ 'ਤੇ ਇੱਕ ਟੈਗ ਲਗਾਇਆ ਗਿਆ ਸੀਗਾ, ਉਹਦੇ 'ਚ ਜਿਹੜੇ ਅਸਲੀ ਮੁਲਜ਼ਮ ਛੱਡੇ, ਸਾਨੂੰ ਮੁਲਜ਼ਮ ਬਣਾਇਆ। ਮੈਂ ਉਸ ਕੇਸ 'ਚ ਡਿਸਚਾਰਜ ਹੋਇਆ, ਬਰੀ ਨਹੀਂ ਹੋਇਆ, ਮੇਰੇ 'ਤੇ ਚਾਰਜ ਨਹੀਂ ਲੱਗਿਆ। ਤੇ ਉਹ 2 DGP ਉਦੋਂ ਜਿਹੜੇ SSP ਹੁੰਦੇ ਸੀ, ਅੱਜ DGP ਅੱਜ ਲੱਗੇ ਹੋਏ ਆ। ਉਹਨੂੰ ਪਤਾ ਹੈ ਮਹਿਲ ਸਿੰਘ ਭੁੱਲਰ ਦੇ ਕਹਿਣ 'ਤੇ ਅਸਲੀ ਦੋਸ਼ੀ ਛੱਡੇ ਸੀ ਉਹਨਾਂ ਨੇ ਤੇ ਬਲਵਿੰਦਰ ਸਿੰਘ ਨੂੰ ਦੋਸ਼ੀ ਬਣਾਇਆ ਸੀਗਾ। ਤੇ ਮੈਂ ਬੜੀ ਵਾਰੀ ਚੈਲੰਜ ਕਰਦਾ ਨਾ ਵੀ ਕਹਿ ਕੇ ਤਾਂ ਵੇਖੋ। ਮੈਂ ਅੱਜ ਵੀ ਕਹਿਣਾ ਤੁਸੀਂ DGP ਬੈਠੇ ਹੋ, 2 ਬੈਠੇ ਹੋ, ਠੀਕ ਹੈ, ਕੀ ਇਹ ਝੂਠ ਹੈ? ਜੇ ਇੱਕ ਵਾਰੀ ਕਹਿ ਦੇਣ ਤਾਂ ਮੈਂ ਉਹ ਕਬੂਲ ਕਰਨ ਨੂੰ ਤਿਆਰ ਹੈਗਾ। ਮੈਂ ਇਹ ਚੀਜ਼ਾਂ ਦੇ ਵਿੱਚ ਅੱਜ ਤੋਂ ਨਹੀਂ ਹੈਗਾ, ਬਹੁਤ ਪੁਰਾਣਾ ਇਹ ਸੰਘਰਸ਼ਾਂ ਵਿੱਚ ਰਹੇ। ਇਸ ਕਰਕੇ ਮੈਂ ਤਾਂ ਤੁਹਾਡੀ ਗੱਲ ਨੂੰ ਦੁਬਾਰਾ ਕਿਹਾ ਵੀ ਮੈਂ ਉਹੀ ਗੱਲ ਹੈ ਨਾ ਵੀ ਸੱਚ ਹਮੇਸ਼ਾ ਪ੍ਰਤੱਖ ਹੈ ਤੇ ਉਹ ਆਪਣੀ ਛਾਪ ਛੱਡ ਹੀ ਜਾਂਦਾ। ਵੀ 32 ਸਾਲ ਤੋਂ ਬਾਅਦ ਹੀ ਨਹੀਂ ਬੋਲਣ ਲੱਗਿਆ, ਪਹਿਲਾਂ ਵੀ ਬਥੇਰਾ ਬੋਲੇ, ਪਹਿਲਾਂ ਵੀ ਬਹੁਤ ਭੁਗਤਿਆ। ਇੱਕ ਦਿਨ ਦੇ ਵਿੱਚ ਕੋਈ ਚੀਜ਼ਾਂ ਪੈਦਾ ਨਹੀਂ ਹੋ ਜਾਂਦੀਆਂ, ਤੁਹਾਡੇ ਬਲੱਡ 'ਚ ਹੀ ਹੁੰਦੀਆਂ। ਧੰਨਵਾਦ। ਸੋ ਸਮਾਂ ਹੋ ਗਿਆ ਤੁਹਾਡੇ ਸਾਰੇ ਤੋਂ ਇਜਾਜ਼ਤ ਲੈਣ ਦਾ। ਅੰਤ ਦੇ ਵਿੱਚ ਇਹੀ ਕਹਾਂਗਾ, ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।